ਜਿਹੜੇ 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 ਚੰਗੇ ਵਿਚਾਰਕ ਲੋਕ ਆ ਉਹ ਵੀ ਪੋਲੀਟਿਕਸ ਦੇ ਵਿੱਚ ਆਉਂਦੇ ਆ। ਮੈਂ ਸਮਝਦਾ ਕਿ ਜਿਹੜਾ ਅੱਜ ਤੁਹਾਡਾ ਆਪਣਾ ਜਿਹੜੀ ਫੇਜ਼ ਦੇ ਨਾਲ ਤੁਸੀਂ ਚੱਲ ਰਹੇ ਹੋ, ਤੁਹਾਡੇ ਜਿਹੜੇ ਮੁਖੀ ਆ ਉਹ ਬੜੇ ਵੈਲ ਐਜੂਕੇਟਡ ਨੇ, ਹੋਰ ਵੀ ਕਾਫੀ ਜਿਹੜੇ ਐਜੂਕੇਟਡ ਤੁਹਾਡੀ ਆਪਣੀ ਪਾਰਟੀ 'ਚ, ਤੁਸੀਂ ਖੁਦ ਐਜੂਕੇਟਡ ਹੋ, 2 ਐਡਵੋਕੇਟ 3-4 ਐਡਵੋਕੇਟ ਸਾਹਿਬ ਆਪਣੇ ਨਾਲ ਜੁੜੇ ਆ। ਇਹ ਚੀਜ਼ ਹੈ ਵੀ ਪੋਲੀਟਿਕਸ ਦੇ ਵਿੱਚ ਪੜ੍ਹੇ ਲਿਖੇ ਲੋਕ ਆ ਤੇ ਰਹੇ ਨੇ, ਪਰ ਜਿਹੜੀ ਅਪਰਾਧੀ ਪ੍ਰਵਿਰਤੀ ਦੇ ਲੋਕ ਆ ਉਹ ਇਹਨੂੰ ਹੈਂਡਲ ਕਰਦੇ ਆ, ਇਹਨੂੰ ਡਰਾਈਵਿੰਗ ਸੀਟ ਤੇ ਉਹ ਹਮੇਸ਼ਾ ਰਹਿੰਦੇ ਆ, ਚਾਹੇ ਉਹ ਖੁਦ ਪੋਲੀਟਿਕਸ ਹੈਗੇ ਨੇ ਜਾਂ ਉਹ ਬੈਕ ਸਾਈਡ ਤੋਂ ਉਹ ਇਸ ਚੀਜ਼ ਤੇ ਭਾਰੂ ਰਹਿੰਦੇ ਆ। ਹੁਣ ਸਾਡੇ ਸਮਾਜ ਦੇ ਵਿੱਚ ਜੇ ਆਪਾਂ ਅੰਮ੍ਰਿਤਸਰ ਦੇ ਵਿੱਚ ਬੈਠੇ, ਅੰਮ੍ਰਿਤਸਰ ਦੀ ਜੇ ਗੱਲ ਕਰੀਏ, ਮੇਰੇ ਕੋਲੇ ਇੱਕ ਰਿਕਾਰਡ ਹੈ ਕਿ ਪਿਛਲੇ ਲਗਭਗ 2 ਮਹੀਨਿਆਂ ਤੋਂ ਲਗਾਤਾਰ ਜੇ ਕਹਿ ਲਈਏ ਤਾਂ ਕੋਈ ਵੱਡੀ ਗੱਲ ਨਹੀਂ, ਅਦਰਵਾਈਜ਼ ਸ਼ਰੇਆਮ ਕਤਲ ਹੋ ਰਹੇ ਆ। ਉਹਨਾਂ ਦੀ ਬੈਕਬੋਨ ਕੌਣ ਨੇ? ਕੋਈ ਜਿਹੜੇ ਫੜੇ ਜਾਂਦੇ ਬੰਦੇ, ਜਦੋਂ ਪੁਲਿਸ, ਅਸੀਂ ਅਖਬਾਰ ਦੀਆਂ ਸੁਰਖੀਆਂ ਪੜ੍ਹਦੇ ਹਾਂ, ਉਹਦੇ ਵਿੱਚ ਆਉਂਦਾ ਜੀ ਇਹ ਹਿਸਟਰੀ ਸ਼ੀਟਰ ਲੋਕ ਸੀਗੇ ਜਿਨ੍ਹਾਂ ਨੇ ਕਤਲ ਕੀਤਾ ਹੈ। ਫਿਜ਼ੀਕਲੀ ਕਤਲ ਹੋ ਰਿਹਾ ਬਾਈ ਗਨ ਜਾਂ ਬਾਈ ਤਲਵਾਰਾਂ ਦੇ ਨਾਲ ਹੋ ਰਿਹਾ। ਤੇ ਜੇ ਪੁਲਿਸ ਨੂੰ ਇਹ ਪਤਾ ਵੀ ਪਹਿਲਾਂ ਹੀ ਇਹ ਹਿਸਟਰੀ ਸ਼ੀਟਰ ਆ ਤੇ ਉਹਨਾਂ ਦੀ ਪੁਸ਼ਟ ਪੜਾਈ ਕੌਣ ਕਰਦਾ? ਮੈਂ ਸਮਝਦਾ ਵੀ ਪੋਲੀਟੀਕਲ ਲੋਕ ਕਰਦੇ, ਉਹ ਵੱਡੇ ਜੀ ਮੈਂ ਗॉट योर पॉइंट ਤੁਸੀਂ ਬੜੀ ਅੱਛੀ ਲਗਾਤਾਰ ਪਹਿਲਾਂ ਹਿਸਟਰੀ ਸ਼ੀਟਰ ਹੋ। ਤੇ ਮੈਂ ਥੋੜਾ ਜਿਹਾ ਬਿਕੋਜ਼ ਪਤਾ ਕੀ ਹੈ, ਥੋੜਾ ਟਾਈਮ ਲਿਮਿਟਡ ਹੈਗਾ। ਆਈ ਜਸਟ ਵਾਂਟ ਵੀ ਇੱਕ ਦੋ ਲਾਈਨਾਂ ਦੇ ਵਿੱਚ ਆਪਣੇ ਆਪ ਨੂੰ ਅਸੀਂ ਸਮ ਅਪ ਕਰੀਏ। ਕੀ ਹੈਗਾ ਅੱਜ ਦੀ ਜਿਹੜੀ ਮੀਟਿੰਗ ਹੈ, ਦਿਸ ਇਜ਼ ਨਾਟ ਜਸਟ ਲਾਈਕ ਇਟ ਡਿਬੇਟ, ਇਟ ਇਜ਼ ਜਸਟ ਲਾਈਕ ਵੀ ਹਾਂ ਅਸੀਂ ਸੋਲੂਸ਼ਨ ਵਾਲੇ ਪਾਸੇ ਕੀ ਸੋਚਣਾ ਹੈਗਾ, ਉਹਦੇ ਤੇ ਮੇਰਾ ਖਿਆਲ ਹੈ ਅਸੀਂ ਥੋੜਾ ਜ਼ਿਆਦਾ ਟਾਈਮ ਫੋਕਸ ਕਰਾਂਗੇ। ਹਜੇ ਸਿਰਫ ਅਸੀਂ ਇਹੋ ਇੰਟਰੋਡਕਟਰੀ ਪਾਰਟ ਹੀ ਹੈਗਾ ਵੀ ਵਾਕਈ ਜਿਸ ਤਰ੍ਹਾਂ ਮੈਂ ਸੋਚ ਰਿਹਾ ਕਿ ਤੁਸੀਂ ਵੀ ਇਸ ਸੋਚ ਨਾਲ ਸਹਿਮਤ ਹੋ, ਬਸ ਇਸ ਚੀਜ਼ ਦੀ ਮੈਂ ਜਾਣਨਾ ਚਾਹ ਰਿਹਾ ਵੀ ਪੜ੍ਹੇ ਲਿਖੇ ਲੋਕ ਜਿਹੜੇ ਇੰਟੈਲੈਕਚੁਅਲ ਲੋਕ ਨੇ ਉਹ ਰਾਜਨੀਤੀ ਦੇ ਵਿੱਚ ਖੁੱਲ ਕੇ ਅੱਗੇ ਨਹੀਂ ਆਉਂਦੇ। ਇਹ ਮੇਨ ਜਿਹੜਾ ਮੇਰਾ ਕੁਐਸਚਨ ਹੈਗਾ, ਇਹਦੇ ਬਾਰੇ ਤੁਹਾਡੇ ਪਰਸਨਲ ਕੀ ਪ੍ਰੀਵਿਊ ਨੇ, ਇਹ ਜਾਣਨਾ ਚਾਹ ਰਿਹਾ ਸੀ ਮੈਂ ਜੀ। ਹਰਜਿੰਦਰਪਾਲ ਜੀ ਤੁਸੀਂ ਪਲੀਜ਼ ਇਹਦੇ ਬਾਰੇ ਥੋੜਾ ਦੱਸਣਾ। ਹਰਜਿੰਦਰਪਾਲ ਕੌਰ ਜੀ ਮੇਰੇ ਖਿਆਲ ਸ਼ਾਇਦ ਆਨਲਾਈਨ ਨਹੀਂ ਹੈਗੇ। ਸ਼ੀਤਲ ਜੀ ਤੁਸੀਂ ਪਲੀਜ਼ ਦੱਸੋ ਥੋੜਾ ਜਿਹਾ ਇਹਦੇ ਬਾਰੇ। what I feel is ਵਿਕਰਮ ਜੀ, ਇਹ ਹਾਂਜੀ ਇਹ ਜਿਹੜਾ ਕ੍ਰਿਮੀਨਲਾਈਜੇਸ਼ਨ ਹੋ ਗਈ ਹੈ ਪੋਲਿਟਿਕਸ ਦੇ ਵਿੱਚ, ਪਹਿਲੇ ਕੁਝ ਲੀਡਰਸ ਨੇ ਆਪਣੇ ਕੋਲ ਕੁਝ ਕ੍ਰਿਮੀਨਲਸ ਰੱਖੇ ਹੁੰਦੇ ਸੀਗੇ, ਇੱਕ ਲੈਵਲ ਤੱਕ ਰੱਖਿਆ ਹੁੰਦਾ ਸੀ ਉਹਨਾਂ ਨੂੰ ਯੂਜ਼ ਕਰਦੇ ਸੀ, ਪਹਿਲੇ ਵੀ ਕਰਦੇ ਸੀਗੇ, ਪਰ ਹੁਣ ਉਹ ਕ੍ਰਿਮੀਨਲ ਸੀ ਜਿਹੜੇ ਆ ਨਾ ਇਹਨਾਂ ਦੇ ਗॉडਫਾਦਰ ਬਣ ਗਏ ਨੇ। ਉਹ ਕਿਉਂਕਿ ਇਹਨਾਂ ਨੂੰ ਫਾਈਨੈਂਸ ਇਹਨਾਂ ਇਲੈਕਸ਼ਨਸ ਕਾਸਟਲੀ ਹੋ ਗਏ ਨੇ, ਉਹ ਫਾਈਨੈਂਸਿੰਗ ਕਰਦੇ ਨੇ। ਜਦੋਂ ਇਹ ਫਾਈਨੈਂਸਿਸ ਲੈਂਦੇ ਨੇ ਉਹਨਾਂ ਦੇ, ਫਿਰ ਉਹਨਾਂ ਨੂੰ ਫੇਵਰਸ ਦਿੰਦੇ ਨੇ ਪਾਵਰ 'ਚ ਆਉਣ ਤੋਂ ਬਾਅਦ। ਅਗਰ ਇਹ ਸਿਸਟਮ ਅਸੀਂ ਇੱਥੇ ਕੰਟਰੋਲ ਕਰ ਲਈਏ ਇਲੈਕਸ਼ਨ ਦੇ ਸਿਸਟਮ ਦੇ ਉੱਤੇ, ਅਗਰ ਇਹਨਾਂ ਨੂੰ ਫਾਈਨੈਂਸਿੰਗ ਬੰਦ ਹੋਵੇ ਜਾਂ ਇਹ ਪੈਸਾ ਜਿਹੜਾ ਜ਼ਿਆਦਾ ਖਰਚਿਆ ਜਾ ਰਿਹਾ ਹਰ ਇਲੈਕਸ਼ਨ 'ਚ, ਚੰਗਾ ਆਦਮੀ ਦੇਖੋ ਸਾਰੀ ਉਮਰ ਲਗਾ ਕੇ ਆਪਣੇ ਆਪ ਨੂੰ ਖੜਾ ਕਰਦਾ, ਉਹ ਬਾਅਦ ਦੇ ਵਿੱਚ ਉਹਦੇ ਕੋਲ 1 ਕਰੋੜ ਰੁਪਇਆ ਜਾਂ 10 ਕਰੋੜ ਨਹੀਂ ਹੈਗਾ ਕਿਸੇ ਇਲੈਕਸ਼ਨ 'ਚ ਖਰਚਣਾ ਉੱਤੇ। ਔਰ ਇਹ ਕ੍ਰਿਮੀਨਲ ਇਸੇ ਗੱਲ ਕਰਕੇ ਜਿਹੜੀ ਆ ਮਨੀ ਹੈ, ਇਹ ਪਾਰਟੀਜ਼ ਵੀ ਨਹੀਂ ਦੇਖਦੀਆਂ ਕਿ ਇਹ ਪੈਸਾ ਕਿੱਥੋਂ ਸਪੈਂਡ ਕਰ ਰਿਹਾ। ਸੋ ਤੁਹਾਡੇ ਜਿੰਨਾ ਕਿ ਮੈਂ ਸਮਝ ਪਾ ਰਿਹਾ, ਤੁਹਾਡਾ ਭਾਵ ਹੈ ਵੀ ਜਿਹੜੇ ਅਪਰਾਧੀ ਪ੍ਰਵਿਰਤੀ ਦੇ ਜਿਹੜੇ ਲੋਕ ਨੇ ਉਹਨਾਂ ਕੋਲ ਇੰਨਾ ਕੁ ਪੈਸਾ ਹੁੰਦਾ ਵੀ ਜਿਹੜਾ ਦੇਸ਼ ਬਾਰੇ ਜਾਂ ਜ਼ਮੀਨ ਬਾਰੇ ਸੋਚਦਾ, ਉਹਦੇ ਕੋਲ ਇੰਨਾ ਮੌਕਾ ਨਹੀਂ ਮਿਲ ਪਾਉਂਦਾ ਵੀ ਉਹਨਾਂ ਨੂੰ ਕੰਪੀਟ ਕਰ ਸਕੇ ਬੇਸਿਕ, ਹਨਾ? ਉਹਨਾਂ ਮੌਕਾ ਨਹੀਂ ਮਿਲ ਜੀ। ਪ੍ਰਭਜੋਤ ਜੀ ਇਲੈਕਸ਼ਨ ਪ੍ਰੋਸੈਸ 'ਚ ਖੜੇ ਹੋਣ ਦੀ ਹਿੰਮਤ ਨਹੀਂ ਲਿਆ ਪਾਉਂਦਾ ਬੇਸਿਕਲੀ। ਇਟਸ ਅ ਵੈਰੀ ਗੁੱਡ ਪੁਆਇੰਟ ਜੀ। ਪ੍ਰਭਜੋਤ ਜੀ ਹਾਂਜੀ ਬਿਲਕੁਲ ਸਰ, ਪਹਿਲੇ 2 ਸਰੋਤਿਆਂ ਨੇ ਜਿਹੜੀ ਗੱਲ ਕਹੀ ਬਿਲਕੁਲ ਸਹੀ ਗੱਲ ਕਹੀ ਹੈ। ਸਾਡੇ ਇੱਥੇ ਮੈਂ ਲਾਈਵ ਐਗਜ਼ਾਮਪਲ ਦੱਸ ਦਿੰਦਾ ਕਿ ਸਾਡਾ ਟਾਊਨ ਬਹੁਤ ਪੋਲੀਟੀਕਲ ਹੈ। ਸਾਡੇ ਇੱਥੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਪ੍ਰਤਾਪ ਬਾਜਵਾ, ਫਤਿਹ ਜੰਗ ਸਿੰਘ ਬਾਜਵਾ, ਬਹੁਤ ਲੀਡਰ ਰਹਿੰਦੇ ਨੇ। ਤੇ ਮੈਂ ਬਚਪਨ ਤੋਂ ਉਹਨਾਂ ਨੂੰ ਓਬਜ਼ਰਵ ਕਰਦਾ ਆਇਆ ਕਿ ਉਹਨਾਂ ਨੇ ਸਪੈਸ਼ਲ ਆਪਣੀਆਂ ਕੋਠੀਆਂ ਦੀ ਬੈਕ ਸਾਈਡ ਤੇ ਕੋਠੀਆਂ 'ਚ ਮਤਲਬ ਰੱਖੇ ਨੇ ਆਪਣੇ ਸਟ੍ਰਾਈਕਮੈਨ ਹੁੰਦੇ ਜਿਹੜੇ ਇਹਨਾਂ ਦੇ ਠੇਕੇ ਚਲਾਉਣਗੇ, ਹੋਰ ਸਾਰੇ ਇਲੀਗਲ ਕੰਮ ਕਰਨ ਵਾਸਤੇ ਬੰਦੇ ਰੱਖੇ ਨੇ। ਉਹ ਇਹਨਾਂ ਨੂੰ ਵੱਡੇ ਫੰਡਸ, ਇਲੀਗਲ ਫੰਡਸ ਇਕੱਠੇ ਕਰਕੇ ਦਿੰਦੇ ਨੇ ਇਲੈਕਸ਼ਨਸ ਤੋਂ ਪਹਿਲਾਂ। ਉਹਨਾਂ ਨੂੰ ਪੁਲਿਸ ਅਰੈਸਟ ਵੀ ਕਰਦੀ ਆ ਕਈ ਵਾਰ, ਡੀਐਸਪੀਆਂ ਕਈਆਂ ਨੇ ਅਰੈਸਟ ਕੀਤਾ ਵਾ। ਕਿੰਨਾਂ ਦੇ ਫੋਨ ਹੁੰਦੇ ਆ, ਉਹੀ ਜਿਹੜੇ ਉਹਨਾਂ ਦੇ ਬੌਸਸ ਉੱਤੇ ਬੈਠੇ ਆ। ਉਹ ਜਿਹੜੇ ਇੱਥੋਂ ਦੇ ਬੰਦੇ, ਉਹਨਾਂ ਦੀ ਕੋਈ ਪੱਕੀ ਪਾਰਟੀ ਨਹੀਂ ਹੈਗੀ। ਕਦੀ ਉਹ ਕਾਂਗਰਸ ਜੁਆਇਨ ਕਰ ਲੈਂਦੇ ਆ, ਕਦੀ ਅਕਾਲੀ ਦਲ ਜੁਆਇਨ ਕਰ ਲੈਂਦੇ। ਜਿਹੜਾ ਉਹਨਾਂ ਨੂੰ ਛੁਡਾ ਦਿੰਦਾ ਵਾ ਉਹਨੂੰ ਉਹ ਜੁਆਇਨ ਕਰ ਲੈਂਦੇ ਆ। ਲੀਗਲ ਲਿਕੁਇਡ ਟ੍ਰੇਡ 'ਚ ਨੇ, ਡਰੱਗਸ ਦੇ ਵਿੱਚ ਨੇ, ਉਹਨਾਂ ਦੇ ਟਰਾਲੇ ਟਰੱਕ ਆ ਰਹੇ ਨੇ। ਸਾਨੂੰ ਪਤਾ ਹੁੰਦਾ ਵਾ RJ 13 ਨੰਬਰ ਟਰਾਲੇ ਰਾਤ ਐਂਟਰ ਹੋਏ
ਸਿਟੀ ਵਿੱਚ ਕਿੱਥੋਂ ਆ ਰਹੇ ਨੇ, ਰਾਜਸਥਾਨ ਤੋਂ ਟਰਾਲੇ ਆ ਰਹੇ ਨੇ, ਹੋਰ ਕੀ ਚੀਜ਼ਾਂ, ਮਤਲਬ ਸਾਡੀਆਂ ਅੱਖਾਂ ਸਾਹਮਣੇ ਹੋ ਰਿਹਾ। ਉਹਨਾਂ ਨੇ ਆਪਣੇ ਰੈਸਟੋਰੈਂਟਸ ਖੋਲ ਲਏ ਨੇ, ਆਪਣੇ ਟਰੱਕਿੰਗ ਬਿਜ਼ਨਸ ਖੋਲ ਲਏ ਨੇ, ਆਪਣੇ ਕਹ ਲਓ ਕਿ ਹਰ ਫੀਲਡ ਵਿੱਚ ਐਂਟਰ ਹੋ ਗਏ ਨੇ, ਆਪਣੇ ਕੰਮ ਖੋਲੇ, ਕਾਰੋਬਾਰ, ਬਿਕੋਜ਼ ਉਹ ਫੰਡਿੰਗ ਕਰਦੇ ਨੇ ਮੰਤਰੀ ਉਹਨਾਂ ਆਮ ਬੰਦਾ ਸੋਚਦਾ ਕਿ ਅਸੀਂ ਇਹਨਾਂ ਦੇ ਨਾਲ ਮੱਥਾ ਲੈਣਾ ਹੀ ਕਿਉਂ ਆ, ਇਹਨਾਂ ਨੇ ਤੇ ਦਿਨ ਦਿਹਾੜੇ ਬਾਜ਼ਾਰ 'ਚ ਵੀ ਸਾਨੂੰ ਕੁੱਟ ਜਾਣਾ, ਮਾਰ ਜਾਣਾ, ਅਸੀਂ ਕਿਉਂ ਇਹਨਾਂ ਦੇ ਖਿਲਾਫ ਬੋਲੀਏ ਖੁੱਲ ਕੇ। ਠੀਕ ਹੈ, ਮਤਲਬ ਕਿ ਇੱਕ ਡਰ ਦਾ ਮਾਹੌਲ ਪੈਦਾ ਹੋ ਜਾਂਦਾ ਹੈ ਜੀ। ਡਾਕਟਰ ਸੁਰਿੰਦਰ ਜੀ, ਡਰ ਦਾ ਵੀ ਮਾਹੌਲ ਹੈ, ਆਮ ਬੰਦੇ ਨੂੰ ਤੇ ਆਪਣਾ ਹੀ ਘਰ ਹੀ ਮਹਾਂ ਚਲਾ ਰਿਹਾ। ਹਾਂਜੀ ਜੀ, ਸੁਰਿੰਦਰ ਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? Are you online? ਜੀ ਸੁਰਿੰਦਰ ਜੀ, ਆਵਾਜ਼ ਤੁਹਾਡੀ ਘੱਟ ਇਹਨਾਂ ਨੂੰ ਆ ਰਹੀ ਹੈ। ਅਨਮਿਊਟ ਕਹਿ ਦਿਓ ਪਲੀਜ਼ ਦੂਸਰੇ ਜਾਨੇ ਉਹਨਾਂ ਚਿਰ ਮਿਊਟ ਕਰ ਲਿਆ ਕਰੋ ਜਿਹਦਾ ਨਾਮ ਲਵੇ ਉਹ ਹੀ ਅਨਮਿਊਟ ਰੱਖੇ, ਸੋ ਦੈਟ ਜਿਹੜੀ ਆਪਸ ਦੇ ਵਿੱਚ ਨਾ ਕੋਈ ਕਿਓਸ ਨਾ ਕ੍ਰੀਏਟ ਹੋਵੇ। ਦੂਸਰੇ ਮਿਊਟ ਕਰ ਲਓ ਪਲੀਜ਼। ਜੀ ਸੁਰਿੰਦਰ ਜੀ ਤੁਸੀਂ ਬੋਲੋ ਪਲੀਜ਼। ਜੀ ਐਕਚੁਅਲੀ ਜਿੰਨਾ ਵੀ ਮਸਲਾ ਵਾ ਨਾ ਸਾਰਾ ਆਰਥਿਕਤਾ ਦੇ ਨਾਲ ਜੁੜਿਆ ਹੋਇਆ ਵਾ, ਤੇ ਜਿਹੜੀ ਰਾਜਨੀਤੀ ਆ ਜਾਂ ਸੱਤਾ ਵਾ ਉਹ ਇੰਨੀ ਜ਼ਿਆਦਾ ਮਹਿੰਗੀ ਕ੍ਰੀਏਟ ਕਰ ਦਿੱਤੀ ਆ ਕਿ ਇਹਦੇ ਵਿੱਚ ਸੱਤਾ ਭੋਗਣੀ ਹੁਣ ਔਖੀ ਹੋ ਚੁੱਕੀ ਆ। ਤਾਂ ਸੱਤਾ ਭੋਗਣ ਦੇ ਲਾਲਚ ਦੇ ਵਿੱਚ ਜਿਹੜੇ ਲੋਕ ਆਰਥਿਕ ਪੱਖ ਤੋਂ ਵੀ ਕਮਜ਼ੋਰ ਨੇ ਉਹ ਹਰ ਅਨਵਾਂਟਡ ਤਰੀਕਾ ਅਪਣਾ ਰਹੇ ਨੇ ਕਿ ਉਹ ਜਿਹੜੇ ਨੇ ਕੈਪੇਬਲ ਹੋ ਸਕਣ, ਕਿਉਂਕਿ ਸੱਤਾ ਹਾਸਲ ਕਰਨੀ ਹੁਣ ਇੱਕ ਵੱਡੀ ਅਜ਼ਾਰੇਦਾਰੀ ਦੀ ਗੱਲ ਬਣ ਗਈ ਹੋਈ ਆ, ਬਹੁਤ ਮਹਿੰਗੀ ਸਿਆਸਤ ਹੋ ਚੁੱਕੀ ਹੈ। ਤਾਂ ਉਸ ਸ਼ਕਤੀ ਤੱਕ ਪਹੁੰਚਣ ਦੇ ਲਈ ਉਹ ਹਰ ਹੱਥਕੱਡਾ ਅਪਣਾਉਂਦੇ ਪਏ ਆ, ਜਿਹਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀਆਂ ਸਰਕਾਰਾਂ ਫੇਲ ਹੋਣ ਡੀਆਂ ਨੇ, ਤੇ ਆਮ ਆਦਮੀ ਦੇ ਸਾਹਮਣੇ ਇਹ ਸਭ ਤੋਂ ਵੱਡੀ ਇੱਕ ਮੇਜਰ ਪ੍ਰੋਬਲਮ ਉੱਭਰ ਕੇ ਸਮਾਜ ਦੇ ਵਿੱਚ ਸਾਹਮਣੇ ਆਉਣ ਡਈ ਆ ਕਿ ਜਿਹੜੇ ਗੈਂਗਸਟਰ ਨੇ ਉਹਨਾਂ ਦੀ ਮਹਿਮਾ ਹੋਣ ਡਈ ਆ, ਜਾਂ ਜਿਹੜੇ ਮਤਲਬ ਉਹ ਲੋਕ ਨੇ ਜਿਹੜੇ ਕ੍ਰਿਮੀਨਲਸ ਨੇ ਉਹਨਾਂ ਦੀ ਮਹਿਮਾ ਹੋ ਰਹੀ ਆ, ਕਿਉਂਕਿ ਅਸਲ ਦੇ ਵਿੱਚ ਇਹ ਜਿਹੜੇ ਲੋਕ ਨੇ ਆਰਥਿਕਤਾ ਵੀ ਉਹਨਾਂ ਤੋਂ ਗ੍ਰਹਿਣ ਕਰਦੇ ਪਏ ਨੇ, ਸੱਤਾ ਵੀ ਉਹਨਾਂ ਤੋਂ ਗ੍ਰਹਿਣ ਕਰਦੇ ਪਏ ਨੇ, ਸ਼ਕਤੀ ਵੀ ਉਹਨਾਂ ਤੋਂ ਗ੍ਰਹਿਣ ਕਰਦੇ ਪਏ ਨੇ। ਸੋ ਇਹ ਇਸ ਸਮੇਂ ਜਿਹੜਾ ਵਾ ਨਾ ਰਾਜਨੀਤਿਕ ਸਿਸਟਮ ਦਾ ਇੱਕ ਓਲਾ ਬਣ ਗਿਆ ਹੋਇਆ ਵਾ ਕਿ ਇਹਨਾਂ ਦੀ ਛਤਰ ਛਾਇਆ ਹੇਠਾਂ ਰਾਜਨੀਤਿਕ ਪਲਦੇ ਪਏ ਨੇ, ਤੇ ਰਾਜਨੀਤਿਕਾਂ ਦੀ ਛਤਰ ਛਾਇਆ ਦੇ ਹੇਠਾਂ ਇਹ ਅਪਰਾਧਿਕ ਸਿਸਟਮ ਪਲਦਾ ਪਿਆ ਵਾ। ਤੇ ਜੇ ਹੁਣ ਆਪਾਂ ਇਹ ਕਹੀਏ ਕਿ ਇਹ ਦੋਵੇਂ ਚੀਜ਼ਾਂ ਜਿਹੜੀਆਂ ਨੇ ਇੱਕ ਹੀ ਸਿੱਕੇ ਦੇ ਦੋ ਪਹਿਲੂ ਬਣ ਗਈਆਂ ਹੋਈਆਂ ਵਾ, ਤੇ ਆਪਾਂ ਨੂੰ ਇਸ ਚੀਜ਼ ਨੂੰ ਸਮਝਣ ਦੀ ਲੋੜ ਆ। ਹੁਣ ਜਿੱਥੇ ਆਮ ਆਦਮੀ ਪਾਰਟੀ ਕੰਮ ਕਰ ਰਹੇ ਆ, ਆਪਾਂ ਸਾਰੇ ਜਣੇ ਜਿੱਥੇ ਗੱਲ ਕਰਦੇ ਪਏ ਆ, ਅਸਲ ਦੇ ਵਿੱਚ ਇਹਨਾਂ ਸਾਰਿਆਂ ਦੇ ਹਜੇ ਸੁਪਨਿਆਂ ਦੇ ਵਿੱਚ ਵੀ ਇਹ ਸਾਰਾ ਕੁਝ ਨਹੀਂ ਆ, ਬਿਕੋਜ਼ ਆਮ ਆਦਮੀ ਪਾਰਟੀ ਦੇ ਵਿੱਚ ਹਰ ਇੱਕ ਬੰਦਾ ਜਿਹੜਾ ਵਾ ਉਹ ਨਾਰਮਲ ਸੋਸ਼ਲ ਟੈਂਡੈਂਸੀ ਵਾਲਾ ਬੰਦਾ ਵਾ, ਜਿਹਦੇ ਵਿੱਚ ਧਰਮ ਭਾਰੂ ਆ ਕਿ ਮੈਂ ਚੰਗੇ ਰੱਬ ਦਾ ਚੰਗਾ ਬੰਦਾ ਵਾਂ। ਜੀ ਜੀ ਜੀ, ਮੇਰੇ ਖਿਆਲ ਵਿੱਚੋਂ ਨੈਟਵਰਕ ਦਾ ਇਸ਼ੂ ਹੋ ਗਿਆ ਜੀ। ਦਮਨ ਜੀ ਕਾਫੀ ਹੱਦ ਤੱਕ ਉਹ ਆਪਣੀ ਗੱਲ ਕਹਿ ਗਏ ਨੇ। ਦਮਨ ਜੀ ਤੁਸੀਂ ਪਲੀਜ਼ ਆਪਣਾ ਦੱਸੋ, ਆਪਣੇ ਵਿਊਜ਼ ਰੱਖੋ ਇਹਦਾ। ਹਾਂਜੀ ਜੀ ਕਾਫੀ ਕੁਝ ਸਾਰਿਆਂ ਨੇ ਦੱਸਤਾ ਜੀ, ਬਿਲਕੁਲ ਠੀਕ ਕਹਿ ਰਹੇ ਜੀ। ਮੈਂ ਤਾਂ ਇਹ ਕਹਿਣਾ ਚਾਹੁੰਦਾ ਵੀ ਇਸ ਵੇਲੇ ਸਾਡੇ ਇੰਡੀਆ ਦੇ ਪੰਜਾਬ ਦੇ ਹਾਲਾਤ ਜਿਹੜੇ ਆ ਬੜੇ ਚਿੰਤਾਜਨਕ ਨੇ। ਇਟ ਕੈਨ ਲੀਡ ਟੂ ਅ ਸਿਵਲ ਵਾਰ। ਜੋ ਹਾਲਾਤ ਬਣ ਰਹੇ ਨੇ, ਪੋਲੀਟੀਕਲ ਕੰਮ ਜਿਹੜਾ ਇਸ ਵੇਲੇ ਮਸਲ ਪਾਵਰ ਤੋਂ ਬਗੈਰ ਨਹੀਂ ਮੁਮਕਿਨ ਹੈ, ਤੇ ਆਮ ਬੰਦੇ ਨੂੰ ਜਗਾਉਣਾ ਪਏਗਾ। ਨਹੀਂ ਤੇ ਮੈਂ ਇਹ ਗੱਲ ਇੱਥੇ ਕਹਿ ਰਿਹਾ ਜੀ, ਜੋ ਹਾਲਾਤ ਬਣ ਰਹੇ ਨੇ ਬਹੁਤ ਚਿੰਤਾਜਨਕ ਨੇ। ਕੋਈ ਬੰਦਾ ਜਿਹੜਾ ਆਵਾਜ਼ ਉਠਾਉਂਦਾ ਹੈ ਐਂਡ ਹੀ ਹੈਜ਼ ਟੂ ਫੇਸ ਕਨਸੀਕੁਐਂਸਿਸ। ਸਰਕਾਰਾਂ ਕਿਵੇਂ ਦੱਬ ਦਿੰਦੀਆਂ ਨੇ ਮੈਨੂੰ ਦੱਸਣ ਦੀ ਲੋੜ ਨਹੀਂ ਹੈ। ਇਸ ਕਰਕੇ ਇੱਕ ਆਮ ਬੰਦੇ ਨੂੰ ਅੱਗੇ ਆਉਣ ਦੇ ਵਿੱਚ ਇੰਡੀਆ ਦੇ ਵਿੱਚ ਬਹੁਤ ਮੁਸ਼ਕਿਲ ਕੰਮ ਹੈ। ਉਹ ਇੱਕ ਅੱਗੇ ਆ ਹੀ ਨਹੀਂ ਸਕਦਾ ਜਦੋਂ ਤੱਕ ਉਹਨੂੰ ਪਬਲਿਕ ਸਪੋਰਟ ਨਹੀਂ ਹੈ। ਜੇ ਪਬਲਿਕ ਅਵੇਅਰ ਹੋਏਗੀ ਤਾਂ ਹੀ ਪੋਲੀਟੀਕਲ ਸਿਸਟਮ ਸੁਧਰ ਸਕਦਾ ਹੈ। ਜਦੋਂ ਤੱਕ ਆਪਾਂ ਕ੍ਰਿਮੀਨਲ ਲੋਕਾਂ ਨੂੰ, ਕਿਉਂਕਿ ਮੈਂ ਦੇਖੋ ਲੀਗਲ ਬੈਕਗ੍ਰਾਉਂਡ ਤੋਂ ਬਿਲੋਂਗ ਕਰਦਾ, ਆਵਰ ਲਾ ਪਨਿਸ਼ ਦੀ ਕ੍ਰਿਮੀਨਲ ਮਾਈਂਡ ਨੂੰ ਪਨਿਸ਼ ਕਰਦਾ ਹੈ। ਬਟ ਕ੍ਰਿਮੀਨਲ ਬੰਦੇ ਲੈਜਿਸਲੇਟ 'ਚ ਜਾਂਦੇ ਨੇ ਐਂਡ ਦੇ ਮੇਕ ਸੱਚ ਜਿਹੜੇ ਆ ਇਹ ਫਲॉलेस ਜਿਹੜੇ ਲਾਜ਼ ਬਣ ਜਾਂਦੇ ਨੇ ਕ੍ਰਿਮੀਨਲ ਲੋਕਾਂ ਦੇ ਆਉਣ ਨਾਲ। ਜੋ ਦੇਖ ਰਹੇ ਆਪਾਂ ਕੀ ਹੋ ਰਿਹਾ ਸਾਡੀ ਕੰਟਰੀ ਦੇ ਵਿੱਚ, ਕਿਉਂਕਿ ਇੱਕ ਚੰਗੀ ਸੋਚ, ਇੱਕ ਵਧੀਆ ਸੋਚ ਦੇ ਬੰਦੇ ਜਿਹੜੇ ਸਾਡੇ ਪਾਰਲੀਮੈਂਟ 'ਚ ਨਹੀਂ ਨੇ, ਜਿਸ ਕਰਕੇ ਇਹ ਜਿਹੜੀ ਆ ਆਪਣਾ ਦੇਸ਼ ਨਿਗਾਰ ਵੱਲ ਜਾ ਰਿਹਾ। ਇਹ ਕਾਫੀ ਚਿੰਤਾ। ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ। ਜਿਸ ਤਰ੍ਹਾਂ ਦੱਸਿਆ ਵੀ ਉਹ ਜਿਸ ਤਰ੍ਹਾਂ ਕਹਿੰਦੇ ਆ ਨਾ ਵੀ ਤਾਲਾ ਸ਼ਰੀਫਾਂ ਵਾਸਤੇ ਚੋਰਾਂ ਲਈ ਕੋਈ ਤਾਲਾ ਨਹੀਂ ਹੈ, ਇਸੇ ਤਰ੍ਹਾਂ ਵੀ
ਜਿਹੜਾ ਅੱਜ ਦੀ ਟਾਈਮ ਦੇ ਵਿੱਚ ਕਾਨੂੰਨ ਬਿਲਕੁਲ ਜੀ, ਹੈ ਬਿਲਕੁਲ। ਉਹ ਕ੍ਰਿਮੀਨਲਸ ਦੇ ਹੱਥਾਂ 'ਚ ਖੇਡਣ ਵਾਸਤੇ ਸ਼ਰੀਫ ਬੰਦੇ ਲਈ ਜ਼ਰੂਰ ਕਾਨੂੰਨ ਹੈਗਾ, ਬਟ ਇਹ ਕ੍ਰਿਮੀਨਲ ਮਾਈਂਡਡ ਬੰਦੇ ਲਈ ਕੋਈ ਕਾਨੂੰਨ ਨਹੀਂ। ਬਿਲਕੁਲ ਜੀ, ਬਿਲकुल, ਜੀ बिल्कुल, ਜੀ, बिल्कुल। ਥੈਂਕ ਯੂ ਸੋ ਮਚ। ਅੱਛਾ ਹਰਜਿੰਦਰ ਕੌਰ ਜੀ, Police is acting, हाँ जी। ਹਾਂ ਜੀ, ਆਪਾਂ ਇਹਦੇ ਸੋਲੂਸ਼ਨ ਦੀ ਵੀ ਆਪਾਂ ਗੱਲ ਕਰਾਂਗੇ। ਹਰਜਿੰਦਰਪਾਲ ਕੌਰ ਜੀ, ਤੁਸੀਂ ਰਹਿ ਗਏ ਸੀਗੇ ਜੀ। ਹਾਂਜੀ ਜੀ, ਥੈਂਕ ਯੂ ਜੀ। ਹਾਂ ਹਾਂ, ਤੁਸੀਂ ਤੁਸੀਂ ਮੈਨੂੰ ਅੰਮ੍ਰਿਤਸਰ ਮੌਕਾ ਤੋਂ ਦਿੱਤਾ ਤੁਹਾਡੀ ਬੋਲਣ ਇੰਟਰੋਡਕਸ਼ਨ ਦਾ। ਨਾਲ ਆਵਾਜ਼ ਕੱਟੀ ਤੇ ਗਈ ਸੀ, ਥੋੜਾ ਜਿਹਾ ਸਾਡੀ ਆਪਣੇ ਬਾਰੇ ਦੱਸ ਦਿਓ ਪੋਲਿਟਿਕਸ ਜਰਾ। ਤੇ ਜੀ ਹਾਂਜੀ, ਮੈਂ ਅੰਮ੍ਰਿਤਸਰ ਤੋਂ ਹਾਂ ਜੀ। ਸਾਡੀ ਸਰਕਾਰਾਂ ਨੇ ਜਿੱਥੇ ਡੈਮੋਕ੍ਰੇਸੀ ਦੀ ਡੈਫੀਨੇਸ਼ਨ ਬਦਲ ਦਿੱਤੀ, ਉੱਥੇ ਪੋਲਿਟਿਕਸ ਦੀ ਵੀ ਬਦਲ ਦਿੱਤੀ ਹੈ। ਸਾਡਾ ਸਿਰਫ ਤੇ ਸਿਰਫ ਇੱਕ ਤਾਨਾਸ਼ਾਹੀ ਦਾ ਰਾਜ ਜਿਹੜਾ ਉਹ ਕਿਹਾ ਜਾਂਦਾ, ਗਰੀਬ ਬੰਦਾ ਤੇ ਕੀ ਐਜੂਕੇਟਡ ਵੀ ਕੀ ਆ, ਉਹਨੂੰ ਉੱਪਰ ਨਹੀਂ ਉੱਠਣ ਦਿੱਤਾ ਜਾਂਦਾ। ਸੋ ਇਸ ਕਰਕੇ ਜਿਹੜਾ ਪੜ੍ਹਿਆ ਲਿਖਿਆ ਪਰਸਨ ਆ ਉਹ ਸੋਚਦਾ ਕਿ ਠੀਕ ਹੈ ਆਪਣੀ ਰੋਜ਼ੀ ਰੋਟੀ ਕਮਾਓ ਤੇ ਉੱਥੇ ਹੀ ਠੀਕ ਆ। ਜੇ ਕੋਈ ਸ਼ਖਸ ਪੜ੍ਹਿਆ ਲਿਖਿਆ ਅਸੀਂ ਦੇਖਿਆ ਆ ਕਿਸੇ ਵੀ ਪਾਰਟੀ 'ਚ ਲਗਾ ਲਓ, ਮੈਂ ਮੈਂਸ਼ਨ ਨਹੀਂ ਕਰਾਂਗੀ, ਜੁਆਇਨ ਕਰਦਾ ਵੀ ਆ, ਮਿਹਨਤ ਵੀ ਕਰਦਾ ਆ, ਪੱਲਿਓਂ ਪੈਸਾ ਖਰਚ ਕੇ ਕੁਝ ਕਰਦਾ ਵੀ ਆ, ਤੇ ਉਹਨੂੰ ਵੀ ਹਾਈ ਕਮਾਂਡ ਜਿਹੜੀਆਂ ਨੇ ਉੱਪਰ ਨਹੀਂ ਆਉਣ ਦਿੰਦੀਆਂ, ਤਾਂ ਫਿਰ ਉਹ ਫਿਜ਼ੀਕਲੀ ਵੀ, ਮੈਂਟਲੀ ਵੀ ਔਰ ਆਰਥਿਕ ਪੱਖੋਂ ਵੀ ਜਿਹੜੇ ਨੇ ਉਹ ਡਿੱਗ ਜਾਂਦੇ ਨੇ। ਸੋ ਇਸ ਕਰਕੇ ਇਹ ਸਾਰਾ ਕੁਝ ਹੀ ਜੋ ਸਿਸਟਮ ਬਹੁਤ ਮਾੜਾ ਆ। ਅਸੀਂ ਜਿਵੇਂ ਹੁਣੇ ਮੇਰੇ ਵੀਰ ਜੀ ਨੇ ਦੱਸਿਆ ਕਿ ਇੰਨਾ ਕ੍ਰਾਈਮ ਵੱਧ ਗਿਆ, ਇੰਨਾ ਕੁਝ ਹੋ ਰਿਹਾ, ਮਤਲਬ ਤੁਸੀਂ ਆਪਣੇ ਘਰ ਦੀ ਗਲੀ ਦੇ ਵਿੱਚ ਵੀ ਬਾਹਰ ਨਹੀਂ ਖਲੋ ਸਕਦੇ, ਮਤਲਬ ਇੰਨੀ ਵੀ ਤੁਹਾਨੂੰ ਸਿਕਿਉਰਿਟੀ ਨਹੀਂ ਹੈਗੀ। ਕਿ ਸਨੈਚਿੰਗ ਦੀ ਪ੍ਰੋਬਲਮ ਆ, ਹੋਰ ਵੀ ਕਈ ਤਰ੍ਹਾਂ ਦੀਆਂ ਨੇ। ਥੋੜੇ ਦਿਨ ਪਹਿਲੇ ਹੀ ਸਾਡੇ ਇੱਥੇ ਰੋਡ ਦੇ ਉੱਤੇ ਹੀ ਛੋਟੀ ਜੀ ਲੜਕੀ ਸ਼ਾਪ 'ਚ ਬੈਠੀ ਸੀ ਔਰ ਉਹਨੂੰ ਮਤਲਬ ਪਤਾ ਨਹੀਂ ਕੀ ਗੱਲੇ 'ਚੋਂ 100 ਜਾਂ 200 ਰੁਪਇਆ ਲੈਣ ਵਾਸਤੇ ਉਹਨੂੰ ਕੱਟ ਕੇ ਵੱਢ ਕੇ ਕਿਰਪਾਨ ਦੇ ਨਾਲ ਸੁੱਟ ਗਏ। ਸੋ ਇਹਦਾ ਬਹੁਤ ਸਿਸਟਮ ਬਹੁਤ ਮਾੜਾ ਹੋ ਗਿਆ, ਇਹਨੂੰ ਚੇਂਜ ਕਰਨ ਦੀ ਲੋੜ ਆ। ਤੁਸੀਂ ਮਤਲਬ ਕਿ ਐਜੂਕੇਟਡ ਪਰਸਨਸ ਨੂੰ ਆਉਣਾ ਚਾਹੀਦਾ ਅੱਗੇ। ਜੀ ਤੁਸੀਂ ਇਹ ਮੇਨ ਤੇ ਗੱਲ ਇਹੋ ਨਿਕਲ ਕੇ ਆ ਰਹੀ ਹੈ ਵੀ ਕ੍ਰਿਮੀਨਲਾਈਜੇਸ਼ਨ ਜ਼ਿਆਦਾ ਹੋ ਰਹੀ, ਕਿਉਂਕਿ ਜਿਨ੍ਹਾਂ ਨਾਲ ਵੀ ਆਪਾਂ ਗੱਲ ਕੀਤੀ ਹੈ ਮੇਨ ਇਹੋ ਆ ਰਿਹਾ ਵੀ ਕ੍ਰਿਮੀਨਲਾਈਜੇਸ਼ਨ ਬਹੁਤ ਜ਼ਿਆਦਾ ਹੋ ਚੁੱਕੀ ਹੋਈ ਹੈ। ਔਰ ਜਿਹੜੇ ਕ੍ਰਿਮੀਨਲਸ ਨੇ ਉਹਨਾਂ ਦੇ ਹੱਥ 'ਚ ਇੰਨਾ ਕੁ ਪੈਸਾ ਹੈ ਵੀ ਆਮ ਬੰਦਾ ਉਹਦੇ ਲਈ ਉਹਨੂੰ ਫਾਈਟ ਕਰਨ ਬਾਰੇ ਸੋਚਦਾ ਵੀ ਨਹੀਂ ਪਿਆ। ਤੁਸੀਂ ਬਿਲੀਵ ਕਰੋ ਵੀ ਅੱਜ ਦੀ ਜਿਹੜਾ ਮੀਟਿੰਗ ਦੀ ਕਾਲ ਸੀਗੀ, ਬੜੀ ਜਿਹੜਾ ਇੰਪੋਰਟੈਂਟ ਵਿਸ਼ਾ ਮੈਂ ਸਮਝ ਕੇ ਕੀਤੀ ਸੀਗੀ, ਮੈਂ ਬੜੇ ਗਰੁੱਪਸ 'ਚ ਵੀ ਸ਼ੇਅਰ ਕੀਤਾ ਔਰ ਪਰਸਨਲੀ ਵੀ ਮੈਂ ਕਈ ਲੋਕਾਂ ਨੂੰ ਸੈਂਡ ਕੀਤਾ। ਬਟ ਤੁਸੀਂ ਦੇਖ ਰਹੇ ਹੋ ਵੀ ਸਿਰਫ 6 ਜਾਣੇ ਇੱਕ ਹੋਰ ਵਰੁਣ ਕੁਮਾਰ ਜੀ ਆ ਗਏ ਨੇ, ਇੱਕ ਹੋਰ ਜਾਣੇ, ਮਤਲਬ ਕਿ ਸਿਰਫ ਇੰਨੇ ਕੀ ਹੀ ਲੋਕਾਂ ਨੇ ਜੁਆਇਨ ਕੀਤਾ। ਵੈਲਕਮ ਵਰੁਣ ਜੀ, ਇਹ ਵੀ ਆਮ ਆਦਮੀ ਪਾਰਟੀ ਦੇ ਬੜੇ ਪੁਰਾਣੇ ਵਰਕਰ ਨੇ। ਤੇ ਇਹ ਹੈ ਵੀ ਅੱਜ ਦੇ ਡੇਟ ਦੇ ਵਿੱਚ ਤੁਸੀਂ ਦੇਖੋ ਵੀ ਲੋਕਾਂ ਦਾ ਪੋਲਿਟਿਕਸ ਦੇ ਵਿੱਚ ਇੰਟਰਸਟ ਹੀ ਬਿਲਕੁਲ ਖਤਮ ਹੋ ਚੁੱਕਾ ਹੈ, ਜੋ ਮੈਂ ਇਸ ਚੀਜ਼ ਨੂੰ ਨੋਟਿਸ ਕਰ ਰਿਹਾ, ਪਰਸਨਲੀ ਵੀ ਦੇਖ ਰਿਹਾ। ਕਿਉਂਕਿ ਥੋੜਾ ਮੀਟਿੰਗ ਤੋਂ ਪਹਿਲਾਂ ਪੜ੍ਹੇ ਹੀ ਲਿਖੇ ਲੋਕਾਂ ਦਾ। ਹਾਂ, ਜਸਟ ਆਈ ਗॉट ਅ ਕਾਲ ਫਰੋਮ ਮਾਈ ਡਾਕਟਰ, ਸੀਨੀਅਰ ਡਾਕਟਰ ਵੱਲੋਂ ਕਾਲ ਮੈਂ ਰਿਸੀਵ ਕੀਤੀ ਤੇ ਉਹ ਵੀ ਕਹਿੰਦਾ ਆਈ ਐਮ ਲੀਸਟ ਇੰਟਰਸਟਡ ਇਨ ਪੋਲਿਟਿਕਸ। ਤੋ ਮੈਂ ਇਹ ਚੀਜ਼ ਸੋਚ ਰਿਹਾ ਸੀ ਕਿ ਵੀ ਕਿਹੋ ਜਿਹਾ ਮਾਹੌਲ ਅਸੀਂ ਬਣਾ ਸਕੀਏ। ਦੇਖੋ ਜਦੋਂ ਵੀ ਕੋਈ ਆਸੇ-ਪਾਸੇ ਕੋਈ ਵੀ ਮਾਹੌਲ ਖਰਾਬ ਹੋਇਆ ਹੁੰਦਾ, ਕਿਤੇ ਨਾ ਕਿਤੇ ਤੇ ਸਾਨੂੰ ਆਵਾਜ਼ ਚੁੱਕਣੀ ਪਏਗੀ, ਕਿਤੇ ਨਾ ਕਿਤੇ ਸ਼ੁਰੂਆਤ ਸਾਨੂੰ ਕਰਨੀ ਹੀ ਪਏਗੀ। ਹੁਣ ਜਿਹੜੀ ਪੜ੍ਹੀ ਲਿਖੀ ਕਮਿਊਨਿਟੀ ਹੈ, ਡਾਕਟਰਸ ਹੈ, ਇੰਜੀਨੀਅਰਸ ਹੈ ਜਾਂ ਐਡਵੋਕੇਟਸ ਨੇ, ਮੈਂ ਇਹ ਨਹੀਂ ਕਹਿੰਦਾ ਇਹਨਾਂ ਕੋਲ ਪੈਸਾ ਨਹੀਂ ਹੈਗਾ, ਇਹਨਾਂ ਕੋਲ ਵੀ ਕਾਫੀ ਪੈਸਾ ਹੈਗਾ। ਜੇ ਇੱਕ ਪਾਸੇ ਇੱਕ ਮੁਹੱਲੇ ਦੇ ਵਿੱਚ ਜਾਂ ਮੰਨ ਲਓ ਇੱਕ ਹਲਕੇ ਦੇ ਵਿੱਚ ਇੱਕ ਕ੍ਰਿਮੀਨਲ ਬੰਦਾ ਖਲੋਤਾ, ਜੇ ਉਸ ਇਲਾਕੇ ਦੇ ਪੜ੍ਹੇ ਲਿਖੇ ਲੋਕ ਆਪਣਾ ਥੋੜਾ ਵੀ ਯੋਗਦਾਨ ਪਾਉਣ ਤੇ ਮੇਰਾ ਖਿਆਲ ਇੰਨਾ ਕੁ ਜ਼ਿਆਦਾ ਪੈਸਾ ਇਕੱਠਾ ਕਰ ਸਕਦੇ ਆ ਵੀ ਉਹਦੇ ਲਈ 10% ਵੀ ਕ੍ਰਿਮੀਨਲ ਉਹ ਇਕੱਠਾ ਨਹੀਂ ਕਰ ਪਾਉਂਦਾ। ਰੀਜ਼ਨ ਕੀ ਹੈਗਾ ਵੀ ਇੰਨੇ ਲੋਕਾਂ ਨੂੰ ਅਸੀਂ ਇਕੱਠਾ ਕਿਸ ਤਰ੍ਹਾਂ ਕਰਨਾ, ਉਹਨਾਂ ਲਈ ਮਾਹੌਲ ਕਿਹੋ ਜਿਹਾ ਆਪਾਂ ਕ੍ਰੀਏਟ ਕਰੀਏ। ਇਹ ਜਿਹੜਾ ਲਾਸਟ ਵਾਲਾ ਜਿਹੜਾ ਕੁਐਸਚਨ ਸੀਗਾ, ਮੇਨ ਮਕਸਦ ਇਹੋ ਸੀਗਾ ਵੀ ਅਸੀਂ ਸਿਰਫ ਪ੍ਰੋਬਲਮਸ, ਤੁਹਾਨੂੰ ਸਾਰਿਆਂ ਨੂੰ ਪਤਾ, ਮੈਨੂੰ ਵੀ ਪਤਾ, ਪ੍ਰੋਬਲਮਸ ਸਭ ਨੂੰ ਪਤਾ ਹੈਗਾ, ਲੇਕਿਨ ਅਸੀਂ ਅੱਜ ਦਾ ਜਿਹੜਾ ਮੇਨ ਵਿਸ਼ਾ ਜਿਹੜਾ ਮੀਟਿੰਗ ਦਾ ਉਹ ਇਹ ਹੈਗਾ ਵੀ ਅਸੀਂ ਹੱਲ ਬਾਰੇ ਗੱਲ ਕਰੀਏ, ਵੀ ਅਸੀਂ ਮਾਹੌਲ ਕਿਹੋ ਜਿਹਾ ਕ੍ਰੀਏਟ ਕਰੀਏ ਵੀ ਤਾਂ ਕਿ ਜਿਹੜੇ ਡਾਕਟਰਸ ਨੇ, ਇੰਜੀਨੀਅਰਸ ਨੇ ਜਾਂ ਪੜ੍ਹੇ ਲਿਖੇ ਲੋਕ ਨੇ, ਐਜੂਕੇਸ਼ਨਿਸਟ ਨੇ, ਉਹ ਕੰਫਰਟੇਬਲ ਮਹਿਸੂਸ ਕਰਨ ਵੀ ਹਾਂ ਸਾਨੂੰ ਪੋਜੀਸ਼ਨ ਮਿਲ ਰਹੀ ਹੈ ਜਾਂ ਸਾਨੂੰ ਇੱਕ ਐਸਾ ਪਲੇਟਫਾਰਮ ਮਿਲ ਰਿਹਾ ਵੀ ਜਿੱਥੋਂ ਅਸੀਂ ਵਾਕਈ ਹੀ ਪੋਲਿਟਿਕਸ ਦੇ ਵਿੱਚ ਆਪਾਂ ਜਾ ਸਕਦੇ ਹਾਂ। ਕਿਉਂਕਿ ਜਿੰਨਾ ਚਿਰ ਤੱਕ ਇਹੋ ਜਿਹੇ ਲੋਕ ਪੋਲਿਟਿਕਸ ਦੇ, ਕਿਉਂਕਿ ਦੇਖੋ ਤੁਸੀਂ ਵੀ ਕਿਸੇ ਨਾਲ ਡਿਸਕਸ ਕਰਦੇ ਹੋ ਨਾ, ਕਿਸੇ ਵੀ ਮੀਟਿੰਗ 'ਚ ਜਾਂ ਕਿਸੇ ਵੀ ਆਪਾਂ ਕਿਤੇ ਵੀ ਬੈਠਦੇ, ਕਿਸੇ ਦੇ ਨਾਲ ਬੈਠਦੇ ਆ ਤੇ ਉਹ 50 ਅੱਗੋਂ ਗੱਲਾਂ ਲੋਕੀ ਦੱਸਦੇ ਨੇ ਵੀ ਇਸ ਤਰ੍ਹਾਂ ਹੋਣਾ ਚਾਹੀਦਾ, ਇਸ ਤਰ੍ਹਾਂ ਹੋਣਾ ਚਾਹੀਦਾ, ਉਸ ਤਰ੍ਹਾਂ ਹੋਣਾ ਚਾਹੀਦਾ। ਲੇਕਿਨ ਜਦੋਂ ਇੱਕ ਪ੍ਰੋਫੈਸ਼ਨਲ ਤੌਰ ਤੇ ਅਸੀਂ ਪੁੱਛਦੇ ਹਾਂ ਤੇ ਉਦੋਂ ਸਾਰੇ ਹੀ ਚੁੱਪ ਕਰ ਜਾਂਦੇ ਨੇ। ਜਾਂ ਇਹ ਇੱਕ ਹੈਜ਼ਿਟੇਸ਼ਨ ਹੈ, ਜਾਂ ਇੱਕ ਪਤਾ ਨਹੀਂ ਕੌਨਫੀਡੈਂਸ ਦੀ ਕਮੀ ਹੈ, ਜਾਂ ਕੀ ਇਹਦੇ 'ਚ ਚੱਕਰ ਹੈਗਾ, ਜਾਂ ਅਸੀਂ ਖੁਦ ਕਿਉਂਕਿ ਅਸੀਂ ਇਨੀਸ਼ੀਏਟਿਵ ਲੈਣ ਦੀ ਕੋਸ਼ਿਸ਼ ਕਰ ਰਹੇ ਹਾਂ। ਸਾਨੂੰ ਕੀ ਕਰਨਾ ਚਾਹੀਦਾ
ਤੁਹਾਡੇ ਕੀ ਵਿਚਾਰ ਨੇ? ਆਈ ਜਸਟ ਵਾਂਟ ਟੂ ਨੋ ਵੀ ਸਟੈਪ ਬਾय ਸਟੈਪ ਤੁਸੀਂ ਇਸ ਚੀਜ਼ ਬਾਰੇ ਥੋੜਾ ਜਿਹਾ ਦੱਸੋ ਵੀ ਤੁਹਾਡੇ ਮੁਤਾਬਿਕ ਮਾਹੌਲ ਕੈਸਾ ਹੋਵੇ ਸੋ ਦੈਟ ਜਿਹੜੇ ਲੋਕ ਨੇ ਇੰਟੈਲੈਕਚੁਅਲ ਲੋਕ ਨੇ ਦੇ ਫੀਲ ਕੰਫਰਟੇਬਲ ਬਿਕੋਜ਼ ਇਹ ਜਿਹੜੀਆਂ ਕਮਿਊਨਿਟੀਜ਼ ਦੇ ਮੈਂ ਨਾਮ ਲੈ ਰਿਹਾ ਇਹ ਬੜੀਆਂ ਡੈਲੀਕੇਟ ਕਮਿਊਨਿਟੀਆਂ ਹੈਗੀਆਂ ਨੇ ਇਹਨਾਂ ਨੂੰ ਰਿਸਪੈਕਟ ਮਿਲੇ ਤੇ ਜੀ ਆਇਆਂ ਨੂੰ ਕਰਦੇ ਜੇ ਇਹਨਾਂ ਨੂੰ ਹਲਕਾ ਵੀ ਤੁਹਾਡੇ ਕਿਸੇ ਪੁਆਇੰਟ ਤੇ ਲੱਗੇ ਨਾ ਵੀ ਹਾਂ ਇਹਨਾਂ ਨੇ ਡਿਸਰਿਸਪੈਕਟ ਕਰਤੀ ਹੈ ਤੇ ਉਹ ਉੱਥੋਂ ਦੇ ਉੱਥੇ ਪਹੁੰਚਾਵਾਂਗੇ ਤੁਹਾਨੂੰ ਕਦੀ ਵੀ ਨਹੀਂ ਕੁਝ ਕਹਿੰਦੇ ਵੀ ਹਾਂ ਤੂੰ ਇਹ ਕੀਤਾ ਉਹ ਕੀਤਾ ਬਟ ਇਟ ਇਜ਼ ਐਕਚੁਅਲੀ ਇਹ ਜਿੰਨੀ ਵੀ ਕਮਿਊਨਿਟੀ ਹੈ ਜਿੰਨੇ ਵੀ ਮੈਂ ਤੁਹਾਨੂੰ ਦੱਸਿਆ ਵੀ ਜਿੰਨੇ ਵੀ ਪੋਸਟ ਗ੍ਰੈਜੂਏਸ਼ਨ ਲੈਵਲ ਤੋਂ ਉੱਪਰ ਜਿੰਨੇ ਵੀ ਲੋਕ ਕ੍ਰੋਸ ਕਰ ਜਾਂਦੇ ਨੇ ਜਾਂ ਗ੍ਰੈਜੂਏਸ਼ਨ ਲੈਵਲ ਤੋਂ ਉੱਪਰ ਕ੍ਰੋਸ ਕਰ ਜਾਂਦੇ ਨੇ ਇੱਕ ਸੈਂਸਿਟਿਵ ਫੈਕਟਰ ਮੇਰੇ ਹਿਸਾਬ ਨਾਲ ਉਹਦੇ ਚ ਇੱਕ ਆ ਜਾਂਦਾ ਔਰ ਉਸ ਚੀਜ਼ ਨੂੰ ਧਿਆਨ ਚ ਰੱਖਦੇ ਹੋਏ ਆਈ ਜਸਟ ਵਾਂਟ ਟੂ ਨੋ ਵੀ ਤੁਹਾਡੀ ਕੀ ਓਪੀਨੀਅਨ ਹੈ ਵੀ ਕਿਹੋ ਜਿਹਾ ਅਸੀਂ ਮਾਹੌਲ ਇੰਟਰੋਡਿਊਸ ਕਰੀਏ ਠੀਕ ਹੈ ਆਈ ਐਮ ਟਾਕਿੰਗ ਅਬਾਊਟ ਬਿਯੋਂਡ ਦਾ ਪੋਲਿਟਿਕਸ ਪੋਲੀਟੀਕਲ ਪਾਰਟੀ ਆਮ ਆਦਮੀ ਪਾਰਟੀ ਤੋਂ ਬਿਨਾਂ ਦੀ ਗੱਲ ਕਰ ਰਿਹਾ ਹਾਂ ਨੋ ਡਾਊਟ ਸਾਡੇ ਕੋਲ ਆਮ ਆਦਮੀ ਪਾਰਟੀ ਇੱਕ ਆਧਾਰ ਹੈ ਕਿਉਂਕਿ ਸਾਨੂੰ ਕੁਝ ਨਾ ਕੁਝ ਆਧਾਰ ਬਣ ਕੇ ਤੇ ਚੱਲਣਾ ਹੀ ਪਏਗਾ ਫੋਰ ਐਗਜ਼ਾਮਪਲ ਜੇ ਅਸੀਂ ਆਮ ਆਦਮੀ ਪਾਰਟੀ ਦੇ ਵਿੱਚ ਇਹੋ ਜਿਹਾ ਮਾਹੌਲ ਬਣਾ ਦਈਏ ਵੀ ਜਿਹੜੇ ਲੋਕ ਨੇ ਕੰਫਰਟੇਬਲੀ ਇਹਦੇ ਚ ਆਪਣੇ ਆਪ ਨੂੰ ਐਡਜਸਟ ਕਰਨ ਦੀ ਕੋਸ਼ਿਸ਼ ਕਰਨਗੇ ਆਈ ਜਸਟ ਵਾਂਟ ਟੂ ਨੋ ਵੀ ਤੁਹਾਡੇ ਕੀ ਓਪੀਨੀਅਨ ਹੈ ਜੀ ਵੀ ਵਿਲ ਸਟਾਰਟ ਫਰੋਮ ਦਾ ਦਲਜੀਤ ਸਿੰਘ ਜੀ ਤੋਂ ਸ਼ੁਰੂ ਕਰਦੇ ਹਾਂ ਦਲਜੀਤ ਜੀ ਤੁਸੀਂ ਦੱਸੋ ਪਲੀਜ਼ ਸਰ ਤੁਹਾਡਾ ਮਾਈਕ ਮਿਊਟ ਹੈ ਪਲੀਜ਼ ਇਹਨੂੰ ਔਨ ਕਰ ਲਓ ਪਲੀਜ਼ ਓਕੇ ਮੈਂ ਸਮਝਦਾ ਜੀ ਕਿ ਸਾਨੂੰ ਆਪਣੇ ਸਮਾਜ ਨੂੰ ਪਹਿਲਾਂ ਭੈ ਮੁਕਤ ਕਰਨਾ ਪਊਗਾ ਸਮਾਜ ਦੇ ਵਿੱਚ ਇਸ ਵੇਲੇ ਜਿਹੜੇ ਵਰਗ ਨੂੰ ਤੁਸੀਂ ਚਾਹੁੰਦੇ ਜੇ ਕਿ ਉਹ ਇਨਵੋਲਵ ਹੋਵੇ ਪੋਲਿਟਿਕਸ ਦੇ ਵਿੱਚ ਉਹਦੇ ਵਾਸਤੇ ਭਰੋਸੇਯੋਗਤਾ ਪੈਦਾ ਕਰਨੀ ਬਹੁਤ ਜ਼ਰੂਰੀ ਜਿਵੇਂ ਤੁਸੀਂ ਖੁਦ ਕਹਿ ਰਹੇ ਹੋ ਕਿ ਇਹ ਉਹ ਤਬਕਾ ਹੈ ਜਿਹੜੇ ਇੰਟੈਲੈਕਚੁਅਲਸ ਇੰਜੀਨੀਅਰਸ ਡਾਕਟਰਸ ਐਡਵੋਕੇਟਸ ਜਿਹੜੇ ਹੈਗੇ ਆ ਵੀ ਇਹਨਾਂ ਨੂੰ ਜੇ ਮਾਣ ਸਤਿਕਾਰ ਮਿਲਦਾ ਹੈ ਕੱਲਾ ਮਾਣ ਸਤਿਕਾਰ ਉਹਨਾਂ ਨੂੰ ਇੱਜ਼ਤ ਨਹੀਂ ਉਹਨਾਂ ਨੂੰ ਜਿਹੜੀ ਭਰੋਸੇਯੋਗਤਾ ਮਿਲੇ ਉਹਨਾਂ ਨੂੰ ਜਿਹੜੀ ਆ ਭੈ ਮੁਕਤ ਸਮਾਜ ਸਾਹਮਣੇ ਦਿਸੇ ਵੀ ਜੇ ਅਸੀਂ ਇੱਧਰ ਆਉਂਦੇ ਹਾਂ ਤੇ ਸਾਨੂੰ ਕੋਈ ਇਹਦਾ ਭੈ ਦੀ ਕੋਈ ਹੈ ਨਹੀਂ ਜਿੰਨੇ ਆਪਾਂ ਪਹਿਲਾਂ ਜਿੰਨੀ ਡਿਸਕਸ਼ਨਸ ਹੋਈਆਂ ਉਹਦੇ ਉੱਤੇ ਇਹੀ ਚੀਜ਼ ਸਾਹਮਣੇ ਆਈ ਹੈ ਮੋਟੇ ਤੌਰ ਤੇ ਕਿ ਇਹ ਜਿਹੜੇ ਪੋਲੀਟੀਕਲ ਸੈਟਅਪ ਜਿਹੜਾ ਇਸ ਵੇਲੇ ਬਣਿਆ ਪਿਆ ਸਿਨੈਰੀਓ ਉਹਦੇ ਵਿੱਚ ਇਹ ਆ ਵੀ ਉਹ ਭਾਰੂ ਨੇ ਜਿਹੜੇ ਗੁੰਡਾ ਟਾਈਪ ਲੋਕ ਨੇ ਚਾਹੇ ਉਹ ਫਾਈਨੈਂਸ ਕਰਦੇ ਬਿਲਕੁਲ ਤੁਸੀਂ ਸਹੀ ਗੱਲ ਆਖੀ ਵੀ ਭੈ ਮੁਕਤ ਹੋਣਾ ਚਾਹੀਦਾ ਆਈ ਐਮ ਮੋਰ ਇੰਟਰਸਟਿਡ what would be the first step ਪਹਿਲਾ ਸਟੈਪ ਕੀ ਹੋਣਾ ਚਾਹੀਦਾ ਕਿੱਦਾਂ ਆਪਾਂ ਭੈ ਮੁਕਤ ਬਣਾ ਸਕਦੇ ਕਿਉਂਕਿ ਇਸ ਵੇਲੇ ਸਾਡੇ ਕੋਲ ਕੋਈ ਰਾਜਨੀਤੀ ਨਹੀਂ ਹੈ ਹੁਣ ਤੁਸੀਂ ਸਾਰੇ ਇੱਕ ਆਮ ਜੇ ਸ਼ਾਇਦ ਤੁਸੀਂ ਪੋਲੀਟੀਕਲੀ ਜਾਂ ਕਿੱਦਾਂ ਵੀ ਸਟਰੋਂਗ ਹੋਵੋਗੇ ਜਾਂ ਕਿੱਦਾਂ ਆਪਣੇ ਇਨਫਲੂਐਂਸ ਨੂੰ ਯੂਜ਼ ਕਰ ਸਕਦੇ ਹੋ ਕੀ ਕਰ ਸਕਦੇ ਹੋ ਇੱਕ ਮਾਹੌਲ ਆਪਾਂ ਕਿਸ ਤਰ੍ਹਾਂ ਕ੍ਰੀਏਟ ਕਰੀਏ ਆਈ ਜਸਟ ਵਾਂਟ ਟੂ ਨੋ ਦਾ ਆਨਸਰ ਬਿਕੋਜ਼ ਪ੍ਰੋਬਲਮ ਸਾਨੂੰ ਸਭ ਨੂੰ ਪਤਾ ਇਹਦੇ ਬਾਰੇ ਤੁਸੀਂ ਦੱਸੋ ਵੀ ਪਹਿਲਾ ਸਟੈਪ ਕੀ ਹੋਣਾ ਚਾਹੀਦਾ ਅਕੋਰਡਿੰਗ ਟੂ ਯੂ ਕਿ ਕਿੱਦਾਂ ਭੈ ਮੁਕਤ ਸਮਾਜ ਜਿਹੜਾ ਮਾਹੌਲ ਆਪਾਂ ਕਿੱਦਾਂ ਦੇ ਸਕਦੇ ਹਾਂ ਅਸੀਂ ਆਪਣੇ ਆਉਣ ਤੇ ਕੀ ਸਟੈਪ ਲੈ ਸਕਦੇ ਹਾਂ ਦੇਖੋ ਸਰ ਜਿੱਥੇ ਅਸੀਂ ਵਿਚਰ ਰਹੇ ਹਾਂ ਜੇ ਕੋਈ ਚੀਜ਼ ਉੱਥੇ ਭੈ ਪੈਦਾ ਕਰ ਰਹੀ ਹੈ ਉਹਨੂੰ ਭੈ ਮੁਕਤ ਕਰ ਇਹ ਨਹੀਂ ਹੈ ਜਦੋਂ ਹੁਣ ਪੋਲੀਟਿਕਸ ਬਿਲਕੁਲ ਨੇੜੇ ਜਿਵੇਂ ਦਿਨ ਨੇੜੇ ਤੁਰੇ ਆਉਂਦੇ 2022 ਲਾਗੇ ਆਉਂਦੀ ਹੈ ਤੇ ਸਾਰੇ ਜਣੇ ਖੁੱਬਾਂ ਦੀ ਤਰ੍ਹਾਂ ਖਿੜ ਜਾਣ ਵੀ ਮੈਂ ਸਮਾਜ ਨੂੰ ਭੈ ਮੁਕਤ ਕਰਦਾ ਮੈਂ ਇਹ ਜਿਹੜਾ ਇਹੋ ਜਿਹਾ ਤੁਹਾਨੂੰ ਪੋਲੀਟੀਕਲ ਸੈਟਅਪ ਦਊਂਗਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਦੇਖਿਓ ਤੁਸੀਂ ਅਸੀਂ ਕੱਦੂ 'ਚ ਤੀਰ ਮਾਰਾਂਗੇ ਤੇ ਕੱਦੂ ਨੂੰ ਖਖੜੀਆਂ ਖਰਬੂਜੇ ਕਰ ਦਾਂਗੇ ਗੱਲ ਇਸ ਤਰ੍ਹਾਂ ਨਹੀਂ ਬਣੇਗੀ ਗੱਲ ਇਹ ਆ ਭੈ ਮੁਕਤ ਉਦੋਂ ਸਮਾਜ ਸਾਡਾ ਹੋਊਗਾ ਜਦੋਂ ਅਸੀਂ ਉਹ ਲੋਕ ਜਿਹੜੇ ਇਹ ਚਾਹੁੰਦੇ ਆ ਜਿਹੜਾ ਤੁਹਾਡਾ ਸਵਾਲ ਹੈ ਉਹਦਾ ਜਵਾਬ ਮੈਂ ਜੋ ਸਮਝਦਾ ਹੋਏ ਆ ਵੀ ਅਸੀਂ ਸਾਡੀ ਲਗਾਤਾਰਤਾ ਹੋਣੀ ਚਾਹੀਦੀ ਆ ਉਸ ਚੀਜ਼ ਨੂੰ ਉਸ ਭੈ ਨੂੰ ਦੂਰ ਕਰਨ ਵਾਸਤੇ ਫੋਰਫਰੰਟ ਤੇ ਆਉਣਾ ਪਊਗਾ ਗੱਲੀ ਬਾਤੀ ਨਹੀਂ ਥਿਓਰੈਟੀਕਲੀ ਨਹੀਂ ਪ੍ਰੈਕਟੀਕਲੀ ਦੇਖੋ ਜਿਹੜਾ ਹੁਣ ਪਿੱਛੇ ਜੋ ਬੀਤਿਆ ਹੈ ਹੁਣ ਸਾਰੀਆਂ ਹੀ ਹਰ ਇੱਕ ਨੇ ਹਰ ਹੀਲੇ ਵਸੀਲੇ ਆਪੋ ਆਪਣੇ ਤਰੀਕੇ ਦੇ ਨਾਲ ਆਪਣੀ ਪੇਸ਼ਕਾਰੀ ਕਰਨੀ ਆ ਇਹਦੇ ਨਾਲ ਸਮਾਜ ਨੇ ਭੈ ਮੁਕਤ ਨਹੀਂ ਹੋਣਾ ਜਿੰਨਾ ਚਿਰ ਤੱਕ ਅਸੀਂ ਸਮਾਜ ਦੇ ਵਿੱਚ ਵੜ ਕੇ ਸਮਾਜ ਦੇ ਉਹਨਾਂ ਲੋਕਾਂ ਨੂੰ ਜਿਹੜੇ ਮੈਂ ਤੁਹਾਨੂੰ ਇੱਕ ਮੋਟੇ ਤੌਰ ਤੇ ਇੱਕ ਹੁਣੇ ਡਿਸਕਸ਼ਨ 'ਚ ਵੀ ਆਇਆ ਵੀ ਆਮ ਆਦਮੀ ਜਿਹੜਾ ਹੈ ਉਹਦੇ ਵਾਸਤੇ ਇਹਨਾਂ ਜਿਹੜਾ ਇੱਕ ਜੈਨੂਇਨ ਪਰਸਨ ਹੈ ਉਹਦੇ ਵਾਸਤੇ ਥੋੜ੍ਹੀ ਬਹੁਤੀ ਗੱਲ ਵੀ ਜੇ ਕਿਤੇ ਮਹੱਲੇ 'ਚ ਹੋ ਜਾਂਦੀ ਹੈ ਨਾ ਮਹੱਲੇ 'ਚ ਜਾਂ ਸ਼ਹਿਰ ਦੇ ਵਿੱਚ ਜੇ ਉਹ ਪੁਲਿਸ ਨੂੰ ਵੀ ਅਪਰੋਚ ਕਰਦਾ ਉਹ ਕੋਈ ਪੁਲਿਸ ਕਾਰਵਾਈ ਨਹੀਂ ਕਰਦੀ ਇਹ ਚੀਜ਼ਾਂ ਨੂੰ ਪੁਲਿਸ ਕਾਰਵਾਈ ਜਾਂ DC ਸਾਹਿਬ ਦੇ ਦਫ਼ਤਰੇ ਤੁਸੀਂ ਜਾਣਾ ਕੋਈ ਗੱਲਬਾਤ ਨਹੀਂ ਸੁਣਦਾ ਪ੍ਰਸ਼ਾਸਨਿਕ ਪੱਧਰ ਤੇ ਕੋਈ ਤੁਹਾਡੀ ਪੁੱਛਗਿੱਛ ਆਮ ਇਨਸਾਨ ਦੀ ਹੈ ਨਹੀਂ ਗੀ ਪੋਲੀਟੀਕਲ ਪੱਧਰ ਤੇ ਤਾਂ ਤੁਸੀਂ ਗੱਲ ਹੀ ਛੱਡੋ ਉੱਥੇ ਤੇ ਤਲਵੇ ਚੱਟਾਂ ਦਾ ਰਾਜ ਆ ਜਿਹੜਾ ਵੀ ਪੋਲੀਟੀਕਲ ਸਿਸਟਮ ਕੋਈ ਵੀ ਆ ਉਹਦੇ ਵਿੱਚ ਸਿਰਫ ਉਹ ਲੋਕ ਕਾਮਯਾਬ ਹੁੰਦੇ ਆ ਉਹ ਲੋਕ ਐਂਟਰ ਕਰ ਸਕਦੇ ਆ ਜਿਨ੍ਹਾਂ ਨੂੰ ਖੁਸ਼ਾਮਦੀਦ ਲੋਕ ਆ ਜਿਨ੍ਹਾਂ ਨੂੰ ਖੁਸ਼ਾਮਦ ਕਰਨੀ ਆਉਂਦੀ ਆ ਜਿਹੜੇ ਇਹ ਲੋਕ ਜਿਨ੍ਹਾਂ ਤੋਂ ਤੁਸੀਂ ਆਸ ਕਰਦੇ ਹੋ ਪੋਲੀਟਿਕਸ 'ਚ ਆਉਣ ਉਹਨਾਂ ਵਾਸਤੇ ਮੈਂ ਸਮਝਦਾ ਕਿ ਇਹ ਸਾਨੂੰ ਮਾਹੌਲ ਸਿਰਜਣਾ ਪਵੇਗਾ
ਜੀ ਸਰ ਜਿਸ ਤਰ੍ਹਾਂ ਸਰ ਉਹਨਾਂ ਨੇ ਗੱਲ ਕੀਤੀ ਹੈ, ਮੈਂ ਰਿਕੁਐਸਟ ਕਰਾਂਗਾ ਜਿਹੜੇ ਐਡਵੋਕੇਟ ਨੇ ਸ਼ੀਤਲ ਜੀ ਜਾਂ ਦਮਨ ਜੀ ਜਾਂ ਹੈਰੀ ਹਾਂਜੀ ਜੀ, ਤੁਸੀਂ ਕੋਈ ਵੀ ਦੇ ਸਕਦੇ ਹੋ। ਜਿਸ ਤਰ੍ਹਾਂ ਇਹਨਾਂ ਨੇ ਗੱਲ ਕੀਤੀ ਹੈ ਵੀ ਇੱਕ ਭੈ ਮੁਕਤ ਵਾਸਤੇ, ਜਿੱਦਾਂ ਮੰਨ ਲਓ ਕਿਸੇ ਦੇ ਮੁਹੱਲੇ 'ਚ ਕੋਈ ਪ੍ਰੋਬਲਮ ਹੁੰਦੀ ਹੈ ਤੇ ਪੁਲਿਸ ਵਾਲਾ ਅੱਖ ਨਹੀਂ ਲੱਗਦਾ ਹੈਗਾ, ਠੀਕ ਹੈ, ਤੁਸੀਂ ਐਡਵੋਕੇਟ ਇਸ ਕਰਕੇ ਮੈਂ ਤੁਹਾਨੂੰ ਜ਼ਿਆਦਾ ਪ੍ਰੈਫਰ ਕੀਤਾ ਇਸ ਚੀਜ਼ ਬਾਰੇ ਸਰ ਵੀ ਇਹਨਾਂ ਕੀ ਨੇ ਸਟੈਪ ਹੋਣਾ ਚਾਹੀਦਾ ਬਿਲਕੁਲ ਵੀ ਦਰੁਸਤ ਐਜ਼ ਏ ਐਡਵੋਕੇਟ, ਤੁਸੀਂ ਇੰਡੀਵਿਜੂਅਲ ਐਡਵੋਕੇਟ ਹੈਗੇ ਹੋ, ਲੇਕਿਨ ਤੁਸੀਂ ਇਹ ਸਮਝ ਕੇ ਚੱਲੋ ਕਿ ਸਿਰਫ ਤੁਸੀਂ ਆਪਣੇ ਮੁਹੱਲੇ ਦੀ ਗੱਲ ਨਹੀਂ ਕਰਨੀ। ਆਈ ਜਸਟ ਵਾਂਟ ਟੂ ਕ੍ਰੀਏਟ ਅ ਸੈਟਅਪ ਇਨ ਦਾ ਐਂਟਾਇਰ ਏਰੀਆ, ਜਿੱਥੋਂ ਤੱਕ ਕਿ ਸਾਡੀ ਪਹੁੰਚ ਹੋ ਸਕਦੀ ਹੈ ਉੱਥੋਂ ਤੱਕ ਅਸੀਂ ਕਿੱਦਾਂ ਦਾ ਮਾਹੌਲ ਇੱਕ ਕ੍ਰੀਏਟ ਕਰੀਏ ਤੇ ਤਾਂ ਕਿ ਇਹ ਚੀਜ਼ ਤੋਂ ਅਸੀਂ ਜਿਹੜੀ ਇਹਨਾਂ ਨੇ ਪ੍ਰੋਬਲਮ ਹੁਣੇ ਰੇਜ਼ ਕੀਤੀ ਉਹ ਤੋਂ ਅਸੀਂ ਓਵਰਕਮ ਹੋ ਸਕੀਏ। ਸਰ ਸਾਨੂੰ ਸਭ ਤੋਂ ਪਹਿਲਾਂ ਇਹ ਜਿਹੜੀ ਗੱਲ ਕਰ ਰਹੇ ਨੇ ਨਾ ਗੁੱਡ ਗਵਰਨੈਂਸ ਦੀ, ਇਹ ਗੁੱਡ ਐਡਮਿਨਿਸਟ੍ਰੇਸ਼ਨ ਤੇ ਗੁੱਡ ਗਵਰਨੈਂਸ ਤਾਂ ਹੀ ਆਏਗੀ। ਪਹਿਲੇ ਤੇ ਸਾਨੂੰ ਇਹ ਜੋ ਪੁਰਾਣਾ ਸਿਸਟਮ ਚੱਲ ਰਿਹਾ ਜਾਂ ਪੁਰਾਣੇ ਬੰਦੇ ਜਿਹੜੇ ਪੋਲੀਟੀਕਲ ਫੀਲਡ ਦੇ ਵਿੱਚ ਹੈ ਇਹ ਹਟਾਣੇ ਪੈਣਗੇ। ਇਹ ਹਟਣੇ ਤਾਂ ਹੀ ਹੈ ਜੇ ਲੋਕ ਵੀ ਡੈਮੋਕ੍ਰੇਸੀ 'ਚ ਪਾਰਟਿਸਿਪੇਟ ਕਰਨਗੇ। ਇਹ ਅਸੀਂ ਡਿਬੇਟਸ ਚਾਹੇ 100 ਕਰ ਲਈਏ ਉਹਦਾ ਕੋਈ ਫਾਇਦਾ ਨਹੀਂ ਹੋਣਾ। ਇਹਦੇ ਵਿੱਚ ਸਾਨੂੰ ਲੋਕਾਂ ਨੂੰ ਥੋੜਾ ਜਿਹਾ ਮੋਟੀਵੇਟ ਕਰਨਾ ਪੈਣਾ। ਲੋਕ ਇੰਟਰਸਟ ਲੈ ਕੇ ਰਾਜੀ ਨਹੀਂ ਹੈਗੇ ਅੱਜ ਪੋਲੀਟੀਕਲ ਸਿਸਟਮ ਦੇ ਵਿੱਚ। ਔਰ ਜਿੰਨਾ ਇਲੈਕਸ਼ਨ ਕਮਿਸ਼ਨ, ਮੈਂ ਥੋੜਾ ਜਿਹਾ ਇੱਕ ਅੱਗੇ ਚਲਾਂਗਾ, ਇੱਕ ਸਰ ਇਲੈਕਸ਼ਨ ਉਹਨਾਂ ਨੇ ਕਮਿਸ਼ਨ ਨੇ ਹਾਂਜੀ ਇਲੈਕਸ਼ਨ ਕਮਿਸ਼ਨ ਨੇ ਕੁਝ ਚੈੱਕਸ ਰੱਖੇ ਆ ਪੋਲੀਟੀਕਲ ਸਾਡੇ ਸਿਸਟਮ ਦੇ ਉੱਤੇ। ਅੱਛਾ, ਉਹ ਮੈਨੂੰ ਦੇਖੋ ਇੰਪਲੀਮੈਂਟ ਹੋ ਰਹੇ ਨੇ, ਉਹ ਜੋ ਲਿਮਿਟੇਸ਼ਨਸ ਲਗਾਈਆਂ ਨੇ ਉਹ ਕਿਧਰੇ ਵੀ ਫੁੱਲਫਿਲ ਹੋ ਰਹੀ ਹੈ? ਕੋਈ ਸਰਕਾਰ ਚੈੱਕ ਕਰ ਰਹੀ ਹੈ ਉਸ ਚੀਜ਼ ਨੂੰ? ਸਰ ਦੇਖੋ, ਜਦ ਤੱਕ ਅਸੀਂ ਹਾਂਜੀ ਸੌਰੀ ਟੂ ਇੰਟਰਰਪਟ ਯੂ, ਦੇਖੋ ਸਰ ਜਿਹੜੀ ਇਹ ਚੀਜ਼ਾਂ ਨੋ ਡਾਊਟ ਸਾਨੂੰ ਪਤਾ ਹੈ ਇਹ ਪ੍ਰੋਬਲਮੈਟਿਕ ਹੈਗੀਆਂ ਨੇ। ਮੇਰਾ ਕਹਿਣ ਦਾ ਪੁੱਛਣ ਦਾ ਮੇਨ ਸਰ ਮਕਸਦ ਇਹ ਮੇਨ ਪ੍ਰੋਬਲਮ ਸਾਡੀ ਫਿਰ ਉੱਥੋਂ ਸ਼ੁਰੂ ਹੋ ਰਹੀ ਹੈ ਜਦੋਂ ਸਾਡੇ ਪੋਲੀਟੀਕਲ ਲੀਡਰਸ ਫੇਵਰਸ ਲੈਣਗੇ, ਫਾਈਨੈਂਸਿਸ ਲੈਣਗੇ ਕ੍ਰਿਮੀਨਲਸ ਕੋਲੋਂ, ਇਹ ਉਹਨਾਂ ਨੂੰ ਆਟੋਮੈਟਿਕਲੀ ਫੇਵਰ ਦੇਖੋ ਸਰ ਕਰਨਗੇ। ਪਤਾ ਕੀ ਹੈ, ਔਰ ਅਸੀਂ ਇੱਕ ਨਾ ਇਹ ਥਾਣੇ ਦੇ ਵਿੱਚ ਮੈਂ ਅਸੀਂ ਤੁਹਾਨੂੰ ਇੱਕ ਦੱਸ ਰਿਹਾ, ਐਸੇ ਵਿਸ਼ੇਸ਼ ਥਾਣੇ ਦੇ ਸਾਈਕਲ ਵਿੱਚ ਦੇ ਵਿੱਚ ਇੱਕ ਫਸੇ ਹੋਏ ਹਾਂ। ਐਡਵੋਕੇਟ ਦੀ ਇੰਨੀ ਨਹੀਂ ਚੱਲਦੀ ਜਿੰਨੀ ਪੁਲਿਸ ਸਟਾਫ ਦੀ ਚੱਲਦੀ ਹੈ। ਜੀ ਜੀ ਇੱਕ ਥਾਣੇ ਪਲੀਜ਼ ਦੇ ਵਿੱਚ ਨਾ ਐਡਵੋਕੇਟ ਦੀ ਨਹੀਂ ਇੰਨੀ ਚੱਲਦੀ ਜਿੰਨੀ ਪੁਲਿਸ ਸਟਾਫ ਦੀ ਚੱਲਦੀ ਹੈ। ਜੀ ਥੈਂਕ ਯੂ ਸੋ ਮਚ। ਅੱਛਾ ਦੇਖੋ ਸਰ, ਮੈਂ ਜਿੱਥੋਂ ਤੱਕ ਸਮਝਦਾ ਹਾਂ ਵੀ ਅਸੀਂ ਇੱਕ ਇਹੋ ਜਿਹੇ ਵਿਸ਼ੇਸ਼ ਸਾਈਕਲ 'ਚ ਫਸੇ ਹੋਏ ਹਾਂ ਵੀ ਪਹਿਲਾਂ ਮੁਰਗੀ ਕੇ ਪਹਿਲਾਂ ਆਂਡਾ, ਠੀਕ ਹੈ, ਅਸੀਂ ਇਹੋ ਜਿਹੇ ਇੱਕ ਸਾਈਕਲ ਦੇ ਵਿੱਚ ਫਸੇ ਹੋਏ ਹਾਂ। ਮਨਜੀਤ ਸਿੰਘ ਸੈਣੀ ਜੀ ਵੀ ਜੁਆਇਨ ਕਰ ਗਏ ਨੇ। ਸਤਿ ਸ਼੍ਰੀ ਅਕਾਲ ਮਨਜੀਤ ਸਿੰਘ ਜੀ, ਵੈਲਕਮ। ਥੋੜਾ ਜਿਹਾ ਸਰ ਆਪਣਾ ਇੰਟਰੋਡਕਸ਼ਨ ਦੇ ਦਿਓ, ਬਾਕੀ ਜਿਹਨਾਂ ਨੂੰ ਡਿਸਕਸ਼ਨ ਆਨ ਗੋਇੰਗ ਹੈਗੀ ਹੈ ਜੀ, ਆਪਣਾ ਇੰਟਰੋਡਕਸ਼ਨ ਦੇ ਦਿਓ ਹਲਕਾ ਜਿਹਾ, ਕਿਹੜੀ ਜਗ੍ਹਾ ਨੂੰ ਬਿਲੋਂਗ ਕਰਦੇ ਹੋ ਤੇ ਜਾਂ ਕਿਸੇ ਪੋਲੀਟੀਕਲ ਪਾਰਟੀ ਨਾਲ ਇੰਟਰਸਟਿਡ ਹੈਗੇ ਹੋ ਜਾਂ ਕਿਸ ਤਰ੍ਹਾਂ ਕੀ ਹੈ ਉਹਨਾਂ ਬਾਰੇ, ਜਾਂ ਤੁਸੀਂ ਪ੍ਰੋਫੈਸ਼ਨਲੀ ਕੀ ਕਰਦੇ ਹੋ, ਥੋੜਾ ਜਿਹਾ 3 ਲਾਈਨਾਂ ਚ ਇੰਟਰੋਡਕਸ਼ਨ। ਮਨਜੀਤ ਸਿੰਘ ਸੈਣੀ, ਰਿਟਾਇਰਡ ਐਸਪੀਓ ਇਰੀਗੇਸ਼ਨ ਡਿਪਾਰਟਮੈਂਟ ਤੇ ਐਸਡੀਓ ਐਨਜੀਓ ਦੂਰਦਰਸ਼ਨ, ਜਿਹੜੀ ਅੱਛਾ ਥੈਂਕ ਯੂ। ਦੂਰਦਰਸ਼ਨ ਤੋਂ ਸਰ? ਮੈਂ ਦੂਰਦਰਸ਼ਨ ਤੋਂ ਜੀ, ਠੀਕ ਹੈ ਵੈਰੀ ਜੀ। ਗੁੱਡ ਵੈਰੀ ਗੁੱਡ, ਨਹੀਂ, ਠੀਕ ਹੈ। ਐਸਪੀਓ ਇਰੀਗੇਸ਼ਨ ਨਹਿਰ ਮਹਿਕਮਾ, ਅੱਛਾ ਅੱਛਾ ਅੱਛਾ, ਰਿਟਾਇਰਡ। ਹਾਂਜੀ ਠੀਕ ਹੈ, ਥੈਂਕ ਯੂ ਸੋ ਮਚ। ਅੱਛਾ ਸਰ, ਅਸੀਂ ਹਾਂਜੀ ਡਿਸਕਸ਼ਨ ਇਹੋ ਕਰ ਰਹੇ ਸੀਗੇ ਵੀ ਜਿਹੜੇ ਅੱਛੇ ਇੰਟੈਲੈਕਚੁਅਲ ਲੋਕ ਨੇ ਸੁਸਾਇਟੀ ਦੇ, ਉਹਨਾਂ ਲਈ ਕਿਹੋ ਜਿਹਾ ਮਾਹੌਲ ਕ੍ਰੀਏਟ ਕਰੀਏ ਤਾਂ ਕਿ ਉਹ ਪੋਲਿਟਿਕਸ ਦੇ ਵਿੱਚ ਆ ਜਾਣ। ਜਿੱਦਾਂ ਸ਼ੀਤਲ ਜੀ ਨੇ ਗੱਲ ਕੀਤੀ ਹੈ ਵੀ ਇਹ ਚੀਜ਼ਾਂ ਨੂੰ ਪੋਲਿਟਿਕਸ ਪਹਿਲਾਂ ਸੁਧਰੇਗੀ ਜੇ ਅਸੀਂ ਕ੍ਰਿਮੀਨਲਸ ਨੂੰ ਹਟਾਵਾਂਗੇ। ਸਰ ਦੇਖੋ, ਕੁਝ ਵੀ ਜਿੱਥੋਂ ਤੱਕ ਮੈਂ ਸਮਝਦਾ ਅਸੀਂ ਇਸ ਪੋਜੀਸ਼ਨ 'ਚ ਹੈਗੇ ਹਾਂ ਵੀ ਅਸੀਂ ਇੱਕਦਮ ਪਾਸਾ ਪਲਟ ਕੇ ਕੁਝ ਨਹੀਂ ਕਰ ਸਕਦੇ ਹੈਗੇ। ਜਿਸ ਤਰ੍ਹਾਂ ਦਲਜੀਤ ਜੀ ਨੇ ਇੱਕ ਗੱਲ ਕੀਤੀ ਹੈ ਕਿ ਜਿੰਨੇ ਵੀ ਥਿੰਕ ਟੈਂਕ ਲੋਕ ਨੇ ਜਾਂ ਜਿਹੜੇ ਇਸ ਲਈ ਕੰਸਰਨ ਨੇ, ਉਹ ਆਪਣੀ ਕੰਟੀਨਿਊਟੀ ਰੱਖਣ, ਚਾਹੇ ਕਿਸੇ ਵੀ ਪ੍ਰੋਸੀਜਰ ਦੇ, ਚਾਹੇ ਕੋਈ ਐਨਜੀਓ ਹੈ ਜਾਂ ਕੋਈ ਪੋਲੀਟੀਕਲ ਪਾਰਟੀ ਆ, ਇੱਕ ਤੇ ਉਹਨਾਂ ਦੇ ਨਾਲ ਕੰਟੀਨਿਊਟੀ ਰੱਖਣ। ਇਟਸ ਅ ਵੈਰੀ ਗੁੱਡ ਪੁਆਇੰਟ। ਸੈਕੰਡਲੀ, ਮੈਂ ਜਿੱਥੋਂ ਤੱਕ ਸਮਝਦਾ ਕਿਸੇ ਵੀ ਸੁਸਾਇਟੀ ਦਾ ਮਾਹੌਲ ਉਹਨਾਂ ਚਿਰ ਤੱਕ ਚੇਂਜ ਨਹੀਂ ਹੋ ਸਕਦਾ ਜਿੰਨਾ ਚਿਰ ਤੱਕ ਉਹਦਾ ਤੋਤਾ ਸਿਆਸੀ ਮਾਹੌਲ ਚੇਂਜ ਨਾ ਹੋਵੇ। ਔਰ ਇਸ ਕਰਕੇ ਸਾਨੂੰ ਅਸੀਂ ਬਾਹਰ ਜਿਹੜੀਆਂ ਅਸੀਂ ਇੰਡੀਵਿਜੂਅਲ ਲੈਵਲ ਤੇ ਜਿੰਨੀ ਵੀ ਕੋਸ਼ਿਸ਼ ਕਰਦੇ ਹਾਂ ਉਹਦੇ ਤੋਂ ਇਲਾਵਾ ਜੇ ਅਸੀਂ ਸਿਆਸੀ ਮਾਹੌਲ ਦੇ ਉੱਤੇ ਜ਼ਿਆਦਾ ਐਫਰਟ ਲਗਾਈਏ ਤੇ ਜੇ, ਕਿਉਂਕਿ ਸਿਆਸਤ ਚੇਂਜ ਤਾਂ ਹੀ ਹੋਏਗੀ ਜਦੋਂ ਹੌਲੀ ਹੌਲੀ ਨਵੇਂ ਚਿਹਰੇ ਆਉਣਗੇ। ਕਿਉਂਕਿ ਮੇਰੀ ਇੱਕ ਆਪਣੀ ਪਰਸਨਲ ਆਬਜ਼ਰਵੇਸ਼ਨ ਹੈ ਵੀ ਸੋਸਾਇਟੀ ਦੇ ਵਿੱਚ ਨਾ ਲੀਡਰਸ ਰੋਜ਼-ਰੋਜ਼ ਨਹੀਂ ਜੰਮਦੇ। ਪੋਲਿਟਿਕਸ ਲੀਡਰਸ ਦਾ ਕੰਮ ਹੁੰਦਾ। ਜਿੰਦਾਬਾਦ ਮੁਰਦਾਬਾਦ ਕਰਨ ਵਾਲੇ ਤੁਹਾਨੂੰ ਹਜ਼ਾਰਾਂ ਲੋਕੀ ਮਿਲ ਜਾਣਗੇ, ਆਪਣੀਆਂ ਸਲਾਹਾਂ ਦੇਣ ਵਾਲੇ ਹਜ਼ਾਰਾਂ ਲੋਕੀ ਮਿਲ ਜਾਣਗੇ, ਲੇਕਿਨ ਜਿਹੜਾ ਇਨੀਸ਼ੀਏਟਿਵ ਲੈਂਦਾ, ਜਿਹੜਾ ਸ਼ੁਰੂਆਤ ਕਰਦਾ ਹੈ, ਇੱਕ ਲੀਡਰਸ਼ਿਪ ਕੁਆਲਿਟੀ ਕੁਝ ਲੋਕਾਂ ਦੇ ਵਿੱਚ ਹੁੰਦੀ ਹੈ। ਔਰ ਫੋਰਚੂਨੇਟਲੀ ਸਮਝ ਲਓ ਜਾਂ ਅਨਫੋਰਚੂਨੇਟਲੀ ਸਮਝ ਲਓ,
ਅੱਜ ਤੱਕ ਜਿੰਨੇ ਵੀ, ਕਿਉਂਕਿ ਜੰਮਦਾ ਬੱਚਾ ਤੇ ਕੋਈ ਇਹੋ ਜਿਹਾ ਲੀਡਰ ਬਣ ਨਹੀਂ ਪਾਉਂਦਾ, ਹਰ ਕੋਈ ਜਿਹੜਾ 18 ਸਾਲ 20 ਸਾਲ 25 ਸਾਲ 30 ਸਾਲ 50 ਸਾਲ ਦੀ ਉਮਰ ਤੱਕ ਪਹੁੰਚਦਾ, ਉਦੋਂ ਤੱਕ ਉਹ ਜਿਹੜੀ ਲੀਡਰਸ਼ਿਪ ਕੁਆਲਿਟੀ ਉਹਦੇ ਚ ਡਿਵੈਲਪ ਹੁੰਦੀ ਆ। ਪਰ ਇੰਨੇ ਚਿਰ ਤੱਕ ਉਹ ਆਲਰੇਡੀ ਕਿਸੇ ਨਾ ਕਿਸੇ ਪੋਲੀਟੀਕਲ ਪਾਰਟੀ ਸਿਸਟਮ ਦੇ ਨਾਲ ਆਲਰੇਡੀ ਜੁੜ ਚੁੱਕਾ ਹੁੰਦਾ ਔਰ ਉਹਦੇ ਮੁਤਾਬਕ ਹੀ ਢਲ ਚੁੱਕਾ ਹੁੰਦਾ। ਤੇ ਨਵੇਂ ਲੀਡਰ ਦੇ ਲਈ ਇਹ ਹੈ ਵੀ ਇੱਕ ਸੁਨਹਿਰੀ ਮੌਕਾ ਹੋਣਾ ਚਾਹੀਦਾ ਵੀ ਹਾਂ ਓਪਰਚੁਨਿਟੀ ਮਿਲੇ ਵੀ ਤੂੰ ਆਪਣੀ ਲੀਡਰਸ਼ਿਪ ਕੁਆਲਿਟੀ ਆਪਣੀ ਸ਼ੋਅ ਆਫ ਕਰੋ। ਤੇ ਇਸੇ ਤਰ੍ਹਾਂ ਹੀ ਮੇਰੇ ਖਿਆਲ ਨਵੇਂ ਲੋਕ ਐਂਟਰ ਕਰਨਗੇ ਤਾਂ ਹੀ ਥੋੜਾ ਜਿਹਾ ਅਸੀਂ ਇਸ ਮਾਹੌਲ ਨੂੰ ਚੇਂਜ ਕਰ ਸਕਦੇ ਹਾਂ। ਅੱਜ ਮੇਨ ਮੀਟਿੰਗ ਦਾ ਇੱਕ ਕਾਲ ਵੀ ਇਸੇ ਕਰਕੇ ਸੀ ਵੀ ਜਿਹੜੇ ਇੰਟੈਲੈਕਚੁਅਲ ਲੋਕਾਂ ਲਈ ਆਪਾਂ ਕੀ ਮਾਹੌਲ ਬਣਾ ਸਕਦੇ ਹੈਗੇ। ਇਹਦੇ ਵਿੱਚ ਇੱਕ ਦੋ ਪੁਆਇੰਟ ਉਹਨਾਂ ਨੇ ਰੇਜ਼ ਕੇ ਜਿਹੜੇ ਮੇਨ ਇਹੋ ਖਿਲ ਕੇ ਨਿਕਲਦੇ ਨੇ ਵੀ ਕ੍ਰਿਮੀਨਲਾਈਜੇਸ਼ਨ ਜਿਹੜੀ ਹੈਗੀ ਹੈ ਉਹਦੇ ਤੋਂ ਇੱਕ ਡਰ ਦਾ ਮਾਹੌਲ ਹੈ, ਇੱਕ ਸ਼ਰੀਫ ਬੰਦਾ ਡਰਦਾ ਪਿਆ ਹੈਗਾ, ਉਹਨੂੰ ਆਪਾਂ ਸੇਫ ਕਿੱਦਾਂ ਮਹਿਸੂਸ ਆਪਾਂ ਕਰਵਾ ਸਕਦੇ ਹੈਗੇ। ਠੀਕ ਹੈ ਹਰਜਿੰਦਰ ਕੌਰ ਜੀ, ਤੁਸੀਂ ਹਰਜਿੰਦਰ ਜੀ ਤੁਸੀਂ ਆਪਣਾ ਵਿਊ ਦੱਸੋ ਜਰਾ ਪਲੀਜ਼। ਸੋ ਜਿੱਥੇ ਕ੍ਰਿਮੀਨਲਸ ਦੀ ਗੱਲ ਕਰਦੀ ਆ ਤੇ ਉੱਥੇ ਇੱਕ ਆਮ ਪਬਲਿਕ ਹੀ ਨਹੀਂ ਆ, ਜਿਹੜੇ ਕ੍ਰਿਮੀਨਲਸ ਤੋਂ ਈਵਨ ਪੁਲਿਸ ਮਹਿਕਮਾ ਵੀ ਡਰਦਾ ਹੈ, ਪੁਲਿਸ ਮਹਿਕਮਾ ਵੀ ਡਰਦਾ ਹੈ ਉਹਨਾਂ ਤੋਂ, ਕਿਉਂਕਿ ਉਹਨਾਂ ਲਈ ਜਾਂ ਤੇ ਕਾਨੂੰਨ ਹੀ ਇਸ ਤਰੀਕੇ ਦੇ ਬਣ ਜਾਣ। ਠੀਕ ਹੈ ਨਾ, ਜਦੋਂ ਇੱਕ ਕੋਈ ਕ੍ਰਾਈਮ ਕਰਕੇ ਆਉਂਦਾ ਪੁਲਿਸ ਆਫੀਸਰ ਕੋਈ ਉਹਨੂੰ ਜੇਲ੍ਹ ਵਿੱਚ ਪਾ ਦਿੰਦਾ, ਦਿਸ ਇਜ਼ ਅ ਰਿਐਲਿਟੀ, ਮੈਂ ਵੈਸੇ ਨਹੀਂ ਕਹਿ ਰਹੀ। ਜਦੋਂ ਉਹ ਛੁੱਟ ਕੇ ਆਉਂਦਾ ਤੇ ਸਭ ਤੋਂ ਪਹਿਲੇ ਜਿਹਨੇ ਉਹਨੂੰ ਕੁਝ ਕੀਤਾ ਹੁੰਦਾ ਜਾਂ ਜਿਸਨੇ ਉਹਦੇ ਤੇ ਜ਼ਿਆਦਾ ਪਰਚੇ ਕੀਤੇ ਹੁੰਦੇ ਪਹਿਲੇ ਉਸਦੇ ਹੀ ਫੈਮਿਲੀ ਨੂੰ ਖਤਮ ਹਰਜਿੰਦਰ ਕੌਰ ਕਰਦਾ। ਜੀ, ਇਹ ਤੁਸੀਂ ਬਿਲਕੁਲ ਠੀਕ ਆਖਿਆ ਵੀ ਕਾਨੂੰਨ ਹੀ ਇਹੋ ਜਿਹੇ ਬਣ ਜਾਣਗੇ, ਪਰ ਕਾਨੂੰਨ ਉਦੋਂ ਹੀ ਇਹੋ ਜਿਹੇ ਬਣਨਗੇ ਜਦੋਂ ਤੁਹਾਡੇ ਵਰਗੇ ਲੋਕ ਸੋ ਐਮਐਲਏ ਇਸ ਬਣਨਗੇ, ਐਮਪੀ ਕਰਕੇ ਬਣਨਗੇ, ਕ੍ਰਾਈਮ ਜਿਹੜਾ ਉਹ ਹੈਨਾ। ਇਹ ਉਹ ਆਪਾਂ ਜੇ ਆਪਾਂ ਸਭ ਇਸ ਤਰ੍ਹਾਂ ਹੋ ਤੋਂ ਜਾਏਗਾ ਉਸ ਤਰ੍ਹਾਂ ਹੋ ਪਹਿਲੇ ਜਾਏਗਾ, ਕੰਟਰੋਲ ਹੋਣਾ ਦਿਸ ਇਜ਼ ਚਾਹੀਦਾ ਨਾਟ ਜੀ। ਦਾ ਮੇਕਿੰਗ ਐਨੀ ਡਿਫਰੈਂਸ, ਇਹ ਕੁਝ ਚੱਕਰ ਨਹੀਂ ਹੈਗਾ। ਆਈ ਜਸਟ ਵਾਂਟ ਕਿ ਜਿਸ ਤਰ੍ਹਾਂ ਤੁਹਾਡੇ ਵਰਗੇ ਲੋਕ ਦੇ ਸੋਚ ਜੀ ਦੇ ਜਦੋਂ ਬਹੁਤਾਤ ਦੇ ਵਿੱਚ ਐਮਐਲਏ ਜਾਂ ਐਮਪੀ ਹੋਣਗੇ ਫੇਰ ਹੀ ਕਾਨੂੰਨ ਆਪਾਂ ਬਣਾ ਸਕਦੇ ਹਾਂ, ਨਵਾਂ ਬਣ ਸਕਦਾ ਹੈਗਾ। ਬਿਲਕੁਲ ਜੀ ਠੀਕ। ਜੀ ਹੁਣ ਤੁਹਾਡੇ ਮੁਤਾਬਿਕ ਅੱਜ ਦੇ ਸਮੇਂ ਦੇ ਵਿੱਚ, ਅੱਜ ਦੇ ਮਾਹੌਲ ਦੇ ਵਿੱਚ ਪਹਿਲਾ ਸਟੈਪ ਕੀ, ਤੁਸੀਂ ਜੇ ਸੋਚੋ ਤੁਸੀਂ ਪਹਿਲਾ ਸਟੈਪ ਕੀ ਲਓਗੇ? ਜਿਸ ਤਰ੍ਹਾਂ ਅਸੀਂ ਸਾਰੇ ਆਮ ਲੋਕ ਆ, ਆਮ ਜਨਤਾ ਚ ਵਿਚਰ ਰਹੇ ਆ, ਠੀਕ ਹੈ, ਪਹਿਲਾ ਸਟੈਪ ਤੁਹਾਡੇ ਮੁਤਾਬਿਕ ਕੀ ਹੋਏਗਾ ਵੀ ਹਾਂ ਇਹ ਆਪਾਂ ਸ਼ੁਰੂ ਕਰੀਏ ਤੇ ਇਹ ਮਾਹੌਲ ਇਸ ਜਿਹੜੀ ਸਾਡੀ ਥਿੰਕਿੰਗ ਉਹਦੇ ਵਾਲੇ ਪਾਸੇ ਆਪਾਂ ਪ੍ਰੋਸੀਡ ਕਰਾਂਗੇ? ਅਸੀਂ ਦੇਖੋ ਲੋਕਾਂ ਦੇ ਨਾਲ ਜਿਹੜੀ ਸਰਕਾਰਾਂ ਨੇ ਜਾਂ ਕੁਛ ਹਮੇਸ਼ਾ ਹੀ ਅਸੀਂ ਇਹੀ ਕਹਿੰਦੇ ਕਿ ਲੋਕਾਂ ਦੀਆਂ ਹੈ ਤੇ ਲੋਕਾਂ ਵਾਸਤੇ ਹੀ ਹੈ ਤੇ ਲੋਕਾਂ ਦੁਆਰਾ ਹੀ ਚੱਲਦੀਆਂ ਹੈ ਤੇ ਇਹ ਹੀ ਸਹੀ ਆ। ਜਦ ਐਜੂਕੇਟਡ ਪਰਸਨ ਆਪਣੇ ਆਪ ਨੂੰ ਡਿਵੋਟ ਕਰ ਦੇਣਗੇ, ਜਦ ਤੱਕ ਲੋਕ ਨਹੀਂ ਸਮਝਦੇ, ਲੋਕਾਂ ਦੇ ਵਿੱਚ ਸੁਚੇਤਤਾ ਨਹੀਂ ਆਉਂਦੀ, ਉਦੋਂ ਤੱਕ ਅਸੀਂ ਕਿਸੇ ਵੀ ਸਿਸਟਮ ਨੂੰ ਚੇਂਜ ਕਰਨਾ ਜਿਹੜਾ ਉਹ ਮੁਮਕਿਨ ਹੀ ਨਹੀਂ ਹੈ, ਮੁਸ਼ਕਲ ਵੀ ਹੈ। ਸੋ ਲੋਕਾਂ ਦੇ ਵਿੱਚ ਜਿਹੜੀ ਸੋਝੀ ਪੈਦਾ ਕਰਨੀ ਜ਼ਰੂਰੀ ਆ, ਉਹਨਾਂ ਦੀ ਸੋਚ ਬਦਲਣ ਦੀ ਪਬਲਿਕ ਜ਼ਰੂਰਤ ਤੁਸੀਂ ਆ। ਗੱਲ ਕਰ ਰਹੇ ਹੋ ਪਬਲਿਕ ਅਵੇਅਰਨੈਸ ਦੀ, ਪਬਲਿਕ ਅਵੇਅਰਨੈਸ ਨੂੰ ਕਿਸ ਤਰ੍ਹਾਂ ਤੁਸੀਂ ਡਿਫਾਈਨ ਨਹੀਂ ਕਰਾਂਗੇ ਜਾਂ ਪ੍ਰੈਕਟੀਕਲ ਇਹਨੂੰ ਕਿੱਦਾਂ ਕਰੋਗੇ? ਹਾਊ ਯੂ ਮੇਕ ਇਟ ਪ੍ਰੈਕਟੀਕਲ ਟੂ ਮੇਕ ਦਾ ਪਬਲਿਕ ਅਵੇਅਰ ਅਬਾਊਟ ਆਲ ਥੀਸ ਥਿੰਗਸ? ਪਬਲਿਕ ਦੇ ਸਾਹਮਣੇ ਕੋਈ ਉਹਨਾਂ ਦੇ ਰੋਲ ਮਾਡਲ ਜਾਣ, ਕੋਈ ਅੱਛੇ ਵਿਅਕਤੀ ਜਿਹੜੇ ਆ ਐਜੂਕੇਟਡ ਆ, ਉਹ ਪੋਲਿਟਿਕਸ ਚ ਲਾ ਲਓ ਜਾਂ ਕੁਝ ਅੱਛੇ ਕੰਮਾਂ ਦੇ ਵਾਸਤੇ ਲਾ ਲਓ, ਉਹਨਾਂ ਦੇ ਸਾਹਮਣੇ ਆਉਣ। ਸਾਡੀ ਜਿਹੜੀ ਨੈਕਸਟ ਜਨਰੇਸ਼ਨ ਆ ਉਹਨਾਂ ਦਾ ਕੋਈ ਅੱਛਾ ਰੋਲ ਮਾਡਲ ਹੋਵੇ। ਜਦ ਸਾਡੇ ਰੋਲ ਮਾਡਲ ਹੀ ਸਾਡੀ ਪ੍ਰੋਬਲਮ ਹੀ ਇਹੋ ਹੀ ਜਨਰੇਸ਼ਨ ਹੈ ਨਾ ਵੀ ਇਹੋ ਜਿਹੇ ਲੋਕ ਅੱਗੇ ਨਹੀਂ ਆ ਰਹੇ। ਦਿਸ ਇਜ਼ ਦਾ ਮੇਨ ਅੱਗੇ ਪ੍ਰੋਬਲਮ। ਨਹੀਂ ਆ ਰਹੀ ਦਮਨ ਜੀ, ਜੀ। ਆਈ ਜਸਟ ਵਾਂਟ ਟੂ ਨੋ ਜੀ ਯੂਰ ਓਪੀਨੀਅਨ ਵੀ ਤੁਸੀਂ ਕੀ ਦੇਖੋ ਜੀ ਵਿਕਰਮ ਜੀ, ਮੈਂ ਤਾਂ ਕਹਿਣਾ ਚਾਹਾਂਗਾ ਜੀ, ਚੈਰਿਟੀ ਬਿਗਨਸ ਐਟ ਹੋਮ। ਯਾ ਜਦੋਂ ਅਸੀਂ ਆਪਣੇ ਬੱਚਿਆਂ ਨੂੰ ਸਮਝਾਈ ਜਾਵਾਂਗੇ ਜੀ ਪੋਲਿਟਿਕਸ ਗੰਦੀ ਚੀਜ਼ ਹੈ, ਤੇ ਉਹ ਡੀਐਨਏ ਆ ਜੀ, ਡੀਐਨਏ ਜਿੱਦਾਂ ਕੈਰੀ ਹੁੰਦਾ ਉਹ ਅੱਗੇ ਉਦਾਂ ਹੀ ਸਮਾਜ ਬਣਦਾ। ਤੇ ਚੈਰਿਟੀ ਬਿਗਨਸ ਐਟ ਹੋਮ ਜਦੋਂ ਅਸੀਂ ਬੱਚਿਆਂ ਨੂੰ ਸਿੱਖਿਆ ਹੀ ਇਹੋ ਜਿਹੀ ਦੇਵਾਂਗੇ ਜੀ ਪੋਲਿਟਿਕਸ ਮਾੜੀ ਚੀਜ਼ ਹੈ, ਤੇ ਕਿਹੜਾ ਬੰਦਾ ਦੱਸੋ ਪੋਲਿਟਿਕਸ 'ਚ ਜਾਏਗਾ? ਜਦੋਂ ਆਪਾਂ ਆਪਣੀ ਜਨਰੇਸ਼ਨ ਨੂੰ ਉਸ ਪਾਸੇ ਤੋਰਿਆ ਹੀ ਨਹੀਂ, ਤੇ ਉਹ ਦੇਖੋ ਪੋਲੀਟੀਕਲ ਲੋਕ ਕਿੱਦਾਂ, ਇਹਨਾਂ ਦੀ ਜਨਰੇਸ਼ਨ ਚੱਲ ਰਹੀਆਂ ਨੇ, ਫੈਮਿਲੀ ਬੇਸਡ ਪਾਰਟੀਆਂ ਨੇ, ਉਹਨਾਂ ਦੇ ਬੱਚੇ ਗਾਂ ਐਮਐਲਏ ਬਣਦੇ ਆ, ਆਮ ਜਨਤਾ 'ਚ ਕਿਉਂ ਨਹੀਂ ਕੋਈ ਆਉਂਦਾ? ਇਹਦਾ ਕਾਰਨ ਇਹੀ ਹੈ ਵੀ ਅਸੀਂ ਆਪਣੇ ਬੱਚਿਆਂ ਨੂੰ ਇਸ ਪਾਸੇ ਕਦੀ ਭੇਜਿਆ ਹੀ ਨਹੀਂ, ਉਹਨਾਂ ਨੂੰ ਸੋਚ ਹੀ ਨਹੀਂ ਦਿੱਤੀ। ਤੇ ਅੱਜ ਜੋ ਪੰਜਾਬ ਦਾ ਮਾਹੌਲ ਹੈ, ਤੇ ਬੱਚਾ ਜਦੋਂ ਜੰਮਦਾ ਹੈ ਤੇ ਉਹਦੇ ਮਾਪੇ ਸੋਚਣ ਲੱਗਦੇ ਆ ਜੀ ਇਹਨੂੰ ਕੈਨੇਡਾ ਭੇਜਣਾ, ਅਮਰੀਕਾ ਭੇਜਣਾ। ਕਦੀ ਕਿਸੇ ਨੇ ਕਿਹਾ ਜੀ ਇਹਨੂੰ ਮੈਂ ਐਮਐਲਏ ਬਣਾਉਣਾ? ਕਿਸੇ ਨੇ ਨਹੀਂ ਕਿਹਾ। ਦਮਨ ਜੀ ਬੜਾ ਅੱਛਾ ਤੁਸੀਂ ਪੁਆਇੰਟ ਕੀਤਾ ਵੀ ਜਿਹੜੀ ਅਪਬ੍ਰਿੰਗਿੰਗ ਹੈ ਉਹ ਹੀ ਬੜੇ ਗਲਤ, ਕਿਉਂਕਿ ਮੈਂ ਇਹ ਚੀਜ਼ ਬਿਲਕੁਲ ਤੁਸੀਂ ਅੱਗੇ ਬੜੀ ਵਾਰ ਰੇਜ਼ ਕਰ ਚੁੱਕਾ, ਕਿਉਂਕਿ ਅਸੀਂ ਪਹਿਲਾਂ ਬਹੁਤ ਸਾਲ ਇੱਕ ਮਨੂਵਾਦੀ ਸੋਚ ਦੇ ਗੁਲਾਮ ਰਹੇ, ਫਿਰ
ਮੁਸਲਮਾਨਾਂ ਦੇ ਗੁਲਾਮ ਰਹੇ, ਫਿਰ ਅੰਗਰੇਜ਼ਾਂ ਦੇ ਗੁਲਾਮ ਰਹੇ, ਤੇ ਉਹ ਸਾਡੀ ਮੇਰਾ ਲੱਗਦਾ ਡੀਐਨਏ ਦੇ ਵਿੱਚ ਇੱਕ ਗੁਲਾਮੀਅਤ ਆ ਗਈ ਹੈ, ਬਿਲਕੁਲ ਇਸ ਕਰਕੇ ਲੀਡਰ ਉਹਦਾ ਵੀ ਛੇਤੀ ਡੀਐਨਏ ਦੇਖੋ, ਯੂ ਛੇਤੀ ਬਿਲੋਂਗ ਨਹੀਂ ਟੂ ਦੀ ਨਿਕਲ ਰਹੇ। ਮੈਡੀਕਲ ਬੈਕਗ੍ਰਾਉਂਡ, ਸੋ ਦੇਖੋ ਡੀਐਨਏ ਪਲੇਜ਼ ਅ ਵੈਰੀ ਵਾਈਟਲ ਰੋਲ। ਯਾ ਸ਼ੋਰ ਇਟ ਹੈਜ਼। ਜੀਨਸ ਜਿਹੜੇ ਨੇ ਉਹ ਉਦਾਂ ਹੀ ਰਿਐਕਟ ਕਰਦੇ ਆ ਜਿੱਦਾਂ ਉਹਨਾਂ ਦਾ ਜੋ ਡੀਐਨਏ ਆ ਕੈਰੀ ਕਰਦੇ ਆ, ਸੋ ਦੇ ਰਿਐਕਟ ਇਨ ਦ ਸੇਮ ਵੇ। ਐਂਡ ਦੇਖੋ ਇਫ ਸਰ ਪਤਾ ਕੀ ਹੈ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ, ਦੇਖੋ ਇੱਕ ਟਾਈਮ ਸੀਗਾ ਜਦੋਂ ਅਕਬਰ ਦਾ ਸੀਗਾ ਜਾਂ ਕਿਸ ਤਰ੍ਹਾਂ ਵੀ ਬਹੁਤ ਮੰਦੀ ਹਾਲਾਤ ਸੀਗੀ, ਠੀਕ ਹੈ, ਬਾਬਰ ਦੇ ਟਾਈਮ ਬਹੁਤ ਹੋਇਆ, ਉਦੋਂ ਗੁਰੂ ਨਾਨਕ ਦੇਵ ਜੀ ਇੱਕ ਵੱਖਰੀ ਸੋਚ ਲੈ ਕੇ ਆਏ, ਬਿਲਕੁਲ ਜੀ, ਇੱਕ ਬਿਲਕੁਲ। ਨਵਾਂ ਹੀ ਇਹਨਾਂ ਨੇ ਈਰਾ ਆਪਣਾ ਸ਼ੁਰੂ ਕਰ ਦਿੱਤਾ। ਦੇਖੋ ਉੱਥੋਂ ਕਿੱਥੋਂ ਗੱਲ ਸ਼ੁਰੂ ਦੇ ਦੇਅਰ ਸੋਸ਼ਲ ਰਿਫਾਰਮ ਲਿਆਂਦਾ ਉਹਨਾਂ ਨੇ ਇੱਕ ਸਮਾਜ ਦੇ ਵਿੱਚ, ਕਿਆ ਇੱਕ ਜੋ ਚੱਲ ਰਿਹਾ ਸੀ, ਕੁਰੀਤੀਆਂ ਚੱਲ ਰਹੀਆਂ ਸੀ ਸਮਾਜ 'ਚ, ਉਹ ਉਹਨਾਂ ਨੇ ਬੜਾ ਵੱਡਾ ਇੱਕ ਸੋਸ਼ਲ ਰਿਫਾਰਮ ਲਿਆਂਦਾ, ਜਿਹੜਾ ਨਤੀਜਾ ਹੁਣ ਸਾਨੂੰ ਦਿਖ ਰਿਹਾ ਹੈ ਵੀ ਕਿਵੇਂ ਇੱਕ ਕਮਿਊਨਿਟੀ, ਚਲੋ ਮੈਂ ਕਮਿਊਨਿਟੀ ਤੇ ਨਹੀਂ ਸੋਚ ਰੱਖਦਾ, ਬਟ ਸਿੱਖ ਜਿਹੜੇ ਨੇ ਅੱਜ ਇੰਡੀਆ ਦੇ ਵਿੱਚ ਸਾਹਮਣੇ ਆਇਆ ਉੱਭਰ ਕੇ, ਵੀ ਤੁਹਾਡੀ ਲਾਈਨ ਥੋੜੀ ਕੱਟ ਰਹੀ ਹੈ। ਆਈ ਜਸਟ ਵਾਂਟ ਟੂ ਨੋ, ਜੇ ਤੁਹਾਡੀ ਥੋੜੀ ਲਾਈਨ ਸਹੀ ਹੁੰਦੀ ਹੈ, ਮੈਨੂੰ ਇਸ ਗੱਲ ਦਾ ਪਲੀਜ਼ ਥੋੜਾ ਜਿਹਾ ਬਰੀਫ ਕਰ ਦੇਣਾ ਵੀ ਜਿਸ ਤਰ੍ਹਾਂ ਤੁਸੀਂ ਕੀਤੀ ਹੈ ਅਪਬ੍ਰਿੰਗਿੰਗ, ਠੀਕ ਹੈ, ਦਿਸ ਇਜ਼ ਵੀ ਨੋ ਵਟ ਵੀ ਹੈਵ ਟੂ ਡੂ, ਅਪਬ੍ਰਿੰਗਿੰਗ ਦੇ ਵਿੱਚ ਅਸੀਂ ਚੇਂਜ ਲਿਆਵਾਂਗੇ। ਤੁਹਾਡੀ ਓਪੀਨੀਅਨ ਦੇ ਮੁਤਾਬਿਕ ਇਸ ਵੇਲੇ ਕੀ ਸਟੈਪ ਹੋਣਾ ਚਾਹੀਦਾ ਵੀ ਜਿਹੜਾ ਅਸੀਂ ਆਮ ਲੋਕਾਂ ਦੇ ਵਿੱਚ ਅਵੇਅਰਨੈਸ ਲਈਏ ਵੀ ਹਾਂ ਅਪਬ੍ਰਿੰਗਿੰਗ ਤੁਹਾਡੀ ਅੱਛੀ ਹੋ ਜਾਏ, ਕਿੱਦਾਂ ਹੋਣਾ ਚਾਹੀਦਾ ਸਕੂਲ ਕਾਲਜ ਲੈਵਲ ਤੇ ਕੀ ਹੋਣਾ ਚਾਹੀਦਾ? ਮੈਂ ਤਾਂ ਇਹ ਦੱਸਾਂਗਾ, ਦੇਖੋ ਅੱਜ ਦੇ ਟਾਈਮ ਦੇ ਵਿੱਚ ਇੱਕ ਮਾਸ ਪਾਪੂਲੇਸ਼ਨ ਨੂੰ ਕਵਰ ਕਰਨ ਲਈ ਬਹੁਤਾ ਕੋਈ ਔਖਾ ਕੰਮ ਨਹੀਂ ਹੈਗਾ। ਸੋਸ਼ਲ ਮੀਡੀਆ ਇੰਨਾ ਕੁ ਹੈਗਾ, ਐਂਡ ਦਿਸ ਇਜ਼ ਦ ਈਜ਼ੀਐਸਟ ਵੇ ਟੂ ਰੀਚ ਦ ਪਬਲਿਕ। ਤੇ ਜੇ ਕੋਈ ਬੰਦਾ ਚਾਹੁੰਦਾ ਹੈ ਜੀ ਅਸੀਂ ਇੱਕ ਸੋਸ਼ਲ ਰਿਫਾਰਮ ਲਿਆਉਣਾ ਹੈ ਤੇ ਅਸੀਂ ਇੱਕ ਚੰਗੀ ਸਰਕਾਰ ਬਣਾਉਣੀ ਹੈ, ਤੇ ਉਹ ਇੱਕ ਘਰ ਬੈਠੇ ਵੀ ਪੂਰੇ ਪੰਜਾਬ ਦੇ ਵਿੱਚ ਇੱਕ ਸੋਸ਼ਲ ਮੀਡੀਆ ਦੇ ਰਾਹੀਂ ਇੱਕ ਬੜਾ ਵੱਡਾ ਕੰਪੇਨ ਚਲਾ ਸਕਦਾ ਹੈ, ਜਿਹਦੇ ਨਾਲ ਇੱਕ ਚੰਗੀ ਸੋਚ ਅੱਗੇ ਆਵੇ ਤੇ ਇੱਕ ਚੰਗਾ ਪੋਲੀਟੀਕਲ ਮਾਹੌਲ ਬਣੇ। ਅੱਜ ਕੱਲ੍ਹ ਤਾਂ ਸੋਸ਼ਲ ਮੀਡੀਆ ਰਾਹੀਂ ਤੇ ਬਹੁਤ ਚੀਪੈਸਟ ਵੇ ਆ ਕਰਨ ਦਾ ਪਬਲਿਸਿਟੀ ਜਾਂ ਪਬਲਿਕ ਤੱਕ ਪਹੁੰਚਣ ਦੀ, ਤੇ ਇਸ ਕਰਕੇ ਜੇ ਕੋਈ ਮਾੜਾ ਤੰਤਰ ਹੈ ਉਹਦੇ ਬਾਰੇ ਵੀ ਅਸੀਂ ਲੋਕਾਂ ਨੂੰ ਅਵੇਅਰ ਕਰ ਸਕਦੇ ਹਾਂ। ਸੋਸ਼ਲ ਮੀਡੀਆ ਦਾ ਬਹੁਤ ਵੱਡਾ ਰੋਲ ਹੈ, ਉਹਦੇ ਰਾਹੀਂ ਕਰ ਸਕਦੇ ਹਾਂ। ਠੀਕ ਹੈ, ਥੈਂਕ ਯੂ ਦਮਨ ਜੀ। ਹੈਰੀ ਪ੍ਰਭਜੋਤ ਜੀ, ਤੁਸੀਂ ਥੋੜਾ ਓਪੀਨੀਅਨ ਆਪਣਾ ਦੇਣਾ ਚਾਹੁੰਦੇ ਹੋ? ਦੇਖੋ ਸਰ, ਨਾ ਮੰਨਣਾ ਇਹ ਆ ਜੋ ਮੈਂ ਬੇਸ ਲੈਵਲ ਤੇ ਆਬਜ਼ਰਵ ਕੀਤਾ ਵਾ, ਜੇ ਤੁਸੀਂ ਚਾਹੁੰਦੇ ਨਾ ਕਿ ਹਰ ਕੌਂਸਟੀਚੁਐਂਸੀ ਸਮਾਲ ਏਰੀਏ 'ਚ ਕੋਈ ਬੰਦਾ ਉੱਭਰ ਕੇ ਆਵੇ, ਫਸਟ ਆਫ ਆਲ ਥਰਡ ਫਰੰਟ ਇੱਕ ਚਾਹੀਦਾ ਜਿਹੜਾ ਵਧੀਆ ਪਾਲਿਸੀਜ਼ ਬਣਾਏ। ਲੱਕੀਲੀ ਆਮ ਆਦਮੀ ਪਾਰਟੀ ਕੋਲ ਥਰਡ ਫਰੰਟ ਹੈ ਵਾ। ਹੁਣ ਆਮ ਆਦਮੀ ਪਾਰਟੀ ਨੂੰ ਕੀ ਚਾਹੀਦਾ, ਜਿਹੜੇ ਆਲਰੇਡੀ ਉਹਨਾਂ ਦੇ ਸਿਟਿੰਗ ਐਮਐਲਏਜ਼ ਨੇ ਉਹ ਜਾ ਕੇ ਉਸ ਬੰਦੇ ਨੂੰ ਪਿੱਛੋਂ ਬੈਕਿੰਗ ਦੇਣ। ਕ੍ਰਿਮੀਨਲਸ ਪਿੱਛੇ ਲੋਕੀ ਕਿਉਂ ਲੱਗੇ ਨੇ? ਦੇ ਥਿੰਕ, ਲੋਕ ਸੋਚਦੇ ਨੇ ਦੇ ਆਰ ਪਾਵਰਫੁਲ, ਦੇ ਆਰ ਅਬਵ ਲਾਅ। ਉਹ ਸੋਚਦੇ ਨੇ ਕਿ ਜੇ ਅਸੀਂ ਇਹਨਾਂ ਨਾਲ ਸੰਪਰਕ 'ਚ ਰਵਾਂਗੇ ਸਾਡੇ ਕੰਮ ਕਢਵਾਉਣਗੇ, ਤਾਂ ਉਹ ਪਿੱਛੇ ਭੀੜ ਲਈ ਫਿਰਦੇ ਆਪਣੇ, ਠੀਕ ਹੈ ਨਾ। ਆਮ ਬੰਦੇ ਨੂੰ ਕਿਉਂ ਨਹੀਂ ਬੈਕਿੰਗ ਮਿਲਦੀ ਜ਼ਿਆਦਾ, ਉਹਦੇ ਮਗਰ ਲੋਕੀ ਕਿਉਂ ਨਹੀਂ ਤੁਰਦੇ? ਉਹ ਸੋਚਦੇ ਕਿ ਇਹ ਕੀ ਕਰ ਲੂਗਾ, ਇਹ ਕੀ ਕਰ ਲੂਗਾ। ਸਪੋਜ਼ ਕੋਈ ਜੇ ਤੁਹਾਡਾ ਮੋਹਰੀ ਬੰਦਾ ਹੈ ਹਰ ਕੌਂਸਟੀਚੁਐਂਸੀ 'ਚ, ਉਹਨੂੰ ਕੋਈ ਥਾਣੇ 'ਚ ਕੋਈ ਕਿਤੇ ਪ੍ਰੋਬਲਮ ਆਉਂਦੀ ਆ, ਕੋਈ ਐਡਮਿਨਿਸਟ੍ਰੇਸ਼ਨ ਨਾਲ ਕੋਈ ਪੰਗਾ ਹੈ, ਕੁਛ ਹੈ, ਜਿਹੜੇ ਇਨ ਪਾਵਰ ਐਮਐਲਏਜ਼ ਨੇ ਇਸ ਟਾਈਮ ਆਪਕੋ ਲੱਕੀਲੀ ਜਿੰਨੇ ਵੀ ਹੈਗੇ ਨੇ, ਜੇ ਉਹਦੀ ਬੈਕਿੰਗ ਉਸੇ ਟਾਈਮ ਨੀਅਰੈਸਟ ਐਮਐਲਏ ਉਹਦੇ ਕੋਲ ਪਹੁੰਚੇ ਲਾਗਲੀ ਕੌਂਸਟੀਚੁਐਂਸੀ ਦਾ, ਇਲਾਕੇ ਦੇ ਲੋਕਾਂ ਨੂੰ ਪਤਾ ਲੱਗੂਗਾ ਕਿ ਇਸ ਬੰਦੇ ਦਾ ਇਨਫਲੂਐਂਸ ਹੈਗਾ ਵਾ ਇੱਥੇ, ਤਾਂ ਹੀ ਉਹਦੇ ਮਗਰ ਦੁਨੀਆ ਬਾਕੀ ਲੱਗੇਗੀ। ਪ੍ਰਭਜੋਤ ਜੀ, ਬੜੀ ਅੱਛੀ ਤੁਸੀਂ ਗੱਲ ਕੀਤੀ ਹੈ, ਮਤਲਬ ਕਿ ਜਿੱਦਾਂ ਲੋਹੇ ਨੂੰ ਲੋਹਾ ਕੱਟਦਾ, ਹੀਰੇ ਨੂੰ ਹੀਰਾ ਕੱਟਦਾ, ਤੁਸੀਂ ਤੁਹਾਡਾ ਮੇਨ ਤੁਸੀਂ ਭਲੇ ਮਾਨਸ ਬਣ ਕੇ ਬਦਮਾਸ਼ਾਂ ਨੂੰ ਨਹੀਂ ਹਰਾ ਸਕਦੇ, ਨਹੀਂ ਬਣ ਸਕਦੇ। ਬਿਲਕੁਲ ਸਹੀ ਗੱਲ ਹੈ ਵੀ ਇੱਕ ਵਾਰੀ ਆਪਣਾ ਸ਼ੌਕ ਦਿਖਾਣਾ ਚਾਹੀਦਾ ਵੀ ਹਾਂ ਸਾਡੇ ਕੋਲ ਬੈਕ ਹੈਗੀ ਹੈ, ਜਾਂ ਐਮਐਲਏ ਲੈਵਲ ਦੀ, ਜਾਂ ਆਈ ਸ਼ੋਰ ਇਹ ਤੁਹਾਨੂੰ ਕਹਾਂ ਮੈਂ ਛੋਟੀ ਐਗਜ਼ਾਮਪਲ ਕੋਟ ਕਰ ਦਿੰਦਾ ਹੈ। ਇੱਥੇ ਧੱਕਾ ਕਰ ਰਿਹਾ ਸੀ ਐਸਐਚਓ ਲੋਕਲ ਸਾਡੇ ਇੱਕ ਵਰਕਰ ਤੇ ਆਪ ਤੇ, ਉਹਨੇ ਸਿੱਧਾ ਕਹਿਤਾ ਕਰਾਂ ਭਗਵੰਤ ਮਾਨ ਨੂੰ ਫੋਨ, ਤੈਨੂੰ ਸਸਪੈਂਡ ਕਰਾਉਂ। ਐਸਐਚਓ ਚੁੱਪ ਕਰਕੇ ਬਹਿ ਗਿਆ। ਹਾਂ ਠੀਕ ਸੋ ਇਹ ਹਾਲਾਂਕਿ ਉਹਦੇ ਕੋਲ ਨੰਬਰ ਵੀ ਨਹੀਂ ਸੀ ਉਹਨਾਂ ਦਾ, ਬਟ ਦ ਥਿੰਗ ਇਜ਼ ਕਿ ਲੋਹੇ ਨੂੰ ਲੋਹਾ ਹੀ ਕੱਟੇਗਾ। ਨਹੀਂ ਬਹੁਤ ਇਹ ਉਹਨਾਂ ਦੇ ਕਿਸੇ ਸਾਡੇ ਮਤਲਬ ਸਾਡੀ ਸਪੋਜ਼ ਹੁਣ 23 ਜ਼ਿਲ੍ਹੇ ਹੋ ਗਏ ਨੇ, ਉਹਨਾਂ ਵਿੱਚ ਸਪੋਜ਼ 7-7 8-8 ਮੇਨ 9-9 10-10 ਚਿਹਰੇ ਨੇ ਸਾਡੇ, ਉਹਨਾਂ ਦੇ ਮਗਰ ਨੀਅਰੈਸਟ ਐਮਐਲਏ ਦੀ ਬੈਕਿੰਗ ਹੋਵੇ, ਉਹਦੇ ਕੋਲ ਪਰਸਨਲ ਨੰਬਰ ਹੋਣ 2-3 ਐਮਐਲਏ ਦੇ, ਉਹਦਾ ਕੰਮ ਨਾ ਅੜੇ ਕੋਈ, ਦੈਨ ਹੀ ਉਹਦੇ ਨਾਲ ਲੋਕ ਐਸੋਸੀਏਟ ਹੋਣਗੇ। ਨਹੀਂ ਪ੍ਰਭਜੋਤ ਜੀ, ਬਹੁਤ ਅੱਛੀ ਗੱਲ ਕੀਤੀ ਹੈ। ਆਈ ਅਸ਼ੋਰ ਯੂ ਬਾਈ ਦੀ ਵੈਰੀ ਨੈਕਸਟ ਮੀਟਿੰਗ ਕਿਸੇ ਨਾ ਕਿਸੇ ਮੈਂ ਐਮਐਲਏ ਨੂੰ ਜ਼ਰੂਰ ਮੀਟਿੰਗ ਦਾ ਪਾਰਟਿਸਿਪੇਂਟ ਬਣਾਵਾਂਗਾ,
ਠੀਕ ਹੈ ਬਿਲਕੁਲ ਸਰ, ਮੈਂ ਬਿਕੋਜ਼ ਕੋਸ਼ਿਸ਼ ਇਹ ਜ਼ਰੂਰ ਮੈਂ ਕਰਾਂਗਾ। ਵਰਕਰਾਂ 'ਚ ਵੀ ਸੁਣੀਆਂ ਇਹ ਚੀਜ਼ਾਂ ਜਿਹੜੀਆਂ ਸਾਡੇ ਤੁਹਾਡੀ ਮਤਲਬ ਨਿਊ ਪਾਰਟੀ ਥਰਡ ਫਰੰਟ ਦੇ ਵਰਕਰਸ 'ਚ ਥੋੜੀ ਨਿਰਾਸ਼ਾ ਹੋ ਰਹਿੰਦੀ ਹੈ ਕਿ ਯਾਰ ਪਿੰਡ ਵਾਲੇ ਵੀ ਸਾਨੂੰ ਕਹਿੰਦੇ ਆ ਕਿ ਕੰਮ ਤੇ ਤੂੰ ਸਾਡਾ ਕੋਈ ਕਰਾ ਨਹੀਂ ਸਕਦਾ, ਅਸੀਂ ਕਰਨਾ ਕਿਉਂ? I got my first work to do। ਪਹਿਲਾ ਪੁਆਇੰਟ ਮੈਨੂੰ ਮਿਲ ਗਿਆ ਵੀ ਇਹਦੇ ਤੇ ਆਪਾਂ ਇੱਥੋਂ ਇਸ ਤਰ੍ਹਾਂ ਪ੍ਰੋਸੀਡ ਕਰਨਾ ਹੈ। ਤੇ ਨੈਕਸਟ ਆਈ ਵਿਲ ਗੋ ਫॉर ਸੁਰਿੰਦਰ ਜੀ। ਸੁਰਿੰਦਰ ਜੀ ਤੁਸੀਂ ਥੋੜਾ ਦੱਸੋ ਇਹਦੇ ਬਾਰੇ। We are talking about the solutions, we are not talking about the problems, we are talking about the solutions। ਆਵਾਜ਼ ਨਹੀਂ ਆ ਰਹੀ ਪਲੀਜ਼, ਤੁਹਾਡਾ ਨਾ ਮਾਈਕ ਮਿਊਟ ਹੈਗਾ। ਸੋਲੂਸ਼ਨ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਜਿਵੇਂ ਦੂਸਰੀਆਂ ਪਾਰਟੀਆਂ ਨੇ ਆਪਣਾ ਆਰਗੇਨਾਈਜੇਸ਼ਨਲ ਢਾਂਚਾ ਜਿਹੜਾ ਵਾ ਨਾ ਉਹਦੇ ਵਿੱਚ ਸੀਨੀਅਰਟੀ ਤੇ ਜੂਨੀਅਰਟੀ ਦੀ ਪ੍ਰੋਪਰ ਇੱਕ ਮਿਕਦਾਰ ਰੱਖ ਕੇ ਉਹਨਾਂ ਨੇ ਲੀਡਰਸ ਪੈਦਾ ਕੀਤੇ ਨੇ ਔਰ ਉਹਨਾਂ ਨੇ ਆਪਣਾ ਢਾਂਚਾ ਸਥਾਪਿਤ ਕੀਤਾ ਵਾ, ਹੈਨਾ। ਤਾਂ ਉਹਦੀ ਕਮੀ ਇੱਕ ਆਮ ਆਦਮੀ ਪਾਰਟੀ ਦੇ ਵਿੱਚ ਜਾਂ ਤੀਜੇ ਫਰੰਟ ਦੇ ਵਿੱਚ ਬਹੁਤ ਜ਼ਿਆਦਾ ਵਾ ਕਿ ਉਹਨਾਂ ਦੇ ਕੋਲੋਂ ਹਜੇ ਤੱਕ ਆਪਣੇ ਲੀਡਰ ਸਥਾਪਿਤ ਹੋਣ ਦੀ ਅਜੇ ਪ੍ਰੋਪਰ ਉਹਨਾਂ ਕੋਲ ਜੁਗਤੀ ਨਹੀਂ ਆਈ, ਕਿਉਂਕਿ ਹਰ ਵਾਰੀ ਪੁਰਾਣਿਆਂ ਦੇ ਕੰਮ ਨੂੰ ਡਿਨਾਈ ਕਰਕੇ ਨਵਿਆਂ ਨੂੰ ਟਰਾਈ ਕਰਨਾ, ਦਿਸ ਇਜ਼ ਦਾ ਮੇਜਰ ਫਾਲਟ ਆਫ ਐਨ ਆਰਗੇਨਾਈਜੇਸ਼ਨ। ਨਾ ਜਦੋਂ ਤੁਸੀਂ ਕਿਸੇ ਵੀ ਚੀਜ਼ ਨੂੰ ਸਥਾਪਿਤ ਕਰਨਾ ਚਾਹੁੰਦੇ ਜੇ ਤਾਂ ਉਹਦੇ ਵਿੱਚ ਕੰਮ ਕੀਤੇ ਹੋਏ ਲੋਕ, ਜਾਂ ਫਿਰ ਜਦੋਂ ਨਿਜ਼ਾਮ ਬਦਲਣ ਦੀ ਗੱਲ ਹੋਈ, ਆਮ ਆਦਮੀ ਪਾਰਟੀ ਆਈ ਤੇ ਉਹਦੇ ਵਿੱਚ ਇਹੀ ਗੱਲ ਹੋਈ ਕਿ ਉਹ ਲੋਕ ਆਏ ਜਿਹੜੇ ਪਹਿਲਾਂ ਪੋਲਿਟਿਕਸ ਦੇ ਵਿੱਚ ਨਹੀਂ ਸੀ। ਜੀ ਹੈਨਾ, ਲੇਕਿਨ ਉਹਨਾਂ ਲੋਕਾਂ ਦੀ ਕਿੰਨੀ ਕੁ ਜ਼ਿਆਦਾ ਮਤਲਬ ਪੈਠ ਬਣ ਪਾਈ ਹੁਣ ਤੱਕ, ਜਾਂ ਉਹ ਲੋਕ ਕਿੰਨੀ ਕੁ ਪੋਜ਼ਿਟਿਵਿਟੀ ਦੇ ਨਾਲ ਹੁਣ ਨੇ, ਇਹਦੇ ਵਿੱਚ ਜਿਹੜੇ ਡਰਾਬੈਕਸ ਨੇ ਉਹਨਾਂ ਨੂੰ ਸਾਨੂੰ ਕਿਤੇ ਨਾ ਕਿਤੇ ਕਾਊਂਟ ਕਰਨ ਦੀ ਲੋੜ ਹੈਗੀ ਆ ਕਿ ਆਖਿਰ ਆਰਗੇਨਾਈਜੇਸ਼ਨਲ ਢਾਂਚਾ ਸਾਡਾ ਜਿਹੜਾ ਵਾ ਉਹ ਪ੍ਰੋਪਰ ਢੰਗ ਦੇ ਨਾਲ ਵੱਜ ਕੇ ਕਿਉਂ ਨਹੀਂ ਬਣ ਪਾਇਆ ਕਿ ਦੂਸਰੇ ਬੰਦਿਆਂ ਦੇ ਵਿੱਚ ਜਿਹੜਾ ਢਾਂਚੇ ਦੇ ਪ੍ਰਤੀ ਵਿਸ਼ਵਾਸ ਪੈਦਾ ਹੋ ਸਕਦਾ, ਹੈਨਾ। ਕਿਉਂਕਿ ਹਰ ਵਾਰੀ ਨਵੀਂ ਚੀਜ਼ ਦੇ ਨਾਲ ਨਵੇਂ ਲੋਕਾਂ ਨੂੰ ਟਰਾਈ ਕਰਨਾ ਅੱਛੀ ਗੱਲ ਆ, ਕਿਉਂਕਿ ਜਿੰਨੀ ਆਰਗੇਨਾਈਜੇਸ਼ਨ ਜ਼ਿਆਦਾ ਵਧੇਗੀ, ਲੇਕਿਨ ਜਦੋਂ ਅਸੀਂ ਨਵਿਆਂ ਬੰਦਿਆਂ ਨੂੰ ਜਾਂ ਜਿਹੜੇ ਐਜੂਕੇਟਡ ਸਿਸਟਮ ਆ ਜਾਂ ਐਸਟੈਬਲਿਸ਼ ਸਿਸਟਮ ਆ, ਜਾਂ ਅਸੀਂ ਕਹਿੰਦੇ ਆ ਕਿ ਪੜ੍ਹੇ ਲਿਖੇ ਲੋਕ ਇਸ ਪਾਸੇ ਕਿਉਂ ਨਹੀਂ ਆਉਂਦੇ, ਸਭ ਤੋਂ ਵੱਡਾ ਕਾਰਨ ਇਹੀ ਆ ਕਿ ਦੇ ਪੀਪਲ ਆਰ ਨਾਟ ਬੇਸਿਕਲੀ ਪੋਲੀਟੀਕਲ, ਕਿਉਂਕਿ ਉਹਨਾਂ ਦੇ ਵਿੱਚ ਉਹ ਵਾਲਾ ਜਿਹੜਾ ਮੈਂ ਇੱਕ ਸ਼ਬਦ ਕਹੂੰਗੀ ਕਿ ਸਖਤੀ ਤੇ ਬਾਸਟਰਡਨੈਸ ਨਹੀਂ ਹੁੰਦੀ ਉਹਨਾਂ ਲੋਕਾਂ ਦੇ ਵਿੱਚ, ਜਿਹੜੀ ਕਿ ਪੇਅਰ ਪੋਲੀਟੀਸ਼ੀਅਨਸ ਦੇ ਵਿੱਚ ਹੁੰਦੀ ਆ। ਤਾਂ your main point is ਵੀ ਜਿਹੜਾ ਵੀ ਜਿੱਥੇ ਵੀ ਬੰਦੇ ਨੇ ਪ੍ਰੋਸੀਡ ਕਰਨਾ ਉੱਥੇ ਇੱਕ ਪ੍ਰੋਪਰ ਆਰਗੇਨਾਈਜ਼ਡ ਢਾਂਚਾ ਮਿਲਣਾ ਬਹੁਤ ਜ਼ਰੂਰੀ ਹੈ, ਤਾਂ ਕਿ ਜਿਹੜਾ ਵੀ ਪਰਸਨ ਆ ਰਿਹਾ ਉਹ ਆਪਣੇ ਆਪ ਨੂੰ ਕੰਫਰਟੇਬਲ ਸਮਝੇ ਔਰ ਉਹਨੂੰ ਇਹ ਮਹਿਸੂਸ ਹੋਵੇ ਵੀ ਉਹਨੇ ਜੋ ਕੀਤਾ ਉਹਦਾ ਐਪਰੀਸ਼ੀਏਸ਼ਨ ਉਹਨੂੰ ਉਹਦੀ ਉਸ ਹਿਸਾਬ ਨਾਲ ਮਿਲ ਰਹੀ ਹੈ। ਤੇ ਇਹਦੇ ਵਿੱਚ ਜਿਹੜੀ ਦੋ ਤਿੰਨ ਪੁਆਇੰਟਸ ਹੈਗੇ ਨੇ, ਦੇਖੋ ਤੱਕ ਮੈਂ ਸਮਝਦਾ ਵੀ ਜਿਸ ਤਰ੍ਹਾਂ ਕਿਉਂਕਿ ਆਮ ਆਦਮੀ ਪਾਰਟੀ ਨੇ ਕਾਫੀ ਟਾਈਮ ਤੋਂ, ਮੈਂ ਜਦੋਂ ਦੀ ਅੰਮ੍ਰਿਤਸਰ 'ਚ ਜਾਂ ਤੁਸੀਂ ਸਮਝ ਲਓ ਵੀ ਪੰਜਾਬ 'ਚ ਜਦੋਂ ਸ਼ੁਰੂ ਹੋਈ ਸੀ ਉਦੋਂ ਦਾ ਹੀ ਜੁਆਇੰਟ ਹੈ, ਐਂਡ ਦਿਸ ਇਜ਼ ਮਾਈ ਫਰਸਟ ਪਾਰਟੀ। ਮੇਰੀ ਫੈਮਿਲੀ ਵਿੱਚ ਘਰੋਂ ਕੋਈ ਵੀ ਬੰਦਾ ਵੋਟ ਨਹੀਂ ਸੀ ਪਾਉਂਦਾ, ਤੇ ਆਈ ਐਮ ਦਾ ਫਰਸਟ ਪਰਸਨ ਜਿਹਨੇ ਇਹ ਸੋਚਿਆ ਵੀ ਇੰਨੇ ਸਾਲ ਤੱਕ ਮੈਂ ਵੀ ਚੁੱਪ ਰਿਹਾ ਵੀ ਨਹੀਂ, ਔਰ ਜਦੋਂ ਆਮ ਆਦਮੀ ਪਾਰਟੀ ਦਾ ਦੇਖਿਆ ਵੀ ਇਹਦਾ ਸੰਗਠਨ ਬਣਿਆ ਕਿਸ ਤਰ੍ਹਾਂ, ਕੀ ਸਿਸਟਮ ਹੋਇਆ, ਸ਼ੁਰੂਆਤ ਕਿੱਥੋਂ ਹੋਈ, ਤੇ ਫਿਰ ਮੈਂ ਇਹਦੇ ਲਈ ਇੰਟਰਸਟਿਡ ਹੋ ਗਿਆ। ਤੇ ਕਿਉਂਕਿ ਪਾਰਟੀ ਨਵੀਂ ਹੈ ਔਰ ਜਿਸ ਤਰ੍ਹਾਂ ਮੈਂ ਪਹਿਲਾਂ ਗੱਲ ਕੀਤੀ ਹੈ ਵੀ ਲੀਡਰਸ ਜਿਹੜੇ ਹੁੰਦੇ ਆ ਨਾ ਉਹ ਡੇਲੀ ਪੈਦਾ ਨਹੀਂ ਹੁੰਦੇ। ਜਦੋਂ ਵੀ ਕੋਈ ਨਵੀਂ ਪਾਰਟੀ ਆਰਗੇਨਾਈਜ਼ ਹੁੰਦੀ ਹੈ ਉਹਦੇ ਵਿੱਚ ਬਹੁਤ ਸਾਰੀ ਆਮ ਜਨਤਾ ਇੱਕ ਭੀੜ ਦੀ ਤਰ੍ਹਾਂ ਆ ਜਾਂਦੀ ਹੈ, ਔਰ ਬਹੁਤ ਸਾਰੇ ਐਸੇ ਲੋਕ ਹੁੰਦੇ ਨੇ ਜਿਨ੍ਹਾਂ ਨੂੰ ਦੂਸਰੀ ਪਾਰਟੀਆਂ 'ਚ ਸਪੇਸ ਨਹੀਂ ਮਿਲਦੀ, ਉਹ ਇੱਕ ਤੀਸਰੀ ਪਾਰਟੀ ਨੂੰ ਸਮਝ ਕੇ ਤਾਂ ਆ ਜਾਂਦੇ ਨੇ। ਫਿਰ ਉਸ ਤੋਂ ਬਾਅਦ ਜੇ ਉਹਨਾਂ ਨੂੰ ਆਪਣੇ ਹਿਸਾਬ ਦਾ ਕੋਈ ਜੋ ਉਹਨਾਂ ਦੇ ਮਨ 'ਚ ਇੱਛਾ ਹੁੰਦੀ ਉਸ ਹਿਸਾਬ ਨਾਲ ਡੈਜ਼ਿਗਨੇਸ਼ਨ ਨਹੀਂ ਮਿਲਦੀ, ਅਹੁਦਾ ਨਹੀਂ ਮਿਲਦਾ, ਫਿਰ ਉਹ ਦੁਖੀ ਹੁੰਦੇ ਨੇ। ਜੇ ਨਵੇਂ ਬੰਦੇ ਆਏ ਨੂੰ ਕੋਈ ਅਹੁਦਾ ਮਿਲ ਜਾਂਦਾ ਤੇ ਪੁਰਾਣੇ ਫਿਰ ਨਾਰਾਜ਼ ਹੋ ਜਾਂਦੇ ਨੇ ਵੀ ਹਾਂ ਵੀ ਇਹਨਾਂ ਨੂੰ ਨਵਿਆਂ ਨੂੰ ਦੇ ਦਿੱਤਾ। ਪਰ ਮੇਰਾ ਖਿਆਲ ਆ ਵੀ ਨਵੇਂ ਔਰ ਪੁਰਾਣੇ ਦਾ ਇਸ਼ੂ ਤੋਂ ਬਾਹਰ ਨਿਕਲ ਕੇ ਇਹਨਾਂ ਚੀਜ਼ਾਂ ਨੂੰ ਆਪਣਾ ਸੋਚਣਾ ਚਾਹੀਦਾ, ਕਿਉਂਕਿ ਜਿਹੜਾ ਵੀ ਪਰਸਨ ਇੱਥੇ ਤੁਸੀਂ ਰੋਂਗ ਆ, ਅਸੀਂ ਅਜੇ ਵੀ ਇੱਥੇ ਤੁਸੀਂ ਰੋਂਗ ਹੋ, ਕਿਉਂਕਿ ਜਿਹੜਾ ਕੰਮ ਕਰਨ ਤੋਂ ਬਾਅਦ ਕਿਸੇ ਵੀ ਪਰਸਨ ਦਾ ਐਕਸਪੀਰੀਅੰਸ ਬਣਦਾ ਵਾ, that is most important। ਨਹੀਂ I agree with you, ਮੈਂ ਤੇ ਇਸ ਚੀਜ਼ ਨਾਲ ਤੁਹਾਡੇ ਨਾਲ ਮੈਡਮ ਅਗਰ ਐਕਸਪੀਰੀਅੰਸਡ ਲੋਕ ਆ ਰਹੇ ਆ ਪਾਰਟੀ ਦੇ ਵਿੱਚ ਤੇ ਉਹਨਾਂ ਨੂੰ ਵੀ ਪੂਰੀ ਤਰ੍ਹਾਂ ਐਸਟੈਬਲਿਸ਼ ਨਹੀਂ ਹੋਣ ਦਿੱਤਾ ਜਾਂਦਾ। ਫਿਰ ਹਾਂ ਬਿਲਕੁਲ ਉਹੀ ਚੀਜ਼ਾਂ ਦੇਖੋ ਜਿਹੜਾ ਕਲੀਨ ਐਕਸਪੀਰੀਅੰਸ ਲੋਕ ਵੀ ਆ ਰਹੇ ਆ।
ਜਿੱਦਾਂ ਹਾਂ ਦੇਖੋ ਉਹ ਫਿਰ ਗਰੁੱਪਿੰਗ ਪੁਰਾਣਿਆਂ ਦੇ ਗਰੁੱਪਿੰਗ ਕਰਕੇ ਲੱਗ ਜਾਂਦੇ ਨੇ ਉਹਨੂੰ ਤੰਗ ਕਰਨ ਸ਼ੀਤਲ ਜੀ then ਐਕਚੁਅਲੀ ਇਹ ਚੀਜ਼ਾਂ ਸਾਨੂੰ ਫੇਸ ਕਰਨੀਆਂ ਪੈਣਗੀਆਂ। ਰੀਜ਼ਨ ਕੀ ਹਾਂ ਹੈਗਾ, ਬਿਲਕੁਲ ਮੈਂ ਜਿਹੜੀ ਬਿਲकुल ਚੀਜ਼ we ਨੂੰ have to ਸਮਝਦਾ, fight ਇਹ ਅਗਰ ਅਸੀਂ ਚੀਜ਼ਾਂ ਨਾ ਅੱਛਾ ਕਰਨਾ ਚਾਹੁੰਦੇ ਹਾਂ again you are pointing regarding the politics, its nature, its behavior and its all these things. You are not matlab talking about the changing of the politics, ਕਿਉਂਕਿ ਜੇ ਦੇਖੋ ਪੋਲਿਟਿਕਸ ਇਜ਼ ਅ ਹਾਰਡ ਥਿੰਗ। ਪੋਲਿਟਿਕਸ ਦੇਖੋ, ਪਹਿਲੇ ਮੈਨੂੰ ਇੱਕ ਗੱਲ ਨੂੰ ਕੰਪਲੀਟ ਕਰ ਲੈਣ ਦਿਓ ਜੀ। ਪੋਲਿਟਿਕਸ ਜਿਹੜੀ ਆ ਆਲਰੇਡੀ ਬਹੁਤ ਜ਼ਿਆਦਾ ਹਾਰਡ, ਜ਼ਿਆਦਾ ਕੰਪੀਟੀਸ਼ਨ ਆ ਇਹਦੇ ਵਿੱਚ ਬਾਕੀ ਦੂਜੇ ਸੈਕਟਰਸ ਦੇ ਨਾਲੋਂ, ਕਿਉਂਕਿ ਇਹਦੇ ਵਿੱਚ ਹਿਊਮੈਨਿਟੀ ਦੀ ਜਿਹੜੀ ਅਸੀਂ ਦੂਜੇ ਸੈਕਟਰਸ ਦੇ ਵਿੱਚ ਦੇਖਦੇ ਹਾਂ ਕਿ ਇੱਕ ਕੀਮਤ ਹੁੰਦੀ ਆ, ਉਹ ਕੀਮਤ ਮਨਫੀ ਹੋ ਕੇ ਰਾਜਨੀਤੀ ਦੇ ਵਿੱਚ ਐਂਟਰੀ ਹੁੰਦੀ ਆ। ਤਾਂ ਜਦੋਂ ਨਵੇਂ ਲੋਕ ਆਉਂਦੇ ਨੇ, ਉਹ ਬਹੁਤ ਜ਼ਿਆਦਾ ਦੇਰ ਤੱਕ ਉਹੀ ਆਪਣੀ ਹਿਊਮੈਨਿਟੀ ਦੀਆਂ ਕਦਰਾਂ ਕੀਮਤਾਂ ਦੇ ਨਾਲ ਚੱਲਦੇ ਰਹਿੰਦੇ ਨੇ, ਜਿਹਦੀ ਵਜ੍ਹਾ ਕਰਕੇ ਇਹ ਚੀਜ਼ਾਂ ਜਿਹੜੀਆਂ ਨੇ ਜ਼ਿਆਦਾ ਪ੍ਰੋਬਲਮ ਆਉਂਦੀ ਆ ਉਹਨਾਂ ਲੋਕਾਂ ਲਈ ਜਿਹੜੇ ਨਵੇਂ ਲੋਕ ਆਏ ਹੁੰਦੇ ਨੇ ਪੋਲਿਟਿਕਸ ਦੇ ਵਿੱਚ। ਹੁਣ ਨਵੇਂ ਲੋਕ ਉਹ ਤਾਂ ਆਉਣਗੇ ਨਹੀਂ ਜਿਹੜੇ ਪੁਸ਼ਤਰ ਪੁਸ਼ਤ ਰਾਜਨੀਤੀ ਹੰਡਾਉਂਦੇ ਆ। ਕੋਈ ਜਿੱਦਾਂ ਹੁਣ ਸ਼ੀਤਲ ਜੀ ਨੇ, ਐਡਵੋਕੇਟ ਨੇ, ਉਹਨਾਂ ਦਾ ਪੁਰਾਣਾ ਐਕਸਪੀਰੀਅੰਸ ਆ, ਜੇਕਰ ਉਹ ਪਾਰਟੀ ਦੇ ਵਿੱਚ ਆਉਂਦੇ ਵੀ ਨੇ ਤਾਂ ਯਥਾਯੋਗ ਉਹਨਾਂ ਦੀ ਜਿੱਥੇ ਜ਼ਰੂਰਤ ਮਹਿਸੂਸ ਹੁੰਦੀ ਆ, ਕਿਉਂਕਿ ਜੋ ਉਹਨਾਂ ਦਾ ਇੰਟੈਲੈਕਚੁਅਲ ਆ ਉਹਦੀ ਜਿਹੜੀ ਜ਼ਰੂਰਤ ਪਾਰਟੀ ਨੂੰ ਵੀ ਹੈਗੀ ਆ। ਕਿਉਂਕਿ ਜੇਕਰ ਆਪਾਂ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਆ ਨਾ, ਤਾਂ ਜੋ ਮੈਂ ਵੀ ਪਿਛਲੇ 2010 ਤੋਂ ਆ, ਇੱਕ ਚੀਜ਼ ਨੂੰ ਮੈਂ particularly ਨੋਟ ਕੀਤਾ ਵਾ ਕਿ all the people are not behaving like politicians, they are behaving like ਇੱਕ ਜਿੱਦਾਂ ਆਪਾਂ NGO ਜਾਂ ਇੱਕ ਆਰਗੇਨਾਈਜੇਸ਼ਨ ਇਦਾਂ ਦੀ ਦੇ ਰਹੇ ਆ ਕਿ ਜਿਹਦੇ ਵਿੱਚ ਅਸੀਂ ਆਪਣੀਆਂ ਮਤਲਬ ਭਾਵਨਾਵਾਂ ਨੂੰ ਜ਼ਿਆਦਾ ਅੱਗੇ ਰੱਖਦੇ ਹਾਂ। ਜੀ ਸੁਰਿੰਦਰ ਜੀ, if you allow ਸੁਰਿੰਦਰ ਜੀ, ਤੁਸੀਂ ਬੜੀ ਅੱਛੀ ਗੱਲ ਕੀਤੀ ਹੈ। ਇੱਕ ਤੇ ਤੁਸੀਂ ਵੀ ਇਹ ਗੱਲ ਆਖੀ ਹੈ ਵੀ I would like to appreciate you, ਵੀ ਤੁਸੀਂ ਇਹ ਵੀ ਗੱਲ ਆਖੀ ਵੀ ਯਥਾ ਸ਼ਕਤੀ ਜਿਹੜਾ ਵੀ ਬੰਦਾ ਨਵਾਂ ਆ ਰਿਹਾ ਹੈ, ਠੀਕ ਆ, ਉਹ ਆਪਣੇ ਕਪੈਸਿਟੀ ਦੇ ਹਿਸਾਬ ਨਾਲ ਉਹਦੀ ਜੋ ਸੇਵਾਵਾਂ ਹੋ ਸਕਦੀਆਂ ਉਹ ਦਵੇ ਔਰ ਪਾਰਟੀ ਵੀ ਉਸ ਤੋਂ ਲਵੇ। ਔਰ ਮੇਰਾ ਜੋ ਪਰਸਨਲੀ ਇੱਕ ਪੁਆਇੰਟ ਆਫ ਵਿਊ ਇਹ ਹੈਗਾ ਵੀ ਮੈਂ ਕਦੀ, ਮੇਰਾ ਸ਼ਾਇਦ ਥੋੜਾ ਜਿਹਾ ਹਟ ਕੇ ਹੈ ਪੁਆਇੰਟ ਆਫ ਵਿਊ, ਮੈਂ ਕਦੀ ਇਹ ਨਹੀਂ ਕਹਿੰਦਾ ਵੀ ਪਾਰਟੀ ਕਰਕੇ ਅਸੀਂ ਲੋਕ ਹੈਗੇ ਆ। ਮੇਰਾ ਆਪਣੀ ਓਪੀਨੀਅਨ ਇਹ ਹੈ ਵੀ ਅਸੀਂ ਤੁਸੀਂ ਜੋ ਵੀ ਲੋਕ ਨੇ, ਜੇ ਅਸੀਂ ਅੱਜ 7 ਜਣੇ ਆ, 6 ਜਣੇ ਤੁਸੀਂ ਹੋ, 7ਵਾਂ ਮੈਂ, ਅਸੀਂ ਜਿੱਥੇ ਬੈਠੇ ਹੋਏ ਆ, ਇਫ ਵੀ ਆਰ, ਜੇ ਸਾਡੀ ਲਾਈਕ ਮਾਈਂਡਡਨੈਸ ਹੈ ਐਂਡ ਅਸੀਂ ਸੋਚ ਰਹੇ ਹਾਂ ਵੀ ਅਸੀਂ ਆਮ ਆਦਮੀ ਪਾਰਟੀ ਨੂੰ ਸਪੋਰਟ ਕਰਨਾ, ਤੇ ਇਟ ਮੀਨਸ ਇੱਥੇ ਹੀ ਆਮ ਆਦਮੀ ਪਾਰਟੀ ਹੈ, ਸਾਡੇ ਲੋਕਾਂ ਦੇ ਕਰਕੇ ਹੀ ਆਮ ਆਦਮੀ ਪਾਰਟੀ ਹੈ। ਦੇਖੋ ਆਮ ਆਦਮੀ ਪਾਰਟੀ ਜਾਂ ਬੀਜੇਪੀ ਜਾਂ ਕਾਂਗਰਸ ਜਾਂ ਕੋਈ ਵੀ, ਸਾਨੂੰ ਅੰਧੇ ਭਗਤ ਨਹੀਂ ਹੋਣਾ ਚਾਹੀਦਾ। ਸਾਨੂੰ ਕੁਝ ਸਾਡੇ ਐਥਿਕਸ ਹੋਣੇ ਚਾਹੀਦੇ ਆ। ਫਿਰ ਦੇਖੋ, ਜੇਕਰ ਅਸੀਂ ਇੱਕ ਦੂਜੇ ਦੇ ਪਿੱਛੇ ਲੱਗੂ ਲੱਗ ਕੇ ਹੀ ਕੰਮ ਕਰਨਾ ਵਾ, ਫਿਰ ਸਾਡਾ ਸੈਕੂਲਰਿਜ਼ਮ ਜਾਂ ਫਿਰ ਸਾਡਾ ਸੋਸ਼ਲਿਜ਼ਮ ਨਹੀਂ ਉਹ ਜਾਂ ਤੁਹਾਡੀ ਫਿਰ ਗੱਲ, ਸਾਡੀ ਡੈਮੋਕ੍ਰੇਸੀ ਕਿੱਥੇ ਰਹਿ ਜਾਂਦੀ ਹੈ ਨਾ। ਦੇਖੋ, if party is wrong anywhere, मान लो the party member is wrong anywhere, then must be raised of voice ਕਿ ਭਾਜੀ ਇੱਥੇ ਗਲਤ ਹੋ ਰਿਹਾ ਵਾ, ਕਿ ਇਹਨੂੰ ਸਾਨੂੰ ਸੁਧਾਰ ਲੈਣਾ ਚਾਹੀਦਾ ਵਾ। ਸੋਲੂਸ਼ਨ ਕੀ ਤੁਸੀਂ ਜਦੋਂ ਸੁਜੈਸਟ ਅਸੀਂ ਕਰਦੇ ਹੋ? ਕੰਮ, ਸੋਲੂਸ਼ਨ ਕੀ ਸੁਜੈਸਟ ਕਰਦੇ ਹੋ ਇਸ ਪੁਆਇੰਟ ਤੇ ਆਪਾਂ ਕੀ ਕਰੀਏ? ਇਹ ਕ੍ਰਿਮੀਨਲਾਈਜੇਸ਼ਨ ਆਫ ਪੋਲਿਟਿਕਸ ਉੱਤੇ ਡਿਸਕਸ਼ਨ ਸੀਗੀ, ਅਸੀਂ ਇਹਨੂੰ ਕਿਸੇ ਹੋਰ ਬੰਨੇ ਲੈ ਗਏ। ਨਹੀਂ, ਮੈਂ ਉਹੀ ਗੱਲ ਤੇ ਆ ਗਿਆ। ਮੈਂ ਆਪਾਂ ਗੱਲ ਉੱਥੇ ਹੀ ਆ ਸਰ, ਆਪਣੀ ਗੱਲ ਉੱਥੇ ਹੀ ਆ ਕਿ ਜਦੋਂ ਲੋਕ ਆਉਣਗੇ ਵਿੱਚ, ਤਾਂ ਅਗਰ ਅਸੀਂ ਉਹਨਾਂ ਨੂੰ ਪਾਰਟੀ ਸਟਰੋਂਗ ਹੀ ਹੋਏਗੀ, ਹੈ ਨਾ, ਜਦੋਂ ਅਸੀਂ ਉਹਨਾਂ ਦੀ ਸ਼ੀਤਲ ਜੀ ਪਲੀਜ਼ ਲੈਟ ਹਰ ਸਪੀਕ, ਦੇ ਮੁਤਾਬਕ, ਹੈ ਨਾ, ਉਹਨਾਂ ਦੀ ਸ਼ਕਤੀ ਦੇ ਮੁਤਾਬਕ, ਉਹਨਾਂ ਦੇ ਕੰਮ ਕਰਨ ਦੀ ਸਮਰੱਥਾ ਦੇ ਮੁਤਾਬਕ ਅਸੀਂ ਅਗਰ ਇਹ ਚੀਜ਼ ਨੂੰ ਸੋਚਦੇ ਆ ਕਿ there must be a secularism, ਤਾਂ ਉਹਨੇ ਉਹ ਚੀਜ਼ਾਂ ਜਿਹੜੀਆਂ ਨੇ ਉਹ ਸਾਨੂੰ ਉਸੇ ਢੰਗ ਨਾਲ ਚੰਗੀ ਵਿਵਸਥਾ ਲਿਆਉਣ ਦੇ ਲਈ ਕਰਨੀਆਂ ਚਾਹੀਦੀਆਂ। ਜੇਕਰ ਆਪਾਂ ਉਹੀ ਸੋਚਦੇ ਆ ਕਿ ਤਲਵਾ ਚੱਟ ਸਿਸਟਮ, ਉਹੀ ਸੋਚਦੇ ਆ ਕਿ ਜਿਹਦੇ ਕੋਲ ਪੈਸਾ ਸਿਸਟਮ, ਜਾਂ ਉਹੀ ਸੋਚਦੇ ਆ, ਡਾਕਟਰ ਸੁਰਿੰਦਰ ਜੀ, I'm very clear, ਡਾਕਟਰ sir, ਸੁਰਿੰਦਰ I'm ਜੀ, very clear regarding this ਕਿ ਦੇਖੋ, ਉਹ ਬੰਦੇ ਜਿਹੜੇ ਤੁਹਾਡੀ ਹਾਂ 'ਚ ਹਾਂ ਮਿਲਾਉਂਦੇ ਹੋਣ ਤਾਂ ਉਹਨਾਂ ਨੂੰ ਤੁਸੀਂ ਪ੍ਰੈਫਰ ਕਰੋ। ਦਿਸ ਇਜ਼ ਦਾ ਰੋਂਗ ਵੇ ਆਫ ਡੈਮੋਕ੍ਰੇਸੀ। ਬਿਲਕੁਲ ਹੈ ਨਾ, ਸਮਰੱਥਾ ਦੇਖੋ ਕਿਸੇ ਬੰਦੇ ਦੀ ਸਮਰੱਥਾ ਕਿੰਨੀ ਆ। ਤੁਸੀਂ ਦੇਖੋ ਸਰ, ਜਿਹੜੀ ਤੁਸੀਂ ਗੱਲ ਕਰ ਰਹੇ ਹੋ ਇਹ ਬੜੀ ਹੀ ਅੱਛੀ ਸਮਰੱਥਾ ਕਿਸੇ ਦੀ, ਇਹ ਤੇ ਪਾਰਟੀ, ਪਲੀਜ਼ ਸ਼ੀਤਲ ਜੀ, ਪਲੀਜ਼ ਲੈਟ ਮੀ ਸਪੀਕ, ਠੀਕ ਹੈ, ਬੜੀ ਅੱਛੀ ਗੱਲ ਹੈਗੀ ਹੈ, ਬਟ ਆਈ ਐਮ ਮੋਰ ਇੰਟਰਸਟਡ ਰਾਈਟ ਨਾਓ ਵੀ what would be our first step, ਅਸੀਂ ਪਹਿਲਾ ਸਟੈਪ ਕੀ ਲਈਏ? ਜਿਸ ਤਰ੍ਹਾਂ ਇਹ ਹੋਣਾ ਚਾਹੀਦਾ, ਉਹ ਹੋਣਾ ਚਾਹੀਦਾ, ਦੈਟਸ ਅ ਡਿਫਰੈਂਟ ਇਸ਼ੂ। ਜਿਸ ਤਰ੍ਹਾਂ ਮੈਂ ਗੱਲ ਇਹ ਆਖੀ ਆ, ਫੋਰ ਐਗਜ਼ਾਮਪਲ ਤੁਸੀਂ ਆਮ ਆਦਮੀ ਪਾਰਟੀ ਨਾਲ ਐਸੋਸੀਏਟ ਸੀ,
ਤੁਸੀਂ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਜੇ, ਠੀਕ ਹੈ, ਬਹੁਤ ਸਾਰੇ ਲੋਕਾਂ ਨੂੰ ਤੁਹਾਡੇ ਨਾਲ ਕੰਪਲੇਂਟ ਹੋਏਗੀ, ਠੀਕ ਹੈ ਨਾ, ਜਾਂ ਕਿਸੇ ਜਾਂ ਅਸੀਂ ਛੋਟੇ ਲੀਡਰ ਹੈਗੇ ਨਾ, ਸਾਡੇ ਉੱਪਰ ਕੋਈ ਵੱਡੇ ਲੀਡਰ ਹੈਗੇ ਨੇ, ਸਾਨੂੰ ਉਹਨਾਂ ਤੋਂ ਵੀ ਕੰਪਲੇਂਟ ਹੈਗੀ ਹੈ, ਭਗਵੰਤ ਮਾਨ ਤੋਂ ਵੀ ਇਹੀ ਕਹਿੰਦੇ ਭਗਵੰਤ ਮਾਨ ਨੂੰ ਏਦਾਂ ਕਰਨਾ ਚਾਹੀਦਾ। ਦੇਖੋ ਹੋਣ ਨੂੰ ਬਹੁਤ ਕੁਝ ਚਾਹੀਦਾ ਹੈ, ਲੇਕਿਨ ਹਰ ਬੰਦੇ ਦੀ ਕੈਪੈਸਿਟੀ ਆਪਣੇ ਤੱਕ ਹੁੰਦੀ ਹੈ। ਹੁਣ ਮੈਂ ਡਾਕਟਰ ਹਾਂ, ਠੀਕ ਹੈ, ਮੈਂ ਡਾਕਟਰ ਬਿਕਰਮਜੀਤ ਸਿੰਘ ਕੀ ਕਰ ਸਕਦਾ, ਮੈਨੂੰ ਕਿਸੇ ਨੇ ਓਪੀਨੀਅਨ ਨਹੀਂ ਦਿੱਤੀ, ਆਈ ਜਸਟ ਥਾਟ ਅਬਾਊਟ ਵੀ ਯਾਰ ਇੱਕ ਬੜਾ ਇੱਕ ਇਸ਼ੂ ਹੈਗਾ ਵੀ ਜਿਹੜੇ ਮੈਂ ਜਿੰਨੇ ਵੀ ਲੋਕਾਂ ਨਾਲ ਗੱਲ ਕਰ ਰਿਹਾ, ਨਵੇਂ ਲੋਕਾਂ ਨਾਲ ਗੱਲ ਕਰ ਰਿਹਾ, ਮੁਸ਼ਕਲ ਹੋ ਕੀ ਰਹੀ ਹੈ ਪਾਰਟੀ ਦੇ ਵਿੱਚ ਨਾ, ਅਸੀਂ ਘੁੰਮ ਘਮਾ ਕੇ ਉਹਨਾਂ ਕੀ ਲੋਕਾਂ ਦੇ ਵਿੱਚ ਬੈਠੀ ਜਾ ਰਹੇ ਹੈਗੇ। ਮੈਂ ਜਿੰਨੇ ਨਵੇਂ ਬਾਹਰਲੇ ਲੋਕਾਂ ਦੇ ਨਾਲ ਗੱਲ ਕਰਦੇ ਆ, ਤੇ ਕੋਈ ਬੰਦਾ ਸਿੱਧੇ ਮੂੰਹ ਨਾਲ ਇੰਟਰਸਟਡ ਨਹੀਂ ਹੁੰਦਾ ਵੀ ਹਾਂ ਅਸੀਂ ਪੋਲਿਟਿਕਸ 'ਚ ਆਣਾ। ਮੇਰਾ ਮਕਸਦ ਇਹੋ ਹੀ ਹੈਗਾ ਵੀ ਮਾਹੌਲ ਕੈਸਾ ਬਣਾਈਏ, ਕੀ ਇਨੀਸ਼ੀਏਟਿਵ ਹੋਵੇ। ਮਾਹੌਲ ਕਿਉਂ ਨਹੀਂ ਦੇ ਮੇਨ ਪਾ ਰਹੇ, ਕਾਰਨ ਕਿਉਂ ਨਹੀਂ ਪਹਿਲਾਂ ਮਾਹੌਲ ਦੇ ਪਾ ਲੱਭੀਏ, ਰਹੇ ਅਸੀਂ? ਉਹਦਾ ਪਹਿਲਾ ਕਾਰਨ ਲੱਭੀਏ ਕਿ ਜਿਹੜੇ ਪਿਛਲੇ ਲੋਕ ਆਏ ਸੀ, ਜਿਹੜੇ ਲੋਕ ਸਮਰਥਾ ਦੇ ਮੁਤਾਬਕ ਜਾਂ ਜਿਹੜੇ ਐਜੂਕੇਟਡ ਲੋਕ ਜਿਨ੍ਹਾਂ ਨੇ ਐਂਟਰ ਕੀਤਾ, ਉਹਨਾਂ ਨੂੰ ਕਿਹੜੀਆਂ ਪ੍ਰੋਬਲਮ ਫੇਸ ਕਰਨੀਆਂ ਪਈਆਂ। ਸਾਨੂੰ ਉਹਨਾਂ ਪ੍ਰੋਬਲਮਸ ਨੂੰ ਹੁਣ ਖਤਮ ਕਰਨ ਦੀ ਲੋੜ ਆ, ਜਿਹਦੀ ਵਜ੍ਹਾ ਕਰਕੇ ਲੋਕ ਇੱਕ ਵਾਰੀ ਸ਼ੁਰੂ ਹੋ ਕੇ ਫਿਰ ਵਾਪਸੀ ਬੈਕ ਕਰ ਗਏ ਨੇ। ਇਹ ਸਾਨੂੰ ਕਾਰਨ ਜਾਣਨੇ ਚਾਹੀਦੇ ਨੇ, ਕਿਉਂਕਿ ਜੇਕਰ ਅਸੀਂ ਕਾਰਨਾਂ ਦੇ ਉੱਤੇ ਰਿਵਿਊ ਨਹੀਂ ਕਰਾਂਗੇ ਤੇ ਸਾਨੂੰ ਅਗਲੇ ਹੱਲ ਵੀ ਨਹੀਂ ਲੱਭਣਗੇ। ਦੇਖੋ ਮੈਮ ਤੁਸੀਂ ਇਹ ਗੱਲ ਸਹੀ ਆਖੀ ਹੈ। ਦੇਖੋ ਜਿੱਥੋਂ ਤੱਕ ਮੈਂ ਇਸ ਚੀਜ਼ ਨੂੰ ਸੋਚ ਰਿਹਾ, ਸਮਝ ਰਿਹਾ, ਜਾਂ ਮੈਂ ਆਪਣੇ ਆਪ ਨੂੰ ਜਿੱਥੇ ਪੋਜੀਸ਼ਨਾਈਜ਼ ਕਰ ਪਾ ਰਿਹਾ, ਉਹ ਇਹ ਹੈਗਾ ਵੀ ਮੈਂ ਆਪਣੇ ਤੱਕ ਇਹ ਸੋਚ ਰਿਹਾ ਵੀ ਕਮ ਸੇ ਕਮ ਮੈਂ ਇਹੋ ਜਿਹੇ ਲੋਕਾਂ ਨੂੰ ਇੱਕ ਮੰਚ ਤੇ ਲਿਆ ਸਕਾਂ ਤਾਂ ਕਿ ਉਹ ਇੰਡੀਪੈਂਡੈਂਟਲੀ, ਜਿਸ ਤਰ੍ਹਾਂ ਹੁਣ ਸ਼ੀਤਲ ਜੀ ਦੀ ਆਪਣੀ ਓਪੀਨੀਅਨ ਹੈ, ਤੁਹਾਡੀ ਆਪਣੀ ਹੈ, ਦਲਜੀਤ ਜੀ ਦੀ ਆਪਣੀ ਹੈ, ਦਮਨ ਜੀ ਦੀ ਆਪਣੀ ਹੈ, ਤੁਸੀਂ ਸਾਰੇ ਇੰਡੀਪੈਂਡੈਂਟ ਸੋਚ ਨਾਲ ਬਗੈਰ ਕਿਸੇ ਦੀ ਲਾਈਨ ਨੂੰ ਆਪਾਂ ਕੱਟਿਆ, ਆਪਾਂ ਸੁਣਨਾ, ਸਮਝਣਾ ਔਰ ਸੋਲੂਸ਼ਨ ਦੇ ਬਾਰੇ ਗੱਲ ਕਰਨੀ ਹੈ। ਹਰ ਇੱਕ ਦੀ ਗੱਲ ਬਹੁਤ ਇੰਪੋਰਟੈਂਟ ਹੁੰਦੀ ਹੈ। ਹੁਣ ਇਹਦੇ ਵਿੱਚ ਦੋ ਤਿੰਨ ਚੀਜ਼ਾਂ ਜਿਹੜੀਆਂ ਮੈਂ ਸਮਝ ਕੇ ਆ ਰਿਹਾ, ਉਹ ਇਹ ਹੈਗਾ ਵੀ ਇੱਕ ਤੇ ਕੰਟੀਨਿਊਟੀ, ਠੀਕ ਹੈ, ਵੀ ਅਸੀਂ ਸਾਰੇ ਲੋਕ ਕੰਟੀਨਿਊਲੀ ਇੱਕ ਦੂਜੇ ਨਾਲ ਟੱਚ 'ਚ ਰਹੀਏ, ਇਹ ਬਹੁਤ ਜ਼ਰੂਰੀ ਹੈ ਤਾਂ ਕਿ ਅਸੀਂ ਕੁਝ ਬਿਹਤਰ ਕਰ ਪਾਈਏ। ਅੱਜ ਤੁਸੀਂ ਸਾਰੇ ਜਣੇ ਮੀਟਿੰਗ 'ਚ ਆਏ ਹੋ, ਬਹੁਤ ਬਹੁਤ ਸ਼ੁਕਰੀਆ, ਟਾਈਮ ਵੀ ਵੈਸੇ ਹੋ ਰਿਹਾ, ਤੇ ਇਹ ਵੀ ਇੱਕ ਆਪਾਂ ਕੰਟੀਨਿਊਟੀ ਰੱਖਣੀ ਹੈ। ਤੁਸੀਂ ਪਲੀਜ਼ ਸਾਰੇ ਜਣੇ ਨੰਬਰ ਵੈਸੇ ਤੇ ਹੋਣਗੇ ਹੀ, ਬਟ ਫਿਰ ਵੀ ਤੁਸੀਂ ਮੈਨੂੰ ਆਪਣਾ ਪਰਸਨਲ ਜ਼ਰੂਰ ਮੈਸੇਜ ਕਰ ਦਿਓ ਇੱਕ ਵਾਰੀ, ਆਪਣਾ ਨਾਮ, ਲੋਕੇਸ਼ਨ, ਵਾਟਐਵਰ। ਪਹਿਲਾਂ ਤਾਂ ਤੁਸੀਂ ਆਪਣੇ ਬਾਰੇ ਇਨਫੋਰਮੇਸ਼ਨ ਦੇ ਦਿਓ। ਹਾਂ ਠੀਕ ਹੈ, ਮੈਂ ਡਾਕਟਰ ਬਿਕਰਮਜੀਤ ਸਿੰਘ ਹੈ ਜੀ, ਸਗੋਂ ਮੈਨੂੰ ਪਹਿਲਾਂ ਦੇਣੀ ਚਾਹੀਦੀ ਸੀ, ਮੈਂ ਮੋਸਟ ਪ੍ਰੋਬਬਲੀ ਆਈ ਥਿੰਕ ਜਿਨ੍ਹਾਂ ਨਾਲ ਕੰਟੈਕਟ ਕੀਤਾ ਤੇ ਉਹ ਸਾਰੇ ਜਾਣਦੇ ਨੇ। ਤੇ ਮਾਈਸੈਲਫ ਇਜ਼ ਡਾਕਟਰ ਬਿਕਰਮਜੀਤ ਸਿੰਘ, ਤੇ ਮੈਂ ਅੰਮ੍ਰਿਤਸਰ 'ਚ ਰਹਿਣਾ, ਔਰ ਇਸ ਵੇਲੇ ਆਮ ਆਦਮੀ ਪਾਰਟੀ ਦੇ ਜਿਹੜਾ ਇੰਟੈਲੈਕਚੁਅਲ ਵਿੰਗ ਦਾ ਮੈਂ ਪ੍ਰੈਜ਼ੀਡੈਂਟ ਹੈਗਾ ਅੰਮ੍ਰਿਤਸਰ ਦਾ, ਡਿਸਟ੍ਰਿਕਟ ਅੰਮ੍ਰਿਤਸਰ ਦਾ, ਠੀਕ ਹੈ। ਤੇ ਉਸ ਬਿਹਾਫ ਦੇ ਉੱਤੇ ਹੀ ਮੈਂ ਕੋਸ਼ਿਸ਼ ਕਰ ਰਿਹਾ ਸੀਗਾ ਵੀ ਅਸੀਂ ਇਹੋ ਜਿਹਾ ਮਾਹੌਲ ਬਣਾਈਏ। ਦੋ ਤਿੰਨ ਚੀਜ਼ਾਂ ਦੀ ਮੈਨੂੰ ਤੁਹਾਡੇ ਵੱਲੋਂ ਹੈਲਪ ਵੀ ਸਾਰਿਆਂ ਵੱਲੋਂ ਚਾਹੀਦੀ ਹੋਏਗੀ, ਔਰ ਤੁਹਾਡੀ ਓਪੀਨੀਅਨ ਵੀ ਚਾਹੀਦੀ ਹੈ, ਬਿਕੋਜ਼ ਮੈਂ ਇਸ ਚੀਜ਼ ਨੂੰ ਥੋੜਾ ਜਿਹਾ ਫਾਈਨਲਾਈਜ਼ ਕਰਨ ਦੀ ਕੋਸ਼ਿਸ਼ ਕਰ ਰਿਹਾ, ਕਿਉਂਕਿ ਮੈਂ ਕਦੇ ਵੀ ਕੁਐਸਚਨ ਨੂੰ ਅੱਧਾ ਨਹੀਂ ਛੱਡਦਾ। ਕੋਸ਼ਿਸ਼ ਇਹ ਕਰਦਾ ਵੀ ਜੇ ਅਸੀਂ ਗੱਲ ਡਿਸਕਸ਼ਨ ਕੀਤੀ, ਉਹਨੂੰ ਸਮ ਅਪ ਕਰਕੇ ਇੱਕ ਕਨਕਲੂਜਨ ਕਰਕੇ ਉੱਤੇ ਪ੍ਰੋਸੀਡ ਕਰੀਏ ਤਾਂ ਕਿ ਅਸੀਂ ਐਕਸ਼ਨੇਬਲ ਹੋ ਸਕੀਏ, ਠੀਕ ਹੈ। ਪਹਿਲੀ ਗੱਲ ਤੇ ਇਹ ਹੈ ਕਿ ਕੰਟੀਨਿਊਟੀ, ਪਲੀਜ਼ ਸੇਵ ਮਾਈ ਨੰਬਰ, ਮੈਂ ਚੈਟ ਦੇ ਵਿੱਚ ਆਪਣਾ ਨੰਬਰ ਮੈਂ ਲਿਖ ਦਿੰਦਾ, ਠੀਕ ਹੈ। ਤੇ ਤੁਸੀਂ ਇੱਕ ਤੇ ਨੰਬਰ ਮੇਰਾ ਸੇਵ ਤੁਸੀਂ ਕਰ ਲਓ ਸਾਰੇ ਜਾਣੇ, ਠੀਕ ਹੈ, ਇਹ ਮੇਰਾ ਨੰਬਰ ਹੈ। ਔਰ ਦੂਸਰੀ ਗੱਲ ਇਹ ਹੈਗੀ ਹੈ ਵੀ ਜਿਸ ਤਰ੍ਹਾਂ ਇੱਕ ਸਰ ਨੇ ਆਖਿਆ ਸੀ ਪਬਲਿਕ ਅਵੇਅਰਨੈਸ ਦਾ ਜਿਹੜਾ ਪੁਆਇੰਟ ਇਹਨਾਂ ਨੇ ਸ਼ੁਰੂ ਕੀਤਾ ਸੀਗਾ, ਆਈ ਜਸਟ ਰਿਕੁਐਸਟ ਯੂ, ਪਬਲਿਕ ਅਵੇਅਰਨੈਸ ਕਿਸ ਤਰ੍ਹਾਂ ਆਪਾਂ ਲਿਆਈਏ, ਪ੍ਰੈਕਟੀਕਲ ਅਪਰੋਚ ਫॉर ਦਾ ਪਬਲਿਕ ਅਵੇਅਰਨੈਸ, ਠੀਕ ਹੈ। ਠੀਕ ਹੈ, ਇੱਕ ਸੋਸ਼ਲ ਕੈਂਪੇਨ ਦਾ ਦਮਨ ਜੀ ਨੇ ਦਿੱਤੀ ਸੀ, ਸੁਜੈਸ਼ਨ ਦਿੱਤੀ ਸੀਗੀ, ਪ੍ਰੈਕਟੀਕਲ ਅਪਰੋਚ ਫॉर ਦਾ ਸੋਸ਼ਲ ਅਵੇਅਰਨੈਸ ਕਿਸ ਤਰ੍ਹਾਂ ਹੋਣਾ ਚਾਹੀਦਾ, ਕੀ ਉਹਦਾ ਕਰਕਸ ਹੋਣਾ ਚਾਹੀਦਾ, ਕਿੱਦਾਂ ਆਪਾਂ ਉਸ ਚੀਜ਼ ਨੂੰ ਪ੍ਰੋਸੀਡ ਕਰ ਸਕਦੇ ਹੈਗੇ, ਠੀਕ ਹੈ। ਫਿਰ ਇੱਕ ਜਿਹੜਾ ਐਮਐਲਏ ਬੈਕਿੰਗ ਦਾ, ਜਿਸ ਤਰ੍ਹਾਂ ਰਵੀ ਜੀ ਨੇ ਬੜਾ ਅੱਛਾ ਪੁਆਇੰਟ ਕੀਤਾ, ਮੈਂ ਤੁਹਾਨੂੰ ਯਕੀਨ ਦਿਵਾਨਾ, ਆਈ ਵਿਲ ਪੁੱਟ ਮਾਈ ਆਲ ਐਫਰਟਸ ਵੀ ਜਿਹੜੀਆਂ ਨੈਕਸਟ ਮੀਟਿੰਗਸ ਹੋਣਗੀਆਂ ਜਾਂ ਕੁਝ ਵੀ ਹੋਏਗਾ, ਯੂ ਵਿਲ ਬੀ ਗਲੈਡ ਟੂ ਨੋ। ਮੈਂ ਪਿੱਛੇ ਨਾ ਥੋੜਾ ਦਿਨ ਪਹਿਲਾਂ ਮੈਸੇਜ ਵੀ ਪਾਇਆ ਸੀਗਾ ਗਰੁੱਪ ਦੇ ਵਿੱਚ, ਉਹ ਮੈਸੇਜ ਇਹ ਸੀਗਾ ਵੀ ਜੇ ਕਿਸੇ ਦੇ ਵਾਰਡ ਦੇ, ਹਲਕੇ ਦੇ ਜਾਂ ਕਿਸੇ ਵੀ ਇਲਾਕੇ ਦੀ ਕੋਈ ਸੜਕ ਨਹੀਂ ਬਣ ਰਹੀ, ਕੋਈ ਕਿਸੇ ਦੀ ਕੋਈ ਲਾਈਟਿੰਗ ਦੀ ਪ੍ਰੋਬਲਮ ਹੈ ਜਾਂ ਕੁਝ ਵੀ ABCD ਜਾਂ ਸੀਵਰ ਦੀ ਪ੍ਰੋਬਲਮ ਹੈਗੀ ਹੈ, ਪਲੀਜ਼ ਕੰਟੈਕਟ ਟੂ ਮੀ। ਰੀਜ਼ਨ ਕੀ ਹੈਗਾ, ਕਾਰਪੋਰੇਸ਼ਨ ਦੇ ਵਿੱਚ ਅੱਛੇ ਕੰਟੈਕਟ ਨੇ, ਸੀਨੀਅਰਸ ਲੋਕਾਂ ਨਾਲ ਅੱਛੇ ਨੇ, MLA ਦੇ ਨਾਲ ਸਾਰੇ ਅੱਛੇ ਨੇ, ਕਾਉਂਸਲਰਾਂ ਨਾਲ ਅੱਛੇ ਰਿਲੇਸ਼ਨ ਨੇ,
ਤੇ ਉਹਨਾਂ ਦੇ ਇਲਾਕੇ ਦੇ ਕੰਮ ਹੋ ਸਕਦੇ। ਰੀਜ਼ਨ ਇਹ ਹੈਗਾ ਵੀ ਕੋਈ ਇਨੀਸ਼ੀਏਟਿਵ ਨਹੀਂ ਲੈਂਦਾ। ਮੈਂ ਇਹਨਾਂ ਸਾਰੀ ਚੀਜ਼ਾਂ ਨੂੰ ਪੋਲਿਟਿਕਸ ਤੋਂ ਉੱਪਰ ਹੋ ਕੇ ਸੋਚਦਾ ਵੀ ਹਾਂ ਦੂਜੀ ਸਰਕਾਰ ਦਾ ਹੈਗਾ, ਮੈਂ ਉਹਦੇ ਨਾਲ ਕਿਉਂ ਆਖਾਂ ਜੇ ਇਹ ਚੰਗਾ ਕਰ ਗਏ ਤੇ ਫਿਰ ਅਸੀਂ ਕੀ ਕਰਾਂਗੇ। ਮੇਰੇ ਲਈ ਇਹ ਹੈ ਵੀ ਦਿਸ ਇਜ਼ ਅ ਡਿਵੈਲਪਮੈਂਟ ਪ੍ਰੋਸੀਜਰ। ਸੋ ਇਹ ਹੈ ਵੀ ਮੈਂ ਪ੍ਰੈਕਟੀਕਲ ਪਰ ਅਪਰੋਚ 'ਚ ਵਿਸ਼ਵਾਸ ਰੱਖਦਾ ਵੀ ਹਾਂ ਵੀ ਇਸ ਵੇਲੇ ਮੇਰੀ ਅਥਾਰਟੀ 'ਚ ਕੀ ਹੈਗਾ, ਮੈਂ ਕਿੰਨਾ ਕੈਪੈਸਿਟੇਟਿਵ ਹੈਗਾ, ਮੈਂ ਆਪਣੀ ਕੈਪੈਸਿਟੀ ਨੂੰ ਐਕਸਪਲੋਰ ਕਰਨ ਦੀ ਕੋਸ਼ਿਸ਼ ਕਰ ਰਿਹਾ। ਬਟ ਇੱਕ ਮੈਂ ਅਨਫੋਰਚੂਨੇਟਲੀ ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਡਿਸਕਸ ਕੀਤੀ, ਲੋਕੀ ਇੰਟਰਸਟਡ ਨਹੀਂ ਹੁੰਦੇ ਜਾਂ ਤੁਹਾਡੇ ਨਾਲ ਕੰਟੈਕਟ ਕਰਨ ਤੋਂ ਚੱਕਦੇ ਨੇ। ਇਹ ਚੀਜ਼ਾਂ ਨੂੰ ਮੈਂ ਕੋਸ਼ਿਸ਼ ਕਰ ਰਿਹਾ ਵੀ ਇਹ ਸਾਰੀ ਚੀਜ਼ਾਂ ਨੂੰ ਕਿੱਦਾਂ ਆਪਾਂ ਬਾਹਰ ਇੱਕ ਨਿਕਲੀਏ। ਮਿੰਟ ਜੀ ਜੀ ਇੱਕ ਮਿੰਟ ਮੇਰੀ ਇੱਕ ਸੁਜੈਸ਼ਨ ਆ ਕਿ ਜੀ ਸਭ ਤੋਂ ਪਹਿਲਾਂ ਨਾ ਜਿਹੜੇ ਇਨੀਸ਼ੀਅਲ ਸਟੇਜ ਦੇ ਉੱਤੇ ਲੋਕ ਜੁੜੇ ਹੋਏ ਸੀ ਨਾ, ਜਿਹੜੇ ਕਿਸੇ ਵੀ ਪ੍ਰੋਫਿਟ ਲਾਸ ਤੋਂ ਰਹਿਤ ਸੀਗੇ, ਹੈਨਾ, ਉਹਨਾਂ ਲੋਕਾਂ ਨੂੰ ਇਕੱਠੇ ਕਰੋ। ਉਹਦੇ ਨਾਲ ਸਮਾਜ ਦੇ ਵਿੱਚ ਇੱਕ ਚੰਗੀ ਗੱਲ ਜਾਊਗੀ ਕਿ ਆਮ ਆਦਮੀ ਪਾਰਟੀ ਸਾਰਿਆਂ ਨੂੰ ਇਕੱਠੇ ਕਰਕੇ ਚੱਲ ਰਹੀ ਆ। Dr. ਦੈਟ Sundar ਇਜ਼ ji, ਸਮ are ਮੋਸਟ you holding ਇੰਪੋਰਟੈਂਟ। some position in the Aam Aadmi Party right now? ਮੀ ਮਾਈਸੈਲਫ Yeah. ਤੁਹਾਡੀ ਨਹੀਂ, ਅਜੇ ਨਹੀਂ, ਅਜੇ ਕਿਉਂਕਿ ਮੈਂ ਲਾਸਟ ਟੀਮ ਦੇ ਵਿੱਚ ਸਟੇਟ ਮੀਡੀਆ ਹੈਡ ਸੀ। ਸਟੇਟ ਮੀਡੀਆ ਹੈਡ ਓਕੇ। ਤੇ ਜੀ। ਹੁਣ ਤੁਸੀਂ ਕਿਸ ਤਰ੍ਹਾਂ ਕੰਮ ਕਰਨ ਲਈ ਇੰਟਰਸਟਿਡ ਹੋ? ਮੈਂ ਤੁਹਾਡੇ ਤੋਂ ਨਹੀਂ, ਸ਼ੁਰੂ ਕਰਦਾ ਵੀ ਤੁਸੀਂ ਕਿਸ ਤਰ੍ਹਾਂ, ਮੈਂ ਕਿਉਂਕਿ ਦੇਖੋ ਪਤਾ ਕੀ ਹੈਗਾ, ਮੈਂ ਜਿੱਥੋਂ ਤੱਕ ਮੇਰੀ ਆਪਣੀ ਅਪਰੋਚ ਹੈਗੀ ਹੈ, ਇੰਟੈਲੈਕਚੁਅਲ ਵਿੰਗ ਦਾ ਬਣਾਉਣਾ ਰੱਖਣਾ ਟੱਕਣਾ ਇਹ ਮੇਰੀ ਅਥਾਰਟੀ ਦੇ ਅੰਡਰ ਆਉਂਦਾ ਹੈਗਾ। ਆਈ ਵੁੱਡ ਮੈਂ ਲਾਈਕ ਦੇਖੋ ਟੂ ਆਲਰੇਡੀ ਜਿਹੜਾ ਨਾ, ਬਿਲਕੁਲ ਮੈਂ ਆਲਰੇਡੀ ਜਿਹੜਾ ਮੇਰਾ ਮੀਡੀਆ ਹੈਗਾ ਜਿੱਦਾਂ ਸਾਡਾ ਟੀਵੀ ਯੂਐਸਏ, ਸਾਡਾ ਰੇਡੀਓ ਯੂਐਸਏ, ਮੈਂ ਉਹਦੇ ਉੱਤੇ ਭਾਵੇਂ ਕਿ ਨਿਰਪੱਖ ਹੋ ਕੇ ਕੰਮ ਕਰਦੀ ਹਾਂ, ਲੇਕਿਨ ਜਦੋਂ ਵੀ ਮੈਨੂੰ ਕੋਈ ਸਿਚੁਏਸ਼ਨ ਲੱਗਦੀ ਆ ਤਾਂ ਮੈਂ ਵਿੱਚ ਆਮ ਆਦਮੀ ਪਾਰਟੀ ਦੀ ਗੱਲ ਨੂੰ ਅਟੈਚ ਕਰਦੀ ਹਾਂ ਕਿ ਜਿੱਥੇ ਉਹਦੀਆਂ ਅੱਛੀਆਂ ਚੀਜ਼ਾਂ ਨੇ, ਜਿੱਥੇ ਉਹਦੇ ਅੱਛੇ ਕੰਮ ਨੇ। ਤਾਂ ਬਿਕੋਜ਼ ਇਹ ਵਾਲਾ ਮੇਰਾ ਮੀਡੀਆ ਜਿਹੜਾ ਅਮਰੀਕਾ ਤੋਂ ਚੱਲ ਰਿਹਾ ਵਾ। ਫਿਰ ਦੂਸਰਾ ਜਿਹੜਾ ਹੈਗਾ ਵਾ ਮੇਰੇ ਕੋਲ ਇੱਕ ਉਹ ਫੇਸ ਆ ਜਿਹੜਾ ਕਿ ਆਲਰੇਡੀ ਮੈਂ ਪੋਇਟ ਹੈਗੀ ਆ ਤੇ ਪੂਰੇ ਵਿਸ਼ਵ ਦੇ ਵਿੱਚ ਮੈਨੂੰ ਲੋਕ ਜਾਣਦੇ ਨੇ, ਡਾਕਟਰ ਸੁਰਿੰਦਰ ਕੰਵਲ। ਤਾਂ ਉਹਦੇ ਵਿੱਚ ਵੀ ਜਿੱਥੇ ਲੱਗਦਾ ਵਾ ਮੈਨੂੰ, ਪਰ ਕੁਝ ਪ੍ਰੋਬਲਮਸ ਜਿਹੜੀਆਂ ਨੇ ਲਗਾਤਾਰ ਫੇਸ ਕਰ ਰਹੇ ਆ ਆਪਾਂ। ਤਾਂ ਉਹ ਜਿਹੜੀਆਂ ਪ੍ਰੋਬਲਮਸ ਤੋਂ ਮੈਂ ਬੜੀ ਵਾਰੀ ਪਾਰਟੀ ਨੂੰ ਜਾਣੂ ਵੀ ਕਰਵਾਇਆ ਕਿ ਆਹ ਚੀਜ਼ਾਂ ਹੋ ਰਹੀਆਂ ਨੇ। ਸਾਨੂੰ ਪੰਜਾਬ ਦੇ ਫਿਜ਼ੀਕਲ ਸਟੇਟਸ ਦੇ ਹਿਸਾਬ ਦੇ ਨਾਲ, ਪੰਜਾਬ ਦੀ ਜਿਹੜਾ ਫਿਜ਼ੀਕਲ ਫੀਲਿੰਗ ਨੇ, ਹੈਨਾ, ਉਸ ਹਿਸਾਬ ਦੇ ਨਾਲ ਲੋਕਾਂ ਦੀ ਜਿਹੜੀ ਸਾਈਕੋਲੋਜੀ ਆ ਨਾ, ਉਹਦੇ ਹਿਸਾਬ ਦੇ ਨਾਲ ਸਾਡੀ ਪਾਰਟੀ ਦੇ ਮੈਂਬਰਾਂ ਨੂੰ ਜਾਂ ਸਾਡੀ ਆਰਗੇਨਾਈਜੇਸ਼ਨ ਨੂੰ ਬਿਲਟ ਅਪ ਕਰਨ ਦੀ ਲੋੜ ਹੈਗੀ ਆ। ਤਾਂ ਮਤਲਬ ਦਿਸ ਇਜ਼ ਨਾਟ ਲਾਈਕ ਐਨ ਐਨਜੀਓ ਕਿ ਅਸੀਂ ਇਹਨੂੰ ਉਸ ਹਿਸਾਬ ਦੇ ਨਾਲ ਵਰਤੀਏ, ਕਿਉਂਕਿ ਇੱਥੇ ਲੋਕ ਜਿਹੜੇ ਨੇ, ਜੇਕਰ ਅਸੀਂ ਦੂਜੀਆਂ ਪਾਰਟੀਆਂ ਦੀ ਵੀ ਗੱਲ ਕਰਦੇ ਹਾਂ, ਤਾਂ ਜੇ ਅਸੀਂ ਉਹਨਾਂ ਦੇ ਕੰਪੈਰੀਜ਼ਨ ਦੇ ਵਿੱਚ ਵੀ ਗੱਲ ਕਰਦੇ ਹਾਂ ਜਾਂ ਉਹਨਾਂ ਦੀ ਸਟ੍ਰੈਟਜੀ ਦੀ ਗੱਲ ਕਰਦੇ ਹਾਂ, ਤਾਂ ਉਹਦੇ ਵਿੱਚ ਅਸੀਂ ਕਿਤੇ ਵੀ ਹਜੇ ਕੰਪੀਟ ਕਰਦੇ ਨਜ਼ਰ ਨਹੀਂ ਆਉਂਦੇ। ਇਹ ਸੱਚ ਦੇਖੋ ਆ। ਦੇਖੋ ਫਿਰ ਦੇਖੋ ਇਸ ਸੱਚ ਨੂੰ ਸਾਨੂੰ ਅੱਖੋਂ ਪਰੋਖੇ ਨਹੀਂ ਡਾਕਟਰ ਕਰਨਾ ਕਮਲ ਚਾਹੀਦਾ। ਦੇਖੋ, ਅਸੀਂ ਸਾਰੀ ਜਿਹੜੀ ਡਿਸਕਸ਼ਨਸ ਕਰ ਰਹੇ ਹਾਂ ਨਾ, ਮੇਨ ਮਕਸਦ ਇਹੋ ਹੀ ਹੈਗਾ ਵੀ ਸ਼ੁਰੂਆਤ ਕਿੱਥੋਂ ਕਰੀਏ। ਬਿਕੋਜ਼ ਅੱਜ ਇੱਕ ਛੋਟਾ ਜਿਹਾ ਸਟੈਪ ਸੀਗਾ ਵੀ ਇੱਕ ਛੋਟਾ ਜਿਹਾ ਦੇਖੋ ਰੈਂਡਮ ਪੁਆਇੰਟ ਆਫ ਵਿਊ ਜਿਹੜੇ ਹੁੰਦੇ ਨੇ ਬੜੇ, ਦਿਸ ਇਜ਼ ਕਾਲਡ ਦ ਬ੍ਰੇਨਸਟੋਰਮਿੰਗ। ਠੀਕ ਹੈ, ਤੁਸੀਂ ਸਾਰੇ ਇਸ ਚੀਜ਼ ਨੂੰ ਸਮਝਦੇ ਹੋਵੋਗੇ। ਦੇਖੋ ਠੀਕ ਹੈ ਬਾਬਾ ਬਾਦਲ ਜਿਹੜੇ ਨੇ ਨਾ, ਉਹਨਾਂ ਦੇ ਨਾਲ ਕੋਈ ਵੀ ਬੰਦਾ ਰੁੱਸ ਜਾਂਦਾ ਸੀ ਨਾ, ਕੋਈ ਵੀ ਬੰਦਾ ਕਿਤੇ ਉਹਨਾਂ ਦੇ ਨਾਲ ਕਿਤੇ ਕੋਈ ਵਾਧੀ ਘਾਟੀ ਹੋ ਜਾਂਦੀ ਸੀ ਨਾ, ਤੇ ਉਹ ਕੀ ਕਰਦੇ ਆ ਕਿ ਰਾਤ ਨੂੰ ਨਿਕਲਦੇ ਆ ਤੇ ਉਸ ਬੰਦੇ ਦੀਆਂ ਪਨੂਆਂ ਤੇ ਜਾ ਕੇ ਬਹਿ ਜਾਂਦੇ ਆ ਵੀ ਭਾਈ ਮਤਲਬ ਗੁੱਸਾ ਗਿਲਾ ਕਾਹਦਾ ਵਾ, ਵੀ ਆਪਾਂ ਇਕੱਠੇ ਆ ਤਾਂ, ਹਨਾ। ਜਦੋਂ ਕਿਸੇ ਦੇ ਘਰੇ ਆਪਣੇ ਲੋਕ ਚਲੇ ਹੀ ਜਾਂਦੇ ਆ। ਡਾਕਟਰ ਕਮਲ, ਲੈਟ ਇਟ ਟੂ ਬੀ ਅਹ, ਸਮਰਾਈਜ਼। ਮੈਂ ਤੇ ਤੁਹਾਡੀ ਗੱਲ ਮੈਂ ਸਮਝ ਹਮ, ਰਿਹਾ, ਜਿੱਥੇ ਤੱਕ ਵੀ ਸਾਨੂੰ ਸਾਰਿਆਂ ਨੂੰ ਮਿਲ ਕੇ ਜਿਹੜੇ ਪੁਰਾਣੇ ਯੈਸ, ਬੰਦੇ ਬੈਠ ਗਏ ਨੇ ਉਹਨਾਂ ਨੂੰ ਇਕੱਠੇ ਕਰਨਾ ਚਾਹੀਦਾ। ਇਟਸ ਦੈਟਸ ਵੈਰੀ ਗੁੱਡ ਮੋਸਟ ਪੁਆਇੰਟ, ਇੰਪੋਰਟੈਂਟ, ਹਨਾ। ਤੇ ਦੈਟਸ ਆਪਾਂ ਮੋਸਟ ਆਪਾਂ ਦੀ ਇੰਪੋਰਟੈਂਟ। ਸ਼ੁਰੂਆਤ ਕਰਦੇ, ਲੈਟ ਇਟ ਟੂ ਬੀ ਪ੍ਰੈਕਟੀਕਲ, ਲੈਟ ਇਟ ਟੂ ਬੀ ਪ੍ਰੈਕਟੀਕਲ। ਕਿਉਂਕਿ ਜਿਸ ਤਰ੍ਹਾਂ ਮੈਂ ਤੁਹਾਨੂੰ ਗੱਲ ਕੀਤੀ ਹੈ, ਮੇਰੀ ਅਪਰੋਚ ਹਮੇਸ਼ਾ ਪ੍ਰੈਕਟੀਕਲ ਹੀ ਚੀਜ਼ ਹੁੰਦੀ ਹੈ ਵੀ ਹਾਂ ਪ੍ਰੈਕਟੀਕਲ ਕਿੱਦਾਂ ਆਪਾਂ ਕਰ ਸਕਦੇ ਹੈਗੇ। ਹੁਣ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ ਪਹਿਲੀ ਗੱਲ ਤੇ ਇਹ ਹੈਗੀ ਹੈ, I would like to invite all of you, ਕਿਉਂਕਿ ਕੁਝ ਲੋਕ ਇੱਥੇ ਆਲਰੇਡੀ ਆਮ ਆਦਮੀ ਪਾਰਟੀ ਦੇ ਹੈਗੇ ਨੇ। ਡਾਕਟਰ ਕਮਲ 50-50 ਹੈਗੇ ਨੇ ਤੇ ਨਹੀਂ ਵੀ ਹੈਗੇ ਨੇ। ਠੀਕ ਹੈ, ਐਟ ਪ੍ਰੈਜ਼ੈਂਟ ਪਹਿਲਾਂ ਰਹੇ ਹੋਣਗੇ, ਐਟ ਪ੍ਰੈਜ਼ੈਂਟ ਨਹੀਂ, ਜਿੱਥੇ ਤੱਕ ਤੁਹਾਨੂੰ ਮੈਂ ਕੀ ਸਮਝ ਲੱਗ ਪਾ ਰਿਹਾ? ਰਿਹਾ। ਦੇਖੋ, ਮੈਂ ਸੱਚ ਨਹੀਂ, ਨੂੰ ਲਿਸਨ ਸੱਚ ਕਹਿਣ ਲਿਸਨ ਵਾਲੀ ਆ। ਲਿਸਨ, ਤੇ ਲੈਟ ਕਿਉਂਕਿ ਸਟਾਰਟ ਮੈਂ ਫਰੋਮ ਦ ਪਾਰਟੀ ਜ਼ੀਰੋ। ਦੇ, ਸੁਣੋ ਮੇਰੀ ਗੱਲ ਸੁਣੋ। ਜੀ ਜੀ ਪਹਿਲੀ ਗੱਲ ਤਾਂ ਇਹ ਆ ਵੀ ਆਈ ਐਮ ਪਾਰਟਿਕੂਲਰਲੀ ਆਪੀਅਨ। ਮੈਂ 2010 ਤੋਂ ਆਪ ਦੇ ਨਾਲ ਆ, 2012 ਚ ਪਾਰਟੀ ਬਣੀ ਆ, ਤੇ ਮੈਂ ਕੇਜਰੀਵਾਲ ਜੀ ਦੇ ਨਾਲ ਬਿਲਕੁਲ ਜਿੱਦਣ ਪਹਿਲਾ ਕਲੀਨਿਕ ਦਿੱਲੀ ਦੇ ਵਿੱਚ ਹੋਇਆ ਨਾ, ਤਾਂ ਉਦੋਂ ਮੈਂ ਕੇਜਰੀਵਾਲ ਸਾਹਿਬ ਦੇ ਨਾਲ ਸੀ ਦਿੱਲੀ।
ਨਹੀਂ ਤਾਂ ਉਹ ਜਿਹੜੀਆਂ ਚੀਜ਼ਾਂ ਜਿਹੜੀਆਂ ਸਾਡੇ ਦਿਲ 'ਚ ਵਸੀਆਂ ਹੋਈਆਂ ਨੇ, ਜਿਹੜੀ ਜਗ੍ਹਾ ਤੋਂ ਸਾਡੀ ਪਨੀਰੀ ਦੀ ਪੈਦਾਇਸ਼ ਹੋਈ ਆ, ਹੈਨਾ, ਆਪਾਂ ਉੱਥੇ ਹੀ ਰਹਿਣਾ ਵਾ। ਲੇਕਿਨ ਇੱਕ ਗੱਲ ਹੋ ਰਿਹਾ, ਕੁਝ ਬੰਦੇ ਹੁੰਦੇ ਨੇ ਕਿ ਉਹਨਾਂ ਨੇ ਗਲਤ ਨੂੰ ਗਲਤ ਕਹੀ ਜਾਣਾ, ਉਹਨਾਂ ਦੀ ਜ਼ਮੀਰ ਜਿਹੜੀ ਆ ਨਾ ਉਹ ਅਲਾਉ ਨਹੀਂ ਕਰਦੀ, ਹੈ ਨਾ। ਉਹ ਕਹਿਣਗੇ ਵੀ ਨਹੀਂ, ਜੇ ਇਹ ਗਲਤ ਹੈ ਇਹਨੂੰ ਸਹੀ ਕਰ ਲਓ। ਤੁਸੀਂ ਮੈਂ ਡਾਕਟਰ ਉਹਨਾਂ ਕੰਵਲ, ਲੋਕਾਂ 'ਚ ਆ। ਹਾਂ ਨਹੀਂ ਡਾਕਟਰ ਕੰਵਲ, ਜਸਟ ਆਈ ਗॉट ਯੂਰ ਪੁਆਇੰਟ। ਤੁਸੀਂ ਦੇਖਿਆ ਹੋਏਗਾ, ਮੈਨੂੰ ਵੀ ਪਾਰਟੀ 'ਚ ਬਹੁਤ ਟਾਈਮ ਹੁੰਦਾ ਮੈਂ ਹੈਗਾ, ਬਟ ਅੱਜ ਦੀ ਤਰੀਕ ਦੇ ਵਿੱਚ ਤੁਸੀਂ ਵੀ ਜਾਣਦੇ ਹੋ, ਜਾਂ ਕੋਈ ਵੀ ਪਾਰਟੀ ਦਾ ਬੰਦਾ ਇਹ ਨਹੀਂ ਕਹਿ ਸਕਦਾ ਵੀ ਇਹ ਡਾਕਟਰ ਵਿਕਰਮ ਫਲਾਣੇ ਧੜੇ ਦੇ ਵਿੱਚ ਬੈਠਦਾ ਹੈਗਾ, ਕਿਉਂਕਿ ਮੈਂ ਇਹਨਾਂ ਚੀਜ਼ਾਂ ਤੋਂ ਆਪਣੇ ਆਪ ਨੂੰ ਹਮੇਸ਼ਾ ਪਾਸੇ ਤੇ ਹੀ ਰੱਖਿਆ। ਮੇਰੀ ਇੱਕ ਆਪਣੀ ਸੋਚ ਹੈ, ਮੈਂ ਆਪਣੇ ਮੁਤਾਬਿਕ ਚੱਲਦਾ ਹੈਗਾ। ਹੁਣ ਐਟ ਪ੍ਰੈਜ਼ੈਂਟ ਜਿੱਥੋਂ ਤੱਕ ਮੈਂ ਸਮਝ ਪਾ ਰਿਹਾ, ਕਿਉਂਕਿ ਤੁਹਾਨੂੰ ਵੀ ਪਤਾ ਹੈ ਪੋਲੀਟੀਕਲ ਢਾਂਚਾ ਆਮ ਆਦਮੀ ਪਾਰਟੀ ਦਾ ਕਿਸ ਪੋਜੀਸ਼ਨ ਤੇ ਹੈਗਾ, ਚੰਗੀ ਆ ਮਾੜੀ ਆ, ਯੂ ਨੋ ਬੈਟਰ, ਉਹਨੂੰ ਮੈਂ ਐਕਸਪਲੇਨ ਨਹੀਂ ਕਰਾਂਗਾ ਇਸ ਵੇਲੇ। ਮੈਂ ਜੋ ਚੀਜ਼ ਸੋਚ ਰਿਹਾ ਹੈਗਾ, ਅਸੀਂ ਇੱਕ ਇੰਟੈਲੈਕਚੁਅਲ ਵਿੰਗ ਦੀ ਸ਼ੁਰੂਆਤ ਕਰੀਏ, ਜਿੱਥੇ ਤੁਸੀਂ ਇੱਕ ਉਹਦੇ ਮੇਜਰ ਪਾਰਟਿਸਿਪੈਂਟ ਹੋਵੋ। ਉਹਦਾ ਮੇਨ ਕਾਰਨ ਕੀ ਹੈਗਾ, ਇੱਕ ਕੰਟੀਨਿਊਟੀ ਕ੍ਰੀਏਟ ਹੋ ਜਾਏਗੀ, ਜੋ ਦਲਜੀਤ ਕੋਹਲੀ ਜੀ ਨੇ ਗੱਲ ਕੀਤੀ ਸੀ, ਇੱਕ ਕੰਟੀਨਿਊਟੀ ਕ੍ਰੀਏਟ ਹੋ ਜਾਏਗੀ, ਠੀਕ ਹੈ ਜੀ। ਨੰਬਰ 2, ਇਹ ਨੋ ਡਾਊਟ ਜੇ ਤੁਸੀਂ ਸਾਰੇ ਇਸ ਚੀਜ਼ ਨਾਲ ਅਸੈਪਟੇਬਲ ਹੋਈਏ ਵੀ ਹਾਂ ਸਾਡੇ ਕੋਲ ਆਮ ਆਦਮੀ ਪਾਰਟੀ ਇੱਕ ਅਲੱਗ ਫਰੰਟ ਹੈਗਾ ਟ੍ਰੈਡੀਸ਼ਨਲ ਪੋਲੀਟੀਕਲ ਪਾਰਟੀਆਂ ਤੋਂ ਇਲਾਵਾ, ਕਿਉਂਕਿ ਇਹ ਮਨ ਵੀ ਥੋੜਾ ਤਿਆਰ ਹੋਣਾ ਚਾਹੀਦਾ ਨਾ ਵੀ ਅਸੀਂ ਕਿਸੇ ਪੋਲੀਟੀਕਲ ਪਾਰਟੀ ਨਾਲ ਅਟੈਚ ਹੋਣਾ ਜਾਂ ਆਮ ਆਦਮੀ ਪਾਰਟੀ ਨਾਲ ਅਟੈਚ ਹੋਣਾ। ਸੋ ਆਈ ਇਨਵਾਈਟ ਆਲ ਆਫ ਯੂ ਬੀ ਮੇਜਰ ਪਾਰਟ ਆਫ ਇੰਟੈਲੈਕਚੁਅਲ ਵਿੰਗ, ਕਿਉਂਕਿ ਮੈਂ ਦੂਜਿਆਂ ਦੀ ਜਾਮਨੀ ਨਹੀਂ ਦੇ ਸਕਦਾ, ਜੋ ਮੇਰੇ ਇਖਤਿਆਰ 'ਚ ਹੈਗਾ ਮੈਂ ਉਨੀ ਗੱਲ ਕਰ ਸਕਦਾ ਹੈਗਾ, ਇਨਕਲੂਡਿੰਗ ਡਾਕਟਰ ਕਮਲ, ਠੀਕ ਹੈ। ਬੇਸ਼ੱਕ ਤੁਸੀਂ ਮੱਚ ਸੀਨੀਅਰ ਹੋ, ਮੋਸਟ ਵੈਲਕਮ, ਤੁਹਾਡੀ ਓਪੀਨੀਅਨਸ ਦੀ ਵੀ ਲੋੜ ਪਏਗੀ। ਸੈਕੰਡਲੀ ਮੈਂ ਦੁਬਾਰਾ ਦਮਨ ਜੀ ਨੂੰ ਗੱਲ ਕਰਾਂਗਾ ਵੀ ਤੁਸੀਂ ਇੱਕ ਜਿਹੜਾ ਪਬਲਿਕ ਅਵੇਅਰਨੈਸ, ਸੋਸ਼ਲ ਜਿਹੜੀ ਅਪਬ੍ਰਿੰਗਿੰਗ, ਠੀਕ ਹੈ, ਔਰ ਤੀਸਰਾ ਜਿਹੜੇ ਸੋਸ਼ਲ ਅਵੇਅਰਨੈਸ ਹੈ, ਜਿਹੜੇ 3 ਪੁਆਇੰਟ ਤੁਸੀਂ ਗੱਲ ਕੀਤੀ ਆ, ਇਹਦਾ ਇੱਕ ਥੋੜਾ ਜਿਹਾ ਇੱਕ ਬਲੂ ਪ੍ਰਿੰਟ ਤਿਆਰ ਕਰੋ ਪਲੀਜ਼, ਵੀ ਇਸ ਤਰ੍ਹਾਂ ਆਪਾਂ ਕਰੀਏ ਤੇ ਬੈਟਰ ਰਹੇਗਾ। ਮੈਂ ਸੌਰੀ, ਮੈਂ ਤੁਹਾਨੂੰ ਥੋੜੀ ਇੱਕ ਜ਼ਿੰਮੇਵਾਰੀ ਪਾ ਰਿਹਾ, ਬਟ ਮੇਰਾ ਖਿਆਲ ਇੱਕ ਪ੍ਰੈਕਟੀਕਲ ਅਪਰੋਚ ਵੀ ਉਹੀ ਹੋ ਸਕਦੀ ਹੈ, ਠੀਕ ਹੈ। ਹਾਂਜੀ ਹਾਂਜੀ ਥਰਡ ਜਿਹੜਾ ਇੱਕ ਪੁਆਇੰਟ ਸੀਗਾ, ਜਿਸ ਤਰ੍ਹਾਂ ਪ੍ਰਭਜੋਤ ਜੀ ਨੇ ਗੱਲ ਕੀਤੀ ਹੈ ਵੀ ਕਿਸੇ ਵੱਡੇ ਬੰਦੇ ਦੀ ਬੈਕਅਪ ਹੋਣਾ ਚਾਹੀਦਾ, ਠੀਕ ਹੈ। ਉਹ ਮੈਂ ਦੇਖੋ ਜਿੱਥੋਂ ਤੱਕ ਮੇਰੀ ਗੱਲ ਹੈਗੀ ਹੈ, ਮੈਂ ਅਸ਼ੋਰ ਕਰਦਾ ਵੀ ਨੈਕਸਟ ਟਾਈਮ ਤੇ ਕੋਈ ਨਾ ਕੋਈ ਇੱਕ ਇਹੋ ਜਿਹਾ ਬੈਕਅਪ ਜ਼ਰੂਰ ਤੁਹਾਡੇ ਪਿੱਛੇ ਹੋਏਗਾ। ਤੀਸਰਾ, ਮੈਂ ਤੁਹਾਨੂੰ ਜਿੱਦਾਂ ਆਪਣਾ ਇਨੀਸ਼ੀਏਟਿਵ ਕਹਿਤਾ ਸੀਗਾ ਵੀ ਕੋਈ ਅੰਮ੍ਰਿਤਸਰ ਦਾ ਮਹੱਲਾ, ਗਲੀ, ਕੋਈ ਵੀ ਜਿਹੜਾ ਪਰਸਨ ਜਿੱਥੇ ਨਹੀਂ ਕਿਸੇ ਦਾ ਕੋਈ ਕੰਮ ਹੋ ਰਿਹਾ, ਜਸਟ ਗਿਵ ਮੀ ਅ ਕੰਟੈਕਟ ਸੋ ਦੈਟ ਵੀ ਆਪਾਂ ਉਸ ਚੀਜ਼ ਉੱਤੇ ਪ੍ਰੈਕਟੀਕਲ ਅਮਲ ਕਰਕੇ ਕੋਸ਼ਿਸ਼ ਕਰੀਏ ਵੀ ਉੱਥੋਂ ਦਾ ਕੰਮ ਹੋ ਸਕੇ, ਕਿਉਂਕਿ ਸਾਡੀ ਗਵਰਨਮੈਂਟ ਨਹੀਂ ਹੈਗੀ, ਮੈਂ ਵਾਅਦਾ ਨਹੀਂ ਕਰ ਸਕਦਾ, ਲੇਕਿਨ ਹਾਂ ਅਸੀਂ ਪ੍ਰੈਸ਼ਰਾਈਜ਼ ਯੂਜ਼ ਕਰ ਸਕਦੇ ਹਾਂ। ਫਿਰ ਉਹ ਜਿਸ ਤਰ੍ਹਾਂ ਦੇ ਤਰੀਕੇ ਦਾ ਵੀ ਪ੍ਰੈਸ਼ਰ ਹੋਵੇ, ਦੈਟਸ ਅ ਡਿਫਰੈਂਟ ਇਸ਼ੂ। ਤੇ ਇੱਕ ਜਿਹੜਾ ਮੈਡਮ ਨੇ ਆਖਿਆ ਆਰਗੇਨਾਈਜੇਸ਼ਨ ਢਾਂਚੇ ਦਾ, ਮੈਡਮ ਦੇਖੋ ਜਿੱਥੋਂ ਤੱਕ ਅਸੀਂ ਜਦੋਂ ਆਪਾਂ 6-7 ਜਾਣੇ, ਕਿਉਂਕਿ ਅਸੀਂ ਮੈਂ 7 ਜਣੇ ਦੀ ਜਿਹੜੇ ਆਪਾਂ ਜਿੰਨੇ ਵੀ ਪਾਰਟਿਸਿਪੈਂਟ ਸੀਗੇ, ਮੈਂ ਇੱਥੋਂ ਹੀ ਸ਼ੁਰੂ ਕਰਾਂਗਾ ਵੀ ਜੇ ਅਸੀਂ ਲੋਕ ਢਾਂਚਾ ਬਣਾਉਣ ਦੇ ਵਿੱਚ ਕਾਮਯਾਬ ਹੈਗੇ ਆ ਤੇ ਫਿਰ ਬਹੁਤ ਅੱਛੀ ਗੱਲ ਆ, ਅਦਰਵਾਈਜ਼ ਅਸੀਂ ਕਿਸੇ ਨੂੰ ਸਲਾਹ ਨਹੀਂ ਦੇ ਸਕਦੇ ਹੈਗੇ, ਠੀਕ ਹੈ ਨਾ। ਜੇ ਅਸੀਂ ਕਿਸੇ ਹੋਰ ਨੂੰ ਅਸੀਂ ਆਪਣਾ ਬਣਾ ਕੇ ਦਿਖਾ ਦਈਏ ਵੀ ਦੇਖੋ ਅਸੀਂ ਇੰਨਾ ਵਧੀਆ ਢਾਂਚਾ ਬਣਾਇਆ ਤੇ ਤੁਸੀਂ ਇਸ ਚੀਜ਼ ਨੂੰ ਕਿਉਂ ਨਹੀਂ ਅਡਾਪਟ ਕਰ ਰਹੇ, ਤੁਸੀਂ ਇਸ ਚੀਜ਼ ਨੂੰ ਕਿਉਂ ਨਹੀਂ ਸਵੀਕਾਰ ਕਰਦੇ। ਸੈਕੰਡਲੀ ਜਿਹੜਾ ਮੋਸਟ ਇੰਪੋਰਟੈਂਟ ਟੌਪਿਕ ਸੀਗਾ ਵੀ ਪੜ੍ਹੇ ਲਿਖੇ ਲੋਕਾਂ ਦੇ ਲਈ, ਕਿਉਂਕਿ ਇਹ ਚੀਜ਼ਾਂ ਜਿਹੜੀਆਂ ਅਸੀਂ ਪੁਆਇੰਟ ਕੀਤੀਆਂ ਵੀ ਸੋਸ਼ਲ ਅਵੇਅਰਨੈਸ, ਅਪਬ੍ਰਿੰਗਿੰਗ ਤੇ ਇੱਕ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰਨੀ, ਤੇ ਇੱਕ ਜਿਹੜਾ ਕ੍ਰਿਮੀਨਲਾਈਜੇਸ਼ਨ, ਜਿਸ ਤਰ੍ਹਾਂ ਉਹਨਾਂ ਨੇ ਵੀ ਗੱਲ ਕੀਤੀ ਵੀ ਜਿੰਨਾ ਚਿਰ ਤੱਕ ਅੱਗੋਂ ਦਬਦਬਾ ਨਹੀਂ ਦਿਖਾਵਾਂਗੇ ਉਹਨਾਂ ਚਿਰ ਤੱਕ ਇਹ ਲੋਕਾਂ ਦੇ ਵਿੱਚ ਇੱਕ ਜਿਹੜਾ ਖੌਫ ਹੈ ਉਹ ਖਤਮ ਨਹੀਂ ਹੋਏਗਾ। ਸੋ ਇਹ ਹੈ ਵੀ ਮੇਰਾ ਖਿਆਲ ਆਪਾਂ ਇਸ ਚੀਜ਼ ਉੱਤੇ ਸਮ ਅਪ ਕਰੀਏ। ਜੇ ਕੋਈ ਲਾਸਟ ਲਾਈਨ ਕੋਈ ਕਹਿਣਾ ਚਾਹੁੰਦਾ ਤੇ ਪਲੀਜ਼ ਵੈਲਕਮ, ਤੇ ਬਾਕੀ ਫਿਰ ਆਪਾਂ, ਕਿਉਂਕਿ ਮੀਟਿੰਗ ਦਾ ਵੀ ਟਾਈਮ ਕਾਫੀ ਹੋ ਗਿਆ, 1 ਘੰਟਾ ਹੋ ਗਿਆ ਤਕਰੀਬਨ, ਕੋਈ ਲਾਸਟ ਲਾਈਨ, ਕੋਈ ਆਪਣਾ ਪ੍ਰੀਵਿਊ ਇਸ ਠੀਕ ਹੈ, ਜੋ ਤੁਸੀਂ ਜਿਹੜੇ ਸੋਲੂਸ਼ਨਸ ਹਾਂਜੀ ਹੈਗੇ ਇਹਨਾਂ ਦੇ ਬਾਰੇ ਕੁਝ ਕਰਨਾ ਚਾਹੁੰਦਾ ਵੀ ਆਰ ਯੂ ਆਪਣੀ ਫੀਲਿੰਗ ਗੁੱਡ ਟੀਮ ਔਰ ਸਮਥਿੰਗ ਵਾਂਟ ਟੂ ਐਡ ਇਟ। ਸਾਨੂੰ ਤੁਸੀਂ ਆਪਣੀ ਟੀਮ ਬਿਲਡ ਕਰੋ ਔਰ ਜਲਦੀ ਤੋਂ ਜਲਦੀ ਜਿੱਥੇ ਜਿੱਥੇ ਵੀ ਲਾਉਣੀ ਆ ਟੀਮ ਹੈ ਨਾ, ਉਹਨਾਂ ਨੂੰ ਲਾ ਕੇ ਆਪਣੇ ਡਾਇਰੈਕਸ਼ਨ ਦੇ ਹੁਣ ਨਾਲ ਤੋਰੋ, ਮੈਂ ਕਿਉਂਕਿ ਵਿਕਰਮ ਜੀ ਥੋੜਾ ਜਿਹਾ ਮੈਂ ਵੀ 2 ਮਿੰਟ ਬੋਲਣਾ ਚਾਹਾਂਗਾ। 1 ਮਿੰਟ ਹਾਂਜੀ ਜੀ ਮੈਂ ਤੁਹਾਨੂੰ ਦਿੰਦਾ। ਹਾਂਜੀ ਕਮਲ ਜੀ, ਕਿ ਅੱਜ ਡਾਕਟਰ ਟੀਮ ਕਮਲ, ਸਮਾਂ ਨਾ ਆਪਾਂ ਵੇਸਟ ਕਰੀਏ, ਟੀਮ ਬਣਾਓ ਤੇ ਉਹਨਾਂ ਨੂੰ ਆਪਣੇ ਆਪਣੇ ਕੰਮ ਤੇ ਲਾ ਦਿਓ, ਹੈ ਨਾ, ਉਹਨਾਂ ਨੂੰ ਟੀਮ ਕੰਮ ਟੀਮ ਅਸਾਈਨ ਦੇਖੋ, ਕਰੋ। ਮੈਂ ਤੁਹਾਨੂੰ ਸਾਰਿਆਂ ਨੂੰ ਇਨਵਾਈਟ ਕਰ ਦਿੱਤਾ, ਤੁਹਾਡੇ ਕੋਲ ਸਾਰਿਆਂ ਕੋਲ ਮੇਰਾ ਨੰਬਰ ਆ ਗਿਆ, ਠੀਕ ਹੈ। ਆਈ ਐਮ ਰਿਲੇਟਡ ਵਿਦ ਮੀਡੀਆ ਤੇ ਮੈਂ ਮੀਡੀਆ ਦੇ ਨਾਲ ਹੀ ਰਹੂੰਗੀ, ਜਿੱਥੇ ਮੇਰੀ ਲੋੜ ਤੁਸੀਂ ਮਹਿਸੂਸ ਮੀਡੀਆ ਨਾਲ ਹੁੰਦੀ ਹੀ ਆ ਕਰੋ, ਤੁਸੀਂ ਮੈਨੂੰ। ਮੀਡੀਆ ਦਾ ਦੇਖੋ ਸੋਸ਼ਲ ਹਾਂਜੀ ਅਵੇਅਰਨੈਸ ਦਾ ਜਿਹੜਾ ਕੰਮ ਹੈਗਾ ਮੀਡੀਆ 'ਚ ਬੜਾ ਪਾਰਟੀ ਪਲੇ ਰੋਲ ਕਰੇਗਾ, ਅਸੀਂ ਉਦਾਂ ਹੀ ਪ੍ਰੋਸੀਡ ਕਰਾਂਗੇ। ਮੈਂ ਇਹ ਜਾ ਰਿਹਾ ਕਿ ਤੁਹਾਡੀ ਪਾਰਟਿਸਿਪੇਸ਼ਨ ਹੋਵੇ। ਜੇ ਸਪੋਜ਼ ਕਰੋ ਅਸੀਂ ਕੱਲ ਨੂੰ ਪ੍ਰੈਜ਼ੈਂਟ ਕਰਦੇ ਹਾਂ
district state level they present intellectual wing of Amritsar. I just want your name would be there. I want name of Kohli ji there. ਦਮਨ ਜੀ ਦਾ ਨਾਮ ਉੱਥੇ ਹੋਵੇ, ਸ਼ੀਤਲ ਜੀ ਦਾ ਨਾਮ ਹੋਵੇ, ਹਰਜਿੰਦਰਪਾਲ ਕੌਰ ਜੀ ਦਾ ਨਾਮ ਉੱਥੇ ਹੋਵੇ, ਤੁਹਾਡਾ ਨਾਮ ਮੈਨੂੰ ਉੱਥੇ ਚਾਹੀਦਾ ਹੋਵੇਗਾ, ਤਾਂ ਹੀ ਅਸੀਂ ਟੀਮ ਬਣਾਵਾਂਗੇ ਨਾ। ਟੀਮ ਮੈਂ ਬਾਹਰੋਂ ਗਲੀ ਚ ਬੰਦੇ ਨਹੀਂ ਇਕੱਠੇ ਕਰ ਸਕਦਾ, ਉਹਨਾਂ ਨੂੰ ਇੰਟੈਲੈਕਚੁਅਲ ਵਿੰਗ ਚ ਮੈਂ ਨਹੀਂ ਪਾ ਸਕਦਾ। ਇੰਟੈਲੈਕਚੁਅਲ ਵਿਕਰਮ ਵਿੰਗ ਜੀ ਬੰਦੇ ਪਾਰਟਿਸਿਪੈਂਟ ਹੋ ਸਕਦੇ ਨੇ ਜਿਨ੍ਹਾਂ ਦੇ ਵਿੱਚ ਵਾਕਈ ਹੀ ਉਹ ਇੱਕ ਲੈਵਲ ਹੈ ਸੋਚਣ ਦਾ, ਇੰਡੀਪੈਂਡੈਂਟ। ਤੁਸੀਂ ਕਿਸੇ ਦੂਜੇ ਤੋਂ ਦੇਖੋ, ਇੱਥੇ ਬੜੀ ਅੱਛੀ ਗੱਲ ਇਹ ਹੈਗੀ ਆ, ਇੱਥੇ ਇੱਕ ਬੰਦਾ ਕਹਿ ਰਿਹਾ, ਦੂਜਾ ਬੰਦਾ ਉਹਦੇ ਤੇ ਅਸਹਿਮਤ ਵੀ ਹੈ ਤੇ ਸਹਿਮਤ ਵੀ ਹੈ, ਦੋਵੇਂ ਚੀਜ਼ਾਂ ਹੈਗੀਆਂ, ਪਰ ਇੰਡੀਪੈਂਡੈਂਟਲੀ ਆਪਣੀ ਗੱਲ ਰੱਖ ਰਿਹਾ। ਸੋ ਇਹ ਚੀਜ਼ਾਂ ਮੋਸਟ ਵੈਲਕਮ ਹੈਗੀਆਂ। ਤੇ ਜੀ ਹੁਣ ਠੀਕ ਹੈ, ਮੈਂ ਸ਼ੀਤਲ ਜੀ ਥੋੜਾ ਤੁਸੀਂ ਜਿਹਾ, ਕੁਝ ਕਹਿਣਾ ਚਾਹੁੰਦੇ ਹੋ, ਹਾਂਜੀ, ਦੱਸੋ ਪਲੀਜ਼। मैं 30 डेज हुए है मेरे ख्याल मेरी अपॉइंटमेंट एज ए वाइस प्रेसिडेंट डिस्ट्रिक्ट ट्रेड बैंक ਦਾ। मैं 50 ਮੈਂਬਰਸ ਦੀ ਟੀਮ ਦਿੱਤੀ ਹੈ ਪਾਰਟੀ ਨੂੰ, ਐਵਰੀਬਡੀ ਨੂੰ, ਔਰ ਸਟੈਚੂਟਰੀ ਬੋਡੀ ਮੈਂ ਬਣਾ ਕੇ ਇਹ ਮੇਰੇ ਕੋਲ ਪਈ ਹੈ। ਇਹ ਅਰਾਊਂਡ 15 ਮੈਂਬਰਸ ਦਾ ਜੋ ਸਟੈਚੂਟਰੀ ਬੋਡੀ ਮੈਂ ਅੰਮ੍ਰਿਤਸਰ ਦੀ ਬਣਾਈ ਹੈ, ਔਰ ਸਾਰੇ ਟੌਪ ਦੇ ਇੰਡਸਟਰੀਅਲਿਸਟ। ਹਾਂਜੀ 15 ਜਿਹੜੇ ਬੋਡੀ ਪ੍ਰੈਜ਼ੀਡੈਂਟ ਵਾਈਸ ਪ੍ਰੈਜ਼ੀਡੈਂਟ ਦੀ ਟੀਮ ਹੈ, ਔਰ 50 ਮੈਂਬਰਸ ਮੈਂ ਬਣਾਏ ਨੇ ਜਿਹੜੇ ਸਾਰੇ ਇੰਡਸਟਰੀਅਲਿਸਟ ਹੈ ਸ਼ਹਿਰ ਦੇ, ਅੱਛੇ ਜਿਹੜੇ ਰਿਨੋਨਡ ਪਰਸਨਸ ਨੇ। ਪਹਿਲੇ ਤੇ ਬਹੁਤ ਔਰ ਮੁਬਾਰਕਾਂ ਵਰਕਿੰਗ ਸਰ ਅਗਰ ਤੁਹਾਨੂੰ। ਮੈਂ ਹਾਂਜੀ ਥੈਂਕ ਯੂ ਮੈਮ, ਥੈਂਕ ਯੂ ਸੋ ਮਚ। ਔਰ ਅਗਰ ਵਰਕਿੰਗ ਦੀ ਗੱਲ ਕਰੀਏ ਨਾ, ਉਹ ਪਹਿਲੇ ਤੇ ਸਾਡੀ ਵਰਕਿੰਗ ਨੇ ਹੀ ਬੋਲਣਾ ਅਸੀਂ ਕੀ ਕਰ ਰਹੇ ਹਾਂ। ਮੈਂ ਯੂਥ ਦੀ ਵੀ ਟੀਮਸ ਬਣਾ ਕੇ ਦਿੱਤੀਆਂ ਜੇ, ਮੈਨੂੰ ਅਜੇ 5 ਮਹੀਨੇ ਹੋਏ ਪਾਰਟੀ ਦੇ ਅੰਦਰ ਆਇਆ ਹੋਇਆ, ਮੈਂ ਆਪਣੀ ਵਰਕਿੰਗ ਦੱਸ ਇਸ ਕਰਕੇ ਦੱਸ ਰਿਹਾ ਕਿ ਮੈਂ ਯੂਥ ਦੀਆਂ ਵੀ ਟੀਮਸ ਬਣਾ ਕੇ ਦਿੱਤੀਆਂ ਜੀ, ਕਮੇਟੀਆਂ ਵਾਰਡ ਕਮੇਟੀਆਂ ਵੀ ਬਣਾਈਆਂ ਜੇ। ਪਾਰਟੀ ਨੂੰ ਪਤਾ ਹੈ ਸਭ ਕੁਝ ਜਾ ਰਿਹਾ ਉਹਨਾਂ ਨੂੰ। ਗੁੱਡ। ਔਰ ਮੈਂ ਇਸ ਕਰਕੇ ਤੁਹਾਡੀ ਇੰਟੈਲੈਕਚੁਅਲ ਵਿੰਗ ਦੀ ਜ਼ਿੰਮੇਵਾਰੀ ਨਹੀਂ ਸ਼ਾਇਦ ਲੈ ਸਕਾਂ ਕੋਈ ਵੀ, ਕਿਉਂਕਿ ਮੇਰੇ ਕੋਲ ਆਪਣਾ ਇੱਥੇ ਲੋਡ ਥੋੜਾ ਇਹਦਾ ਵੀ ਹੈ ਤੇ ਥੋੜਾ। ਹਾਂਜੀ ਹਾਂਜੀ ਆਈ ਐਮ ਨਾਟ ਟਾਕਿੰਗ ਅਬਾਊਟ ਸਮ ਜ਼ਿੰਮੇਵਾਰੀ, ਪਾਰਟਿਸਿਪੈਂਟ ਔਰ ਹੋਣਾ ਮੈਂ ਇੱਕ ਅਲੱਗ ਚੀਜ਼ ਥੋੜਾ ਹੈ। ਨਾਰਥ ਦੇ ਵਿੱਚ ਵੀ ਵਰਕ ਕਰ ਰਿਹਾ। ਹਾਂਜੀ ਥੋੜਾ ਨਾਰਥ ਵਿੱਚ ਵੀ ਮੈਂ ਵਰਕ ਕਰ ਰਿਹਾ ਤੇ ਪਾਰਟੀ ਤੁਸੀਂ ਨਾਲ ਆਪਣੀ ਅਟੈਚਮੈਂਟਸ ਕਰ ਜ਼ਿੰਮੇਵਾਰੀ ਰਿਹਾ। ਉਸ ਤਰੀਕੇ ਨਾਲ ਨਿਭਾ ਰਹੇ ਹਾਂਜੀ ਹੋ। ਹਾਂਜੀ ਹਾਂ, ਮੈਂ ਓਨੀ ਚੁੱਕਾਂਗਾ ਜ਼ਿੰਮੇਵਾਰੀ ਜਿਹੜੀ ਨਿਭਾ ਸਕਾਂ। ਚਲੋ ਠੀਕ ਹੈ, ਤੁਸੀਂ ਆਪਣੀ ਇੰਡੀਪੈਂਡੈਂਟ ਓਪੀਨੀਅਨ ਮੈਂ ਜ਼ਰੂਰ ਦਿਆ ਕਰੋ। ਤੁਹਾਨੂੰ ਪ੍ਰੋਫੈਸਰਸ ਦਵਾਂਗਾ, ਮੈਂ ਅੱਛੇ ਯੂਨੀਵਰਸਿਟੀ ਦੇ ਮੇਰੇ ਮਿੱਤਰ ਨੇ। ਠੀਕ ਹੈ, ਮੈਂ ਇੰਨਾ ਯੋਗਦਾਨ ਪਾ ਦਿਆਂਗਾ ਕਿ ਤੁਹਾਨੂੰ ਅੱਛੀ ਟੀਮ ਦਵਾਂਗਾ ਇੰਟੈਲੈਕਚੁਅਲ ਦੀ। ਮੇਰੇ ਅਰਾਊਂਡ 100-150 ਦੋਸਤ ਵਕੀਲ ਹੈਗੇ ਇੱਥੇ ਅੰਮ੍ਰਿਤਸਰ ਦੇ ਵਿੱਚ, ਚਲੋ ਗੁੱਡ ਹੈ। ਮੇਰੇ ਕਲੋਜ਼ ਸਰਕਲ ਦੇ ਨੇ। ਮੈਂ ਤੁਹਾਨੂੰ ਹੋਰ ਅੱਛੀ ਕੋਈ ਟੀਮ ਸਰ ਦੇ ਕੋਈ ਦਾਂਗਾ ਆਪਣੀ ਓਪੀਨੀਅਨ ਦੇਣਾ ਇੰਟੈਲੈਕਚੁਅਲ। ਚਾਹੁੰਦਾ ਹੋਵੇ, ਐਨੀਬॉडी। ਥੈਂਕ ਯੂ ਸਰ, ਥੈਂਕ ਯੂ ਸੋ ਮਚ। ਥੈਂਕ ਯੂ ਜੀ, ਥੈਂਕ ਯੂ। ਚਲੋ ਥੈਂਕ ਯੂ ਸੋ ਮਚ। ਮੇਰੇ ਖਿਆਲ ਸਾਰਿਆਂ ਨੂੰ ਥੈਂਕ ਯੂ ਸੋ ਮਚ ਅਸਾਈਨਮੈਂਟ ਵੀ ਸਰ, ਆਪੋ ਥੈਂਕ ਆਪਣੀ ਯੂ। ਮਿਲ ਗਈ ਹੈ। ਔਰ ਇੱਕ ਲਾਸਟ ਅਸਾਈਨਮੈਂਟ ਇਹੋ ਹੀ ਹੈਗੀ ਹੈ ਵੀ ਜਿਹੜੇ ਵੀ ਤੁਹਾਡੇ ਕੰਟੈਕਟ 'ਚ ਤੁਹਾਨੂੰ ਆਪਣੀ ਡਿਸਕਸ਼ਨ ਤੋਂ ਥੋੜਾ ਜਿਹਾ ਆਈਡੀਆ ਲੱਗ ਹੀ ਗਿਆ ਹੋਏਗਾ, ਜਿਹੜੇ ਇਫ ਯੂ ਫੀਲ ਵੀ ਇਹ ਪਰਸਨ ਤੁਹਾਡੇ ਫਰੈਂਡ ਸਰਕਲ 'ਚ ਹੈਗੇ ਨੇ ਜਿਹੜੇ ਕਿ ਇਸ ਇੰਟੈਲੈਕਚੁਅਲ ਵਿੰਗ ਦੇ ਪਾਰਟਿਸਿਪੈਂਟ ਹੋਣਗੇ, ਕਿਉਂਕਿ ਇੰਟੈਲੈਕਚੁਅਲ ਵਿੰਗ ਦੀਆਂ ਮੈਂ ਅੱਗੇ ਫਰਦਰ ਬ੍ਰਾਂਚਿਸ ਕਰਨ ਵਾਲਾ ਹੈ। ਜਿਹੜੇ ਮੋਸਟ ਐਕਟਿਵ ਹੋਣਗੇ, ਜਿਹੜੇ ਥੋੜੇ ਜਿਹੇ ਐਕਟਿਵ ਨਹੀਂ ਵੀ ਹੋਣਗੇ, ਠੀਕ ਹੈ। ਜਿਸ ਤਰ੍ਹਾਂ ਹੁਣ ਸ਼ੀਤਲ ਜੀ ਨੇ ਆਖਿਆ ਵੀ ਮੈਂ ਇਸ ਚੀਜ਼ 'ਚ ਨਹੀਂ ਐਕਟਿਵ ਹੋ ਸਕਦਾ, ਕਿਉਂਕਿ ਵੈਸੇ ਵੀ ਪਾਰਟੀ ਦੇ ਵਿੱਚ ਇੱਕ ਡੈਜ਼ਿਗਨੇਸ਼ਨ ਦੇ ਵਿੱਚ ਦੂਸਰੀ ਡੈਜ਼ਿਗਨੇਸ਼ਨ ਨਹੀਂ ਹੁੰਦੀ, ਠੀਕ ਹੈ। ਨਹੀਂ ਸੋ ਮੈਂ ਲੈਣੀ ਵੀ ਨਹੀਂ। ਹਾਂ ਨਹੀਂ ਆਈ ਨੋ ਦੈਟ, ਠੀਕ ਹੈ ਸਰ। ਮੈਂ ਇੱਕ ਢਾਂਚਾ ਬਣਾ ਕੇ ਰੱਖਿਆ ਹੈ ਤੇ ਮੈਂ ਉਹਦੇ ਤੇ ਵਰਕ ਕਰਾਂਗਾ। ਯੂ ਵਿਲ ਫੀਲ ਕੰਫਰਟੇਬਲ, ਆਲ ਆਫ ਯੂ ਵਿਲ। ਮੈਂ ਤੁਹਾਨੂੰ ਅੱਛੀ ਟੀਮ ਤੁਹਾਨੂੰ ਵਿਕਰਮ ਜੀ ਅੱਛੀ ਟੀਮ ਦਵਾਂਗਾ, ਤੁਸੀਂ ਜਿਹੜੀ ਬਸ ਟੀਮ ਆਪਣੇ ਤੁਹਾਡੇ ਨਾਲ ਪਾਰਟਿਸਿਪੈਂਟਸ ਬੰਦੇ ਪੂਰਾ ਦਿਓ, ਚੱਲੇ। ਠੀਕ ਹੈ। ਦਮਨ ਜੀ ਰਾਈਟ ਤੁਹਾਨੂੰ ਵੀ ਅਸਾਈਨਮੈਂਟ ਮਿਲ ਰਾਈਟ ਗਈ। ਦਲਜੀਤ ਜੀ ਤੁਸੀਂ ਕੀ ਕਰੋਗੇ ਇਸ ਨੂੰ ਨੈਕਸਟ ਕਾਲ ਤੱਕ, 1-2 ਦਿਨ ਤੱਕ? ਮਾਈਕ ਤੁਹਾਡਾ ਬੰਦ ਹੈ ਸਰ, ਮਾਈਕ ਬੰਦ ਹੈ ਤੁਹਾਡਾ। ਸਿਰਫ 2 ਲਾਈਨਾਂ 'ਚ what will be your working ਸਰ plan ਕੀ ਹੋਏਗਾ? ਮੈਂ ਜਿਹੜਾ ਕੰਮ ਪਹਿਲੋਂ ਇੱਕ ਐਨਜੀਓ ਦੇ ਵਿੱਚ ਸਮਾਜ ਸੇਵਾ ਦੇ ਤੌਰ ਤੇ ਕਰ ਰਿਹਾ, ਮੈਂ ਉਹਨੂੰ ਕੰਟੀਨਿਊ ਕਰਨਾ ਚਾਹਾਂਗਾ ਜੀ। ਹਾਲ ਦੀ ਘੜੀ ਠੀਕ ਹੈ। ਤੇ ਹਰਜਿੰਦਰਪਾਲ ਕੌਰ ਜੀ। ਸਰ ਗੁੱਡ ਲਿਸਨਰ, ਗੁੱਡ ਲਿਸਨਰ। ਇਨੀਸ਼ੀਏਟਿਵ ਲਿਆ ਕਰੋ ਮੈਮ, ਇਨੀਸ਼ੀਏਟਿਵ ਲਿਆ ਕਰੋ। ਲਿਸਨਰ ਤੇ ਬਹੁਤ ਤੁਹਾਨੂੰ ਮਿਲ ਜਾਂਦੇ ਨੇ, ਇਨੀਸ਼ੀਏਟਿਵ ਲੈਣ ਵਾਲਿਆਂ ਦੀ ਲੋੜ ਹੈ। ਨਹੀਂ ਸਰ, ਲਿਸਨਰ ਹੀ ਨਹੀਂ ਮਿਲਦੇ, ਇਹੀ ਤੁਹਾਡੀ ਵੱਡੀ ਜਿਹੜੀ ਹੈਗੀ ਜੇ, ਲਿਸਨਰ ਨਹੀਂ ਮਿਲਦੇ। ਨਹੀਂ ਪਤਾ ਕੀ ਹੈਗਾ, ਮੇਰਾ ਮੇਨ ਮਕਸਦ ਪਤਾ ਕੀ ਹੈ, ਆਈ ਥੌਟ ਵੀ ਥੋੜੀ ਜਿਹੀ ਗੈਦਰਿੰਗ ਹੋ ਜਾਏਗੀ, ਬਟ ਜ਼ਿਆਦਾ ਨਹੀਂ ਹੋ ਪਾਈ। ਚਲੋ ਇਹ ਵੀ ਚੰਗੀ ਗੱਲ ਹੈ। ਦਮਨਪ੍ਰੀਤ ਆਲਸੋ ਵੈਰੀ ਗੁੱਡ। ਇਹਨਾਂ ਦੇ ਜਿਹੜੇ ਵਿਚਾਰ ਸੀਗੇ ਉਹ ਅੱਛੇ ਸੀਗੇ, ਇਹਨਾਂ ਨੂੰ ਵਾਈਸ ਦੇ ਨਾਲ ਕਰਕੇ ਤਾਂ ਹੀ ਇਜ਼ ਵੈਰੀ ਗੁੱਡ ਵਨ। ਹਾਂ ਨਹੀਂ, ਸ਼ੀ ਇਜ਼ ਅ ਲੇਡੀ। ਹਰਜਿੰਦਰ ਕੰਗ ਜੀ ਤੁਹਾਡੀ ਗੱਲ ਕਰਦੇ ਪਏ ਨੇ। ਇਹ ਹੈ ਵੀ ਤੁਸੀਂ ਆਪਣੇ ਆਪ ਨੂੰ ਨਾ ਪਾਰਟਿਸਿਪੈਂਟ ਮੇਨ ਰੱਖੋ, ਤੁਸੀਂ ਇੱਕ ਕੰਟੀਨਿਊ। ਦਮਨਪ੍ਰੀਤ
ਮੈਂ ਦਮਨ ਜੀ ਬਾਰੇ ਵੀ ਗੱਲ ਕਰ ਰਹੀ ਹਾਂ। ਦਮਨ ਜੀ ਇਜ਼ ਆਲਸੋ ਵੈਰੀ ਗੁੱਡ। ਅਮਨਪ੍ਰੀਤ। ਥੈਂਕ ਯੂ ਹਾਂ ਦਮਨ ਕੋਈ ਨਹੀਂ ਸਰ, ਜਿਹੜੀ ਲੋਕਲ ਹੈ, ਜਿਹੜੀ ਰਿਸਪੌਂਸਿਬਿਲਟੀ ਦਓਗੇ ਮੈਂ ਤੇ ਕਰਾਂਗੀ, ਤੁਹਾਨੂੰ ਪਤਾ ਹੀ ਹੈ ਰਿਸਪੌਂਸਿਬਿਲਟੀ ਮੈਮ ਇਹ ਹੈਗੀ ਹੈ ਵੀ ਤੁਸੀਂ ਜਿੰਨੇ ਵੀ ਤੁਹਾਡੇ ਅੱਜ ਤੁਸੀਂ ਗੱਲਬਾਤ ਸਾਰੀ ਸੁਣ ਲਈ ਹੈ, ਠੀਕ ਹੈ। ਇਫ ਯੂ ਫੀਲ ਕੰਫਰਟੇਬਲ, ਇਫ ਯੂ ਫੀਲ ਕੌਨਫੀਡੈਂਟ ਵੀ ਹਾਂ ਅਸੀਂ ਕੁਝ ਨਵਾਂ ਕਰਨ ਜਾ ਰਹੇ ਹਾਂ, ਕੁਝ ਚੰਗਾ ਕਰਨ ਜਾ ਰਹੇ ਹਾਂ, ਤੇ ਤੁਸੀਂ ਨਾ ਆਪਣੇ ਜਿਹੜੇ ਕੁਲੀਗਸ ਨੇ, ਫਰੈਂਡ ਸਰਕਲਸ ਨੇ, ਜਿਹੜੇ ਸਮਾਜ ਲਈ, ਪੰਜਾਬ ਲਈ, ਪੰਜਾਬੀਅਤ ਲਈ ਸੋਚਦੇ ਨੇ, ਉਹਨਾਂ ਨੂੰ ਮੇਰਾ ਨੰਬਰ ਦਿਓ, ਮੇਰੇ ਨਾਲ ਗੱਲ ਕਰਾਓ, ਕਾਨਫਰੰਸ ਕਾਲ ਕਰਾ ਲਓ ਜਾਂ ਪਰਸਨਲ ਮੀਟਿੰਗ ਆਪਾਂ ਕਰ ਸਕਦੇ ਹਾਂ। ਤੁਸੀਂ ਮੈਨੂੰ 2-3 ਜਾਣੇ ਜਿੰਨੇ ਵੀ ਹੋਗੇ ਕਾਲ ਕਰੋਗੇ, ਅੰਮ੍ਰਿਤਸਰ ਜਿੱਥੇ ਆਖੋਗੇ ਮੈਂ ਆ ਜਾਵਾਂਗਾ, ਕੋਈ ਇਸ਼ੂ ਨਹੀਂ ਹੈਗਾ, ਠੀਕ ਹੈ। ਬਟ ਲੈਟ ਟੂ ਬੀ ਪ੍ਰੈਕਟੀਕਲ, ਇਹ ਆਪਾਂ ਪ੍ਰੈਕਟੀਕਲ ਅਪਰੋਚ ਕਰਨੀ ਹੈ। ਡਿਸਕਸ਼ਨ ਅੱਜ ਮੇਨ ਮਕਸਦ ਡਿਸਕਸ਼ਨ ਕਰਨਾ ਨਹੀਂ ਸੀਗਾ, ਟੂ ਫਾਈਂਡ ਅ ਪ੍ਰੈਕਟੀਕਲ ਸੋਲੂਸ਼ਨ ਫॉर ਦਾ ਪ੍ਰੋਬਲਮਸ, ਠੀਕ ਹੈ। ਸਰ ਫਸਟ ਆਫ ਆਲ ਮੈਂ ਤੁਹਾਨੂੰ ਨਾ ਇੱਕ ਸੁਜੈਸ਼ਨ ਜ਼ਰੂਰ ਦੇਣਾ ਚਾਹੂੰਗੀ ਕਿ ਇੱਕ ਤਾਂ ਤੁਸੀਂ ਪ੍ਰੈਸ ਮੀਟ ਕਰਕੇ ਤਾਂ ਜਿੰਨੇ ਵੀ ਅੰਮ੍ਰਿਤਸਰ ਦੇ ਇੰਟੈਲੈਕਚੁਅਲਸ ਨੇ ਉਹਨਾਂ ਨੂੰ ਇੱਕ ਕਾਲ ਦਿਓ ਕਿ ਇਫ ਦੇ ਵਾਂਟ ਟੂ ਜੁਆਇਨ, ਮਤਲਬ ਜਿਹੜੇ ਪਾਰਟੀ ਦੇ ਸਿਸਟਮ ਦੇ ਨਾਲ ਜੁਆਇਨ ਹੋਣਾ ਚਾਹੁੰਦੇ ਨੇ, ਦੇ ਕੈਨ ਗਿਵ ਗੁੱਡ ਸੁਜੈਸ਼ਨਸ ਤੇ ਦੇ ਆਲ ਆਰ ਵੈਲਕਮ, ਹਨਾ। ਸਾਰਿਆਂ ਨੂੰ ਅਖਬਾਰ ਦੇ ਵਿੱਚ ਹੀ ਜਾਂ ਮੀਡੀਆ ਦੇ ਵਿੱਚ ਹੀ ਆਪਣੀਆਂ 2-4 ਜਿਹੜੀਆਂ ਨੇ ਕਲਿੱਪਸ ਜਿਹੜੀਆਂ ਨੇ ਉਹ ਦਿਓ। ਉਹਦੇ ਨਾਲ ਜਦੋਂ ਸਾਰੇ ਪਾਸੇ ਸਰਕੂਲੇਟ ਹੋ ਜਾਣਗੀਆਂ ਤਾਂ ਉਹਦਾ ਬਹੁਤ ਅੱਛਾ ਇੰਪੈਕਟ ਆਊਗਾ। ਇੱਕ ਤਾਂ ਉਹੀ ਜਿਹੜਾ ਮੇਨ ਚੀਜ਼ ਸੀਗੀ ਕਿ ਆਪਾਂ ਲੋਕਾਂ ਤੱਕ ਅਪਰੋਚ ਕਿੱਦਾਂ ਕਰਨੀ ਹੈ, ਜਦੋਂ ਇੰਟੈਲੈਕਚੁਅਲ ਪ੍ਰੈਜ਼ੀਡੈਂਟ ਦੇ ਵੱਲੋਂ ਉਹ ਚੀਜ਼ ਚਲੇ ਜਾਏਗੀ ਨਾ ਤਾਂ ਉਹਦੇ ਨਾਲ ਲੋਕਾਂ ਦੇ ਵਿੱਚ ਇੱਕ ਚਲੋ ਡਾਕਟਰ ਕਮਲ ਤੁਹਾਨੂੰ ਅਸਾਈਨਮੈਂਟ ਮਿਲਣ ਲੱਗੀ ਜੇ ਹੁਣ। ਤੁਹਾਨੂੰ ਅਸਾਈਨਮੈਂਟ ਇਹ ਜੇ ਵੀ ਤੁਸੀਂ ਇਹੋ ਜਿਹਾ ਇੱਕ ਕਰਕਸ ਦਾ ਥੋੜਾ ਕ੍ਰੀਏਟ ਕਰਕੇ ਤੇ ਜਿਹੜਾ ਤੁਹਾਡਾ ਸੋਸ਼ਲ ਮੀਡੀਆ ਹੈ ਜਿਹੜਾ ਵੀ ਹੈਗਾ ਉਹਦੇ ਵਿੱਚ ਇਹਦੇ ਮੇਰੇ ਵੱਲੋਂ ਤੁਸੀਂ ਇਹ ਪਲੀਜ਼ ਪੋਸਟ ਕਰ ਦਿਓ, ਠੀਕ ਹੈ। ਇਹ ਤੁਸੀਂ ਕਰਦੇ ਹੋ, ਦੇਖਦੇ ਹੋ ਉਹਨਾਂ ਦਾ ਕੀ ਫੀਡਬੈਕ ਆਉਂਦਾ ਹੈਗਾ। ਬਾਕੀ ਜਿਹੜੇ ਜਿੰਨੇ ਵੀ ਸੋਰਸਿਸ ਹੋਣਗੇ ਤੁਹਾਡਾ ਇਹ ਗੱਲ ਕੰਸੀਡਰੇਬਲ ਹੈ, ਆਪਾਂ ਇਹਦੇ ਤੇ ਵਰਕ ਕਰਾਂਗੇ, ਠੀਕ ਹੈ। ਤੇ ਤੁਸੀਂ ਆਪਣੀ ਸੋਸ਼ਲ ਮੀਡੀਆ ਤੇ ਪਲੀਜ਼ ਕਰੋ। ਤੇ ਤੁਹਾਡਾ ਨੰਬਰ ਮੇਰੇ ਕੋਲ ਸ਼ਾਇਦ ਨਹੀਂ ਹੈਗਾ, ਤੁਸੀਂ ਮੈਨੂੰ ਪਲੀਜ਼ ਨੰਬਰ ਆਪਣੇ ਤੋਂ ਮੈਨੂੰ ਕਾਲ ਜਾਂ ਲਿੰਕ ਕਰ ਦੇਣਾ, ਠੀਕ ਹੈ। ਹਾਂ ਨਹੀਂ, ਤੁਸੀਂ ਮੇਰਾ ਨੰਬਰ ਜੁਆਇਨ ਕਰ ਸਕਦੇ ਜੀ 9501435771 9501 ਅੱਗੇ 35771। ਠੀਕ ਹੈ। ਤੁਸੀਂ ਇਹ ਨਾ ਪਲੀਜ਼ ਇਹਦੇ ਤੇ ਥੋੜਾ ਜਿਹਾ ਬਣਾ ਕੇ ਨਾ ਕਰਕਸ ਬਣਾ ਕੇ, ਥੈਂਕ ਯੂ ਫॉर योर ਪਾਰਟਿਸਿਪੇਸ਼ਨ। ਤੇ ਕੁਝ ਹੋਰ ਕੋਈ ਵਰਡਿੰਗ ਕੁਝ ਕਹਿਣਾ ਚਾਹੁੰਦਾ ਹੋਵੇ, ਕੋਈ ਲਾਸਟ ਵਰਡਸ? ਥੈਂਕ ਯੂ ਸੋ ਮਚ। ਥੈਂਕ ਯੂ ਜੀ, ਥੈਂਕ ਯੂ। ਮੈਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਰਦਾ ਹਾਂ। ਤੁਸੀਂ ਬੜਾ ਆਪਣਾ ਕੀਮਤੀ ਸਾਰਿਆਂ ਨੇ ਸਮਾਂ ਦਿੱਤਾ। ਆਈ ਹੋਪ ਇਹ ਜਿਹੜੀ ਮੀਟਿੰਗ ਕੁਝ ਫਰੂਟਫੁਲ ਰਹੀ ਹੋਵੇਗੀ ਤੇ ਆਪਾਂ ਇਹਦੇ ਤੇ ਜ਼ਰੂਰ ਵਰਕਆਊਟ ਕਰੀਏ, ਠੀਕ ਹੈ। ਤੇ ਆਈ ਪਰਸਨਲੀ ਇਨਵਾਈਟ ਆਲ ਆਫ ਯੂ ਟੂ ਬੀ ਅ ਪਾਰਟ ਆਫ ਆਮ ਆਦਮੀ ਪਾਰਟੀ ਬਿਕੋਜ਼ ਵਟ ਆਈ ਬਲੀਵ ਆਮ ਆਦਮੀ ਪਾਰਟੀ ਕਰਕੇ ਸਾਡੀ ਆਇਡੈਂਟੀਟੀ ਨਹੀਂ ਹੈਗੀ। ਤੁਸੀਂ ਲੋਕ ਜਿਹੋ ਜਿਹੇ ਹੈਗੇ ਹੋ ਉਹੋ ਜਿਹੀ ਹੀ ਆਮ ਆਦਮੀ ਪਾਰਟੀ ਹੋਏਗੀ। ਤੇ ਡਾਕਟਰ ਆਪਣਾ ਦਲਜੀਤ ਕੋਹਲੀ ਜੀ, ਆਈ ਵਿਲ ਰਿਕੁਐਸਟ ਯੂ ਪਰਸਨਲੀ ਵੀ ਜਿਸ ਤਰ੍ਹਾਂ ਤੁਸੀਂ ਅੱਛਾ ਵੀ ਐਨਜੀਓ ਲਈ ਕੰਮ ਕਰ ਰਹੇ ਹੋ, ਬਟ ਆਈ ਥਿੰਕ ਤੁਸੀਂ ਕੈਪੈਸਿਟੇਟਿਵ ਹੈਗੇ ਹੋ, ਆਮ ਆਦਮੀ ਪਾਰਟੀ ਨਾਲ ਪ੍ਰੋਪਰਲੀ ਤੁਸੀਂ ਕੰਮ ਕਰੋ। ਜੇ ਤੁਸੀਂ ਨਹੀਂ ਵੀ ਇਹਦੇ ਚ ਫਾਰਮਲੀ ਆਉਣਾ ਚਾਹੁੰਦੇ ਤਾਂ ਵੀ ਆਈ ਵਿਲ ਇਨਵਾਈਟ ਯੂ ਇਨ ਦਾ ਇੰਟੈਲੈਕਚੁਅਲ ਵਿੰਗ, ਕਿਉਂਕਿ ਇਹਦੇ ਚ ਜਿਹੜੇ ਹੈਗੇ ਨੇ ਇਹਦੇ ਚ ਮੈਂ ਸੋਚ ਕੇ ਰੱਖਿਆ ਹੋਇਆ ਵੀ ਜਿਹੜਾ ਫਰੰਟ ਐਂਡ ਤੇ ਨਹੀਂ ਵੀ ਆਉਣਾ ਚਾਹੁੰਦੇ ਪੋਲੀਟੀਕਲੀ, ਉਹਨਾਂ ਲਈ ਵੀ ਸਪੇਸ ਹੈਗੀ ਆ। ਜਿਹੜੇ ਪੋਲੀਟੀਕਲੀ ਫਰੰਟ ਐਂਡ ਤੇ ਆਉਣਾ ਚਾਹੁੰਦੇ ਉਹਨਾਂ ਲਈ ਵੀ ਸਪੇਸ ਮੈਂ ਰੱਖੀ ਹੋਈ ਹੈ। ਸੋ ਪਲੀਜ਼ ਬੀ ਇਨ ਟੱਚ ਵਿਦ ਮੀ, ਠੀਕ ਹੈ। ਤੁਹਾਨੂੰ ਮੈਂ ਤੁਹਾਡਾ ਮੈਸੇਜ ਗਿਆ ਸੀਗਾ, ਮੇਰਾ ਮੈਸੇਜ ਤੁਹਾਨੂੰ ਪਰਸਨਲੀ ਆਇਆ ਜਾਂ ਗਰੁੱਪ 'ਚ ਆਇਆ ਸੀਗਾ ਤੁਹਾਡਾ? ਬਾਏ ਵਿਕਰਮ ਜੀ। ਹਾਂ ਬਾਈ ਜੀ, ਥੈਂਕ ਯੂ ਜਨੇਜਾ ਜੀ। ਨਹੀਂ, ਮੈਨੂੰ ਤੁਹਾਡਾ ਪਰਸਨਲ ਮੈਸੇਜ ਆਇਆ ਸੀ ਸਰ। ਪਰਸਨਲ ਮੈਸੇਜ ਆਇਆ, ਦਲਜੀਤ ਕੋਹਲੀ ਫਿਰ ਲਿਖਿਆ ਹੋਏਗਾ ਜ਼ਰੂਰ, ਠੀਕ ਹੈ ਨਾ। ਤੁਸੀਂ ਮੈਨੂੰ ਰਿੰਗ ਜ਼ਰੂਰ ਇੱਕ ਵਾਰੀ ਕਰਨਾ ਜਰਾ ਹੁਣ ਮੀਟਿੰਗ ਤੋਂ ਬਾਅਦ, ਠੀਕ ਹੈ ਸਰ। ਥੈਂਕ ਯੂ ਸੋ ਮਚ ਫॉर योर ਪਾਰਟਿਸਿਪੇਸ਼ਨ। ਥੈਂਕ ਯੂ ਆਲ ਆਫ ਯੂ। ਥੈਂਕ ਯੂ ਆਲ ਆਫ ਯੂ। ਥੈਂਕ ਯੂ। ਸਤਿ ਸ਼੍ਰੀ ਅਕਾਲ। ਥੈਂਕਸ ਸਰ। ਸੇਮ ਸਤਿ ਸ਼੍ਰੀ ਅਕਾਲ। ਗੁੱਡ ਨਾਈਟ। ਗੁੱਡ ਨਾਈਟ। ਓਕੇ, ਬਾਏ। ਬਾਏ।